ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਮੇਰੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਹਾਂਜੀ, ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਮੈਂ ਹਾਂ ਬਲਕਾਰ ਸਿੰਘ, ਸੀਨੀਅਰ ਜਰਨਲਿਸਟ। ਅਤੇ ਅਸੀਂ ਤੁਹਾਡੇ ਨਾਲ ਸਾਰੀਆਂ ਗੱਲਾਂ ਉਹ ਕਰਦੇ ਹਾਂ ਜਿਹੜੀਆਂ ਦੇਸ਼ਾਂ ਪ੍ਰਦੇਸ਼ਾਂ ਵਿੱਚ ਵੀ ਵਾਪਰੀਆਂ ਅਤੇ ਖਾਸ ਕਰਕੇ ਪੰਜਾਬ ਵਿੱਚ। ਅਤੇ ਅੱਜ ਮੈਂ ਖੰਨਾ ਜੀ ਨੂੰ ਇਹ ਪੁੱਛੂੰਗਾ ਕਿ ਤੁਸੀਂ ਕਿਹੜਾ ਮਸਲਾ ਜਿਹੜਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੋਗੇ। ਜੀ, ਕਿਉਂਕਿ ਸਾਡਾ ਚੈਨਲ ਜੋ ਹੈ USA ਤੋਂ ਹੀ ਸਾਰਾ ਜੀ ਸੰਚਾਲਿਤ ਹੁੰਦਾ ਹੈ, ਇਸ ਕਰਕੇ ਅਸੀਂ USA ਦੀ ਗੱਲ ਸਭ ਤੋਂ ਪਹਿਲਾਂ ਸ਼ੁਰੂ ਕਰਾਂਗੇ ਕਿ ਜੋ ਸਾਬਕਾ ਰਾਸ਼ਟਰਪਤੀ ਟਰੰਪ ਨੇ ਜੀ ਉਹਨਾਂ ਦੀ ਜੋ ਹਿੰਸਾ ਰਹੀ ਹੈ ਜਦੋਂ ਰਾਸ਼ਟਰਪਤੀ ਚੋਣਾਂ ਹੋਈਆਂ ਸੀ, ਜਦੋਂ ਹਾਰ ਗਏ ਅਤੇ ਜੋ ਬਾਈਡਨ ਜਿੱਤੇ ਨੇ, ਸੋ ਉਸ ਤਰ੍ਹਾਂ ਦੀ ਘਟਨਾ ਦੇ ਉੱਤੇ ਜਾਂਚ ਚੱਲ ਰਹੀ ਹੈ, ਕੈਪੀਟਲ ਹਿੱਲ ਹਿੰਸਾ, ਔਰ ਉਹਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ ਟਰੰਪ ਜੀ ਨੂੰ ਇਸ ਹਿੰਸਾ ਦੇ ਵਾਸਤੇ। ਕਿਉਂਕਿ ਟਵਿੱਟਰਸ ਦੇ ਉੱਤੇ ਵੀ ਤੁਸੀਂ ਜਾਣਦੇ ਹੋ ਕਿ ਉਹਨਾਂ ਨੇ ਟਵੀਟਸ ਕੀਤੀਆਂ ਸੀ ਇਸ ਨੂੰ ਲੈ ਕੇ, ਔਰ ਉਸ ਤੋਂ ਬਾਅਦ ਉਹਨਾਂ ਨੂੰ ਟਵਿੱਟਰ ਤੋਂ ਹਟਾ ਵੀ ਦਿੱਤਾ ਗਿਆ। ਹੁਣ ਐਲਨ ਮਸਕ ਸ਼ਾਇਦ ਕੋਈ ਨਵੀਂ ਪਾਲਿਸੀ ਲੈ ਕੇ ਆਉਣਗੇ। ਇਲੈਕਸ਼ਨਸ ਕਰਕੇ ਤਾਂ ਰੁਕੇ ਹੋਏ ਸੀ ਜਦੋਂ ਮਿਡ ਟਰਮ ਪੋਲਸ ਹੋਈਆਂ ਨੇ। ਹੁਣ ਦੁਬਾਰਾ ਦੇਖੋ ਕੀ ਪਾਲਿਸੀ ਬਣਦੀ ਹੈ, ਪਰ ਫਿਲਹਾਲ ਜੋ ਜਾਂਚ ਕਮੇਟੀ ਹੈ ਉਹ ਸਾਰੀ ਸੂਈ ਜਿਹੜੀ ਹੈ ਉਹ ਟਰੰਪ ਸਾਹਿਬ ਦੇ ਉੱਤੇ ਘੁੰਮਦੀ ਪਈ ਹੈ। ਹਾਂਜੀ, ਜਾਂਚ ਕਮੇਟੀ ਦੀ ਜਿਹੜੀ ਉਹਦੇ ਮੁਤਾਬਕ ਰਿਪੋਰਟ ਆਈ ਆ, ਉਹਦੇ ਵਿੱਚ ਇਹਨਾਂ ਨੂੰ ਬਹੁਤ ਹਿੰਸਾਤਮਕ ਘਟਨਾਵਾਂ ਦੇ ਨਾਲ ਇਨਵੋਲਵ ਦੱਸਿਆ ਗਿਆ, ਜਿਹਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਦੀ ਓਥ ਕਮਿਸ਼ਨ ਦੀ ਹੋ ਰਹੀ ਸੀ, ਸਹੁੰ ਚੁੱਕ ਸਮਾਗਮ ਹੋ ਰਿਹਾ ਸੀਗਾ, ਉਹਦੇ ਵਿੱਚ ਵੀ ਇਹਨਾਂ ਨੇ ਖਲਬਲੀ ਮਚਾਈ, ਬੜਾ ਕੁਛ ਹੋਇਆ। ਔਰ ਇਹਨਾਂ 'ਤੇ ਦੇਸ਼ ਧਰੋਹ ਦਾ ਜਿਹੜਾ ਦੋਸ਼ ਮੜਿਆ ਗਿਆ, ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਜੋ ਕੁਛ ਕਰ ਚੁੱਕੇ ਆ ਉਹਦੀ ਹੁਣ ਜਾਂਚ ਹੋ ਰਹੀ ਆ। ਉਸ ਜਾਂਚ ਦੇ ਪਿੱਛੇ ਹੋਰ ਵੀ ਗਰੁੱਪਾਂ ਨਾਲ ਔਰ ਟਰੰਪ ਸਾਹਿਬ ਦਾ ਜ਼ਿਆਦਾ ਨਾਂ ਆ ਗਿਆ ਉਹਦੇ 'ਚ, ਕਿਉਂਕਿ ਇਹ ਵੀ ਹੁਣ 2024 ਦੀਆਂ ਇਲੈਕਸ਼ਨ ਦੀਆਂ ਤਿਆਰੀਆਂ 'ਚ ਰੁੱਝੇ ਪਏ ਸੀਗੇ। ਅਤੇ ਜਦੋਂ ਇਹਨਾਂ ਨੂੰ ਹੁਣ ਮਿਡ ਟਰਮ ਇਲੈਕਸ਼ਨ ਹੋਈ, ਉਹਦੇ ਵਿੱਚ ਇਹਨਾਂ ਦੀ ਰਿਪਬਲਿਕਨ ਪਾਰਟੀ ਨੂੰ ਬੜੀ ਚੌਖੀ ਹਾਰ ਦਾ ਜਿਹੜਾ ਸਾਹਮਣਾ ਕਰਨਾ ਪਿਆ। ਔਰ ਖ਼ਾਸ ਤੌਰ 'ਤੇ ਅਸੀਂ ਜੇ ਗੱਲ ਕਰੀਏ ਤਾਂ ਪੰਜਾਬ ਦੇ ਨਾਲ ਵੀ ਜਿਹੜੇ ਸਾਡੇ ਪ੍ਰਵਾਸੀ ਭਾਰਤੀ ਬੈਠੇ ਨੇ, ਉਹ ਵੀ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਨੇ ਕਿ ਇਸ ਵੇਲੇ ਜਿਹੜੀ ਟਰੰਪ ਸਾਹਿਬ ਦੀ ਜਿਹੜੀ ਦਿਸ਼ਾ ਹੈ ਉਹ ਬਿਲਕੁਲ ਦਿਸ਼ਾਹੀਣ ਹੋਈ ਲੱਗਦੀ ਹੈ। ਉਹਦੇ ਵਿੱਚ ਇਹਨਾਂ ਨੇ ਸਰਕਾਰ ਨਾਲ ਮੱਥਾ ਲਾ ਲਿਆ, ਕਿਉਂਕਿ ਇਹਨਾਂ ਦੀ ਪਾਰਟੀ ਤਾਂ ਵੈਸੇ ਰਿਪਬਲਿਕਨ ਪਾਰਟੀ ਬਰਾਬਰ ਦੀ ਪਾਰਟੀ ਹੈ ਡੈਮੋਕ੍ਰੇਟਿਕ ਪਾਰਟੀ ਦੇ ਨਾਲ। ਹਾਂਜੀ, ਪਰ ਜਿਹੜੀ ਲੋਕਾਂ ਦੀ ਜੀ ਹਜ਼ੂਰੀ ਹੈ ਜਾਂ ਹਾਂ ਪੱਖੀ ਹੈ, ਉਹ ਬਾਈਡਨ ਸਰਕਾਰ ਦੇ ਨਾਲ ਹੈ ਜਾਂ ਡੈਮੋਕ੍ਰੇਟਿਕ ਜਿਹੜੀ ਪਾਰਟੀ ਉਹਦੇ ਨਾਲ ਜ਼ਿਆਦਾ ਹੁੰਗਾਰਾ। ਔਰ ਇਹਦੇ 'ਚ ਟਰੰਪ ਨੇ ਤਾਂ ਕਾਫੀ ਜਦੋਜਹਿਦ ਕੀਤੀ ਹੈ, ਪਰ ਜਿਹਦੇ 'ਤੇ ਹੁਣ ਦੋਸ਼ ਮੜੇ ਗਏ ਆ ਉਹ ਹੁਣ ਸਾਹਮਣੇ ਆ ਚੁੱਕੇ ਆ। ਦੇਸ਼ ਧਰੋਹ ਦੇ ਜਿਹੜੇ ਹੈਗੇ ਉਹਦੇ 'ਚ ਇਹਨਾਂ ਦੇ ਨਾਲ ਦੋਸ਼, ਔਰ ਇਹਨਾਂ ਨੂੰ ਹੋ ਸਕਦਾ 36 ਸਾਲ ਤੱਕ ਸਜ਼ਾ ਵੀ ਹੋ ਸਕਦੀ ਹੈ। ਇਹਨਾਂ ਦੇ 5 ਜਿਹੜੇ ਇਸ਼ੂ ਆ ਉਹ ਉਹਨਾਂ ਨੇ ਲੈ ਲਿਆ। ਜੇ ਉਹ ਉਹਨਾਂ 'ਤੇ ਅਪਰੂਵਲ ਹੋ ਜਾਂਦੀ ਹੈ, ਜੇ ਉਹ ਪ੍ਰਤੱਖ ਹੋ ਜਾਂਦੇ ਆ, ਤਾਂ ਫਿਰ ਇਹਨਾਂ ਨੂੰ ਸਜ਼ਾ ਵੀ ਹੋ ਸਕਦੀ ਹੈ। ਔਰ ਮੇਰਾ ਖਿਆਲ ਹੈ ਇਸ ਵੇਲੇ ਰਿਪਬਲਿਕਨ ਜਿਹੜੀ ਪਾਰਟੀ ਰਿਪਬਲਿਕਨ, ਉਹ ਵੀ ਇਹਨਾਂ ਤੋਂ ਥੋੜ੍ਹੀ ਜਿਹੀ ਦੂਰ ਹੋ ਗਈ ਹੈ। ਉਹਦੇ 'ਚ ਵੀ ਇਹਨਾਂ ਦੀ ਉਹ ਇੱਜ਼ਤ, ਉਹ ਮਾਣ, ਉਹ ਸਤਿਕਾਰ ਨਹੀਂ ਰਿਹਾ ਜੀ ਇਹ ਗੱਲ। ਅਤੇ ਜਿਹੜਾ ਇਹ ਸੈਕਿੰਡ ਟਰਮ ਵਾਸਤੇ ਫਿਰ ਤੋਂ ਲੜਨਾ ਚਾਹੁੰਦੇ ਨੇ ਰਾਸ਼ਟਰਪਤੀ ਦੀ ਚੋਣ, ਉਹਦਾ ਕੀ ਸਟੇਟਸ ਹੈ? ਉਹਦਾ ਸਟੇਟਸ ਇਸ ਵੇਲੇ ਤਾਂ ਡਾਵਾਂਡੋਲ ਆ। ਉਹਦੇ ਵਿੱਚ ਇਹਨਾਂ ਨੂੰ ਜਿਹੜੀ ਉਹ ਗਰਾਊਂਡ ਆ ਨਾ, ਜਿਹੜੀ ਲੋਕਾਂ ਨਾਲ ਮੇਲ ਜੋਲ ਸੀਗਾ, ਥੋੜ੍ਹਾ ਜਿਹਾ ਦੂਰ ਹੋ ਗਿਆ। ਹਾਲਾਂਕਿ ਇਹਨਾਂ ਦੇ ਏਸ਼ੀਅਨ ਕੰਟਰੀ ਦੇ ਲੋਕ ਜਿਹੜੇ ਆ ਇਹਨਾਂ ਦੇ ਫੇਵਰ 'ਚ ਬੜੇ ਰਹੇ ਆ ਪਹਿਲੋਂ, ਪਰ ਹੁਣ ਉਹ ਵੀ ਮੂੰਹ ਮੋੜ ਕੇ ਦੂਜੇ ਪਾਸੇ ਹੋ ਗਏ ਆ, ਕਿਉਂਕਿ ਟਰੰਪ ਦੇ ਜਿਹੜੀ ਪਿਛਲੇ ਕਾਰਗੁਜ਼ਾਰੀ ਹੋਈ ਆ ਉਹਦੇ 'ਚ ਉਹਨਾਂ ਨੇ ਲੋਕਾਂ ਨਾਲ ਜੋ ਕੁਛ ਕੰਮ ਕੀਤਾ ਵਾ ਜਾਂ ਸਰਕਾਰ ਨਾਲ ਕੀਤਾ ਹੈਗਾ, ਇਹਨਾਂ ਦੇ ਦਫ਼ਤਰ 'ਚੋਂ ਡਾਕੂਮੈਂਟਸ ਜਿਹੜੇ ਉਹ ਫੜੇ ਗਏ। ਖੰਨਾ ਜੀ, ਉਹ ਦੂਜੀ ਗੱਲ ਵੀ ਇਹ ਹੈ ਕਿ ਇਹਨਾਂ ਦੇ ਦਫ਼ਤਰ 'ਤੇ ਜਦੋਂ ਛਾਪਾ ਰੇਡ ਵੱਜਿਆ, ਉਹਦੇ 'ਚ ਕਈ ਇਲੀਗਲ ਡਾਕੂਮੈਂਟਸ ਫੜੇ ਗਏ ਇਹਨਾਂ ਕੋਲ। ਕਈ ਤਰ੍ਹਾਂ ਦੇ ਇਹਨਾਂ ਨੇ ਪਾੜ ਵੀ ਦਿੱਤੇ ਸੀਗੇ ਜਿਹੜੇ ਇਹਨਾਂ ਨੇ ਟਾਇਲਟ ਸੀਟ ਦੇ ਵਿੱਚ ਬਹਾ ਦਿੱਤੇ ਸੀ, ਉਹ ਵੀ ਪਤਾ ਲੱਗਿਆ ਇਹਨਾਂ ਨੂੰ। ਵੇਖੋ, ਇੱਕ ਗੱਲ ਹੈਗੀ ਕਿ ਉਹ ਉਸ ਦੇਸ਼ ਦੇ ਜਿਹੜੇ ਸਾਬਕਾ ਪ੍ਰੈਜ਼ੀਡੈਂਟ ਆ, ਜਿਸ ਦੇਸ਼ ਦਾ ਨਾਂ ਪੂਰੀ ਦੁਨੀਆ 'ਚ, ਔਰ ਇਹਨਾਂ ਦੇ ਕੰਮ ਜਿਹੜੇ ਹੈਗੇ ਆ ਉਹ ਬਿਲਕੁਲ ਕਈ ਥਾਂ 'ਤੇ ਬੱਚਿਆਂ ਵਰਗੇ ਲੱਗਦੇ ਆ। ਕਈ ਥਾਂ ਤਾਂ ਐਂ ਲੱਗਦਾ ਕਿ ਜਿੱਦਾਂ ਕੁਝ ਬੰਦੇ ਨੂੰ ਇਸ ਦੇਸ਼ ਦੀ ਹਵਾ ਹੀ ਨਹੀਂ ਲੱਗੀ। ਔਰ ਐਡੀ ਵੱਡੀ ਪਾਰਟੀ ਦਾ ਨੇਤਾ ਹੈ ਜਿੱਥੇ ਇਹਨਾਂ ਨੇ ਕੀਤਾ। ਉਹ ਲੋਕ ਅਜੇ ਵੀ ਨੌਜਵਾਨ ਅਤੇ ਪੁਰਾਣੇ ਬਜ਼ੁਰਗ ਬਰਾਕ ਓਬਾਮਾ ਨੂੰ ਯਾਦ ਕਰਦੇ ਆ, ਔਰ ਪੁਰਾਣੇ ਜਿੰਨੇ ਵੀ ਰਾਸ਼ਟਰਪਤੀ ਇੱਥੇ ਰਹੇ ਆ, ਨਿਕਸਨ ਵਰਗੇ, ਉਹਨਾਂ ਦੇ ਟਾਈਮ ਦੀਆਂ ਗੱਲਾਂ ਕਰਦੇ ਆ। ਉਸ ਦੇਸ਼ ਦੀ ਧਰਤੀ 'ਤੇ ਇਹਨਾਂ ਨੇ ਜਿਹੜਾ ਆਪਣਾ ਇਤਿਹਾਸ ਸਿਰਜਿਆ, ਉਹ ਲੋਕਾਂ ਨੂੰ ਜਿਹੜਾ ਉਹ ਜ਼ਿਆਦਾ ਬੁਰਾ ਲੱਗਿਆ, ਜਚਿਆ ਨਹੀਂ। ਇਹ ਹੈ ਓਕੇ, ਤਾਂ ਇਹਦਾ ਮਤਲਬ ਇਹ ਹੈ ਕਿ ਇਸ ਵਕਤ ਜੋ ਬਾਈਡਨ ਦੀ ਪੋਜੀਸ਼ਨ ਸਟਰੋਂਗ ਹੈ ਇਹਨਾਂ ਦੇ ਮੁਕਾਬਲੇ। ਬਾਈਡਨ ਦੀ ਪੋਜੀਸ਼ਨ ਤਾਂ ਸਟਰੋਂਗ ਹੈ ਹੀ ਆ।
ਹੁਣ ਅਗਲੀਆਂ ਚੋਣਾਂ ਜਿਹੜੀਆਂ ਆਪਣੇ ਵੀ ਤੇ 2024 ਦਾ ਰੌਲਾ ਹੈ ਹੀ ਆ ਲੋਕ ਸਭਾ ਦਾ, ਹਾਂਜੀ ਉਧਰ ਵੀ ਇਹੋ ਹੀ ਇਸ ਵੇਲੇ ਪੜੁੱਲ ਬਣ ਰਹੇ ਆ, ਉਹੀ ਪੈਂਤੜੇ ਬਣ ਰਹੇ ਆ, ਉਹੀ ਸਾਰਾ ਕੁਝ ਹੈਗਾ। ਜਿੱਦਾਂ ਆਪਣੇ ਵੀ ਨੇਤਾ ਲੱਗੇ ਪਏ ਇਸੇ ਕੰਮ 'ਚ ਕਿ ਲੋਕਾਂ ਨੂੰ ਭਰਮਾ ਲਈਏ। ਹੁਣ ਉੱਥੇ ਵੀ ਇਹੋ ਗੱਲ ਆ, ਚਾਹੇ ਅਸੀਂ ਚਾਹੁੰਦੇ ਕਿ ਕਲਚਰ ਵੱਖਰਾ, ਚਾਹੇ ਚਾਹੁੰਦੇ ਸਹੂਲਤਾਂ ਬਹੁਤ ਹੈਗੀਆਂ, ਪਰ ਮਹਿੰਗਾਈ ਸਾਡੇ ਨੂੰ ਵੀ ਜ਼ਿਆਦਾ ਉੱਥੇ। ਜਿੰਨਾ ਕੁਛ ਆਪਾਂ ਇੱਕ ਦਿਨ ਗੱਲ ਕੀਤੀ ਸੀ ਕਿ ਉੱਥੇ ਅਜੇ ਜਿਹੜੇ ਪਰੌਂਠਿਆਂ ਦੇ ਰੇਟ ਆ ਦੁੱਗਣੇ ਹੋ ਗਏ, ਆਟਾ ਮਿਲਦਾ ਨਹੀਂਗਾ। ਜੀ ਤੇ ਉਹ ਦੇਸ਼ ਦੇ ਵਿੱਚ ਫਿਰ ਵੀ ਜਿਹੜੇ ਲੋਕ ਆ ਵੱਸ ਰਹੇ ਆ। ਕਈ ਵਾਰੀ ਤਾਂ ਤੁਹਾਨੂੰ ਇਹ ਲੱਗਦਾ ਕਿ ਨਾ ਹੀ ਵੱਡਾ ਹੁੰਦਾ, ਜਿਹੜੀ ਚੀਜ਼ਾਂ ਉਹ ਛੋਟੀਆਂ ਹੁੰਦੀਆਂ ਉੱਥੇ। ਕਈ ਵਾਰੀ ਨਾ ਵੱਡੇ ਤੇ ਹੁੰਦੀ ਹੈ ਕਿ ਜਿਹੜੇ ਮਹਿਲ ਵੱਡੇ ਆ ਤੇ ਝੌਂਪੜੀਆਂ ਵਾਲੇ ਵਿਚਾਰੇ ਭੁੱਖੇ ਮਰ ਜਾਣਗੇ, ਪਰ ਝੌਂਪੜੀਆਂ ਵਾਲੇ ਰਾਤ ਨੂੰ ਸੁੱਖ ਦੀ ਨੀਂਦ ਸੌਂਦੇ ਆ ਤੇ ਮਹਿਲਾਂ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਰਾਤ ਨੀਂਦ ਨਹੀਂ ਆਉਂਦੀ। ਇਹ ਵੱਡੇ ਜਿਹੜੇ ਪੈਲੇਸ ਆ, ਵੱਡੇ ਮਹਿਲਾਂ ਵਾਲੇ ਆ, ਉਹ ਗੱਲ ਉਹ ਅਮਰੀਕਾ ਦੀ ਆ। ਪਰ ਇਸ ਵੇਲੇ ਜਿਹੜੀ ਸਥਿਤੀ ਹੈ ਉਹ ਮਾੜੀ ਆ ਇਹਦੀ ਰਿਪਬਲਿਕਨ ਪਾਰਟੀ ਦੇ ਮੁੱਖ ਨੇਤਾ ਡੋਨਲਡ ਟਰੰਪ ਦੀ। ਓਕੇ, ਚਲੋ ਹੁਣ ਆਪਾਂ ਅੱਗੇ ਵਧੀਏ। ਜੀ ਜੀ। ਚੀਨ ਵਿੱਚ ਕਰੋਨਾ ਵਾਇਰਸ ਫਿਰ ਫੈਲਿਆ, ਹਸਪਤਾਲਾਂ ਵਿੱਚ ਬੈੱਡ ਖਾਲੀ ਨਹੀਂ ਤੇ ਦਵਾਈਆਂ ਨਹੀਂ, ਹਾਲਾਤ ਗੰਭੀਰ ਨੇ। ਹਾਲਾਂਕਿ ਚੀਨ ਤੋਂ ਹੀ ਸ਼ੁਰੂ ਹੋਇਆ ਸੀ, ਵੁਹਾਨ ਤੋਂ ਇਹ ਬਿਮਾਰੀ ਪੂਰੀ ਦੁਨੀਆ 'ਚ ਫੈਲੀ। ਅਮਰੀਕਾ ਇਹਦਾ ਖਾਸ ਤੌਰ ਤੇ ਸ਼ਿਕਾਰ ਰਿਹਾ, ਸਭ ਤੋਂ ਜ਼ਿਆਦਾ ਡੈਥਸ ਉੱਥੇ ਹੋਈਆਂ ਨੇ, ਜਿਸ ਕਰਕੇ ਅਮਰੀਕਾ ਦੀ ਇਕੋਨਮੀ ਔਰ ਬਿਜ਼ਨਸ ਕਲਾਸ ਨੂੰ ਬਹੁਤ ਜ਼ਿਆਦਾ ਸੱਟ ਵੱਜੀ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਅਮਰੀਕਾ ਆਪਣੇ ਹਜੇ ਪੱਕੇ ਪੈਰੇ ਨਹੀਂ ਹੋਇਆ, ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ, ਮਹਿੰਗਾਈ ਉੱਥੇ ਹਜੇ ਵੀ ਬਹੁਤ ਜ਼ਿਆਦਾ ਹੈ। ਤੇ ਚੀਨ ਵਿੱਚ ਇੱਕ ਵਾਰੀ ਫਿਰ ਤੋਂ ਉਹੀ ਤਰ੍ਹਾਂ ਦੀ ਸਿਚੁਏਸ਼ਨ ਬਣਨੀ ਸ਼ੁਰੂ ਹੋ ਗਈ ਹੈ ਲੋਕਡਾਊਨਸ ਕਰਕੇ, ਔਰ ਉਹਨਾਂ ਦੀ ਵੀ ਇਕੋਨਮੀ ਜਿਹੜੀ ਹੈ ਉਹ ਹਿੱਲਣ ਲੱਗ ਪਈ ਹੈ, ਕਿਉਂਕਿ ਜਦੋਂ ਤੱਕ ਲੋਕ ਕੰਮ ਨਹੀਂ ਕਰਨਗੇ ਤਾਂ ਪੈਸਾ ਨਹੀਂ ਹੋਏਗਾ, ਪੈਸਾ ਨਹੀਂ ਹੋਏਗਾ ਤਾਂ ਟੈਕਸ ਕਿੱਥੋਂ ਹੋਣੇ ਨੇ, ਟੈਕਸ ਨਹੀਂ ਹੋਣਗੇ ਤਾਂ ਇਕੋਨਮੀ ਫਿਰ ਹਿੱਲੇਗੀ। ਸੋ ਇਹ ਐਟ ਪ੍ਰੈਜ਼ੈਂਟ ਕੀ ਸਿਚੁਏਸ਼ਨ ਬਣੀ ਹੋਈ ਹੈ, ਕਿਉਂਕਿ ਵਾਇਰਸ ਫੈਲ ਰਿਹਾ ਹੈ, ਹਸਪਤਾਲਾਂ 'ਚ ਬੈੱਡ ਨਹੀਂ ਮਿਲਦੇ ਪਏ ਕਿਉਂਕਿ ਲੋਕ ਜ਼ਿਆਦਾ ਨੇ, ਗਿਣਤੀ ਜ਼ਿਆਦਾ ਹੈ ਤੇ ਦਵਾਈਆਂ ਵੀ ਘੱਟ ਹੈਗੀਆਂ ਨੇ। ਇਹ ਹਾਲਾਤ ਗੰਭੀਰ ਨੇ। ਇਸ ਸਿਚੁਏਸ਼ਨ 'ਚ ਕੀ ਉੱਥੇ ਹਾਲਾਤ ਨੇ? ਜਿਸ ਤਰ੍ਹਾਂ ਤੁਸੀਂ ਚਾਈਨਾ ਦੀ ਸਥਿਤੀ ਦੱਸੀ ਹੈ, ਬਿਲਕੁਲ ਹੂਬਹੂ ਉਸੇ ਤਰ੍ਹਾਂ ਦੀ ਗੱਲ ਹੈ ਕਿ ਇਸ ਵੇਲੇ ਜੋ ਕਰੋਨਾ ਵਾਇਰਸ ਆ ਉਹਦਾ ਸਾਰਾ ਉਸੇ ਤਰ੍ਹਾਂ ਫਿਰ ਉੱਥੋਂ ਸ਼ੁਰੂਆਤ ਹੋ ਰਹੀ ਹੈ। ਅੱਗੇ ਵੀ ਆਪਾਂ ਨੂੰ ਪਤਾ ਹੈ ਕਿ ਜਿਹੜਾ ਕਰੋਨਾ 19 ਸੀ ਉਹ ਵੀ ਉੱਥੋਂ ਹੀ ਉਗਮਿਆ, ਉੱਥੇ ਹੀ ਰੌਲਾ ਪਿਆ, ਉੱਥੇ ਸਾਰਾ ਕੁਝ ਹੈਗਾ। ਇਹਦੀ ਮੁਖਾਲਫਤ ਅਮਰੀਕਾ ਨੇ ਕੀਤੀ ਸੀ, ਅਮਰੀਕਾ 'ਚ ਵੀ ਉਹ ਜਾ ਫੈਲਿਆ ਔਰ ਉਹ ਬਾਕੀ ਦੇਸ਼ਾਂ 'ਚ ਵੀ ਆ ਗਿਆ। ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ ਉਹਨੇ ਵੀ ਇਹੀ ਗੱਲ ਕਹੀ ਸੀ ਕਿ ਇਹਦੇ ਵਿੱਚ ਜਿਹੜਾ ਸਾਰਾ ਕੁਝ ਬਾਕੀ ਦੇਸ਼ਾਂ ਨੂੰ ਬੜਾਵੇ 'ਚ ਲੈ ਲਿਆ, ਉਹ ਸਾਰਾ ਕੁਝ ਇਹਦੇ ਵਿੱਚੋਂ ਗਿਆ ਚਾਈਨਾ ਤੋਂ। ਔਰ ਇਟਲੀ ਵੀ ਉਹਦੇ 'ਚ ਉਦੋਂ ਬੜਾ ਨੁਕਸਾਨ ਹੋਇਆ ਉਹਦੇ 'ਚ, ਜਰਮਨ ਬਾਕੀ ਦੇਸ਼ਾਂ 'ਚ ਵੀ ਹੋਇਆ। ਪਰ ਐਤਕੀ ਫਿਰ ਇਹ ਸਾਰੇ ਲੋਕ ਇਸ ਤੋਂ ਸੁਚੇਤ ਹੋ ਗਿਆ, ਇਹ ਤੋਂ ਥੋੜ੍ਹਾ ਜਿਹਾ ਅਲਰਟ ਹੋ ਗਿਆ ਕਿ ਫਿਰ ਦੁਬਾਰਾ ਉਹ ਮਹਾਂਮਾਰੀ, ਉਹ ਫਿਰ ਲੋਕ ਮੌਤ ਦੇ ਮੂੰਹ ਵੱਲ ਧੱਕੇ ਜਾਣਗੇ। ਇਸ ਵੇਲੇ ਪਹਿਲਾਂ ਤਾਂ ਉੱਥੋਂ ਦੀ ਪਬਲਿਕ ਨੇ ਖਾਨਾ ਜੀ ਇਹ ਕੀਤਾ ਸੀ ਕਿ ਪ੍ਰਦਰਸ਼ਨੀ ਕੀਤੀਆਂ, ਡੈਮੋਸਟ੍ਰੇਸ਼ਨ ਕੀਤੀਆਂ ਗੌਰਮੈਂਟ ਦੇ ਅਗੇਂਸਟ ਕਿ ਤੁਸੀਂ ਜੋ ਕੁਝ ਕਰ ਰਹੇ ਜੇ ਹੁਣ ਨਹੀਂ ਉਹ ਸਾਡੇ ਵੱਲ ਆ ਰਿਹਾ ਕੰਮ, ਤੁਸੀਂ ਇਸ ਗੱਲ ਤੋਂ ਬਾਜ਼ ਆ ਜਾਓ ਤਾਂ ਅਸੀਂ ਨਹੀਂ ਤਾਂ ਫਿਰ ਕੰਮ ਕਰਨਾ ਛੱਡ ਦਾਂਗੇ। ਸਰਕਾਰ ਨੇ ਉਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਸਰਕਾਰ ਮੇਰੇ ਖਿਆਲ ਇਹ ਚਾਹੁੰਦੀ ਸੀ ਕਿ ਇੰਨੀ ਪਾਪੂਲੇਸ਼ਨ ਹੈ, ਜੇ ਮਰਦੇ ਤਾਂ ਮਰ ਵੀ ਜਾਣ, ਕੁਛ ਨਹੀਂ, ਇਹ 'ਚ ਘਾਟ ਪੈ ਸਕਦੀ। ਵਿੱਚੋਂ ਪੈਨਸ਼ਨਾਂ ਜਿਹੜੀਆਂ ਦੇ ਰਹੇ ਆ ਬੁਢਾਪੇ ਦੀਆਂ ਉਹ ਵੀ ਘਟ ਜਾਣਗੀਆਂ, ਉਹ 'ਚ ਵੀ ਸਾਡਾ ਨੁਕਸਾਨ ਨਹੀਂ ਹੋਊਗਾ। ਮਾਈਕ ਔਕੜਾਂ ਤੋਂ ਅਸੀਂ ਜੂਝ ਰਹੇ ਹਾਂ, ਇਹਨਾਂ ਨੇ ਇਹ ਵੀ ਸੋਚਿਆ ਹੋਊਗਾ। ਪਰ ਇਸ ਵੇਲੇ ਜਿਹੜੀ ਸਥਿਤੀ ਹੈ, ਅਮਰੀਕਨ ਜਰਨਲਿਸਟ ਹੈ ਉਹਨਾਂ ਦੀ ਰਿਪੋਰਟ ਆ ਕਿ ਜਿੰਨਾ ਉੱਥੇ ਇਸ ਵੇਲੇ ਮੌਤਾਂ ਹੋ ਰਹੀਆਂ, ਲਾਈਨਾਂ ਲੱਗੀਆਂ ਲੋਕਾਂ ਦੀਆਂ ਸ਼ਮਸ਼ਾਨ ਘਾਟ 'ਚ, ਜਿੱਥੇ ਉਹਨਾਂ ਨੇ ਦਫਨਾਉਣਾ ਜਾਂ ਉਹਨਾਂ ਉੱਥੇ ਸੰਸਕਾਰ ਕਰਨੇ ਆ, ਉੱਥੇ ਜਗ੍ਹਾ ਨਹੀਂ ਲੱਭ ਰਹੀ ਜਿੱਦਾਂ ਪਹਿਲੀ ਵਾਰ ਸੀ। ਦੂਜੀ ਵਾਰ ਹਸਪਤਾਲਾਂ 'ਚ ਬੈੱਡ ਹੀ ਖਾਲੀ ਨਹੀਂ ਗਏ। ਤੀਜੀ ਗੱਲ ਉੱਥੇ ਹੈਗੀਆਂ ਲਾਈਨਾਂ ਲੱਗੀਆਂ ਦਵਾਈਆਂ ਲੈਣ ਦੀਆਂ, ਦਵਾਈਆਂ ਵੀ ਨਹੀਂ ਮਿਲ ਰਹੀਆਂ, ਵੈਂਟੀਲੇਟਰਾਂ ਦੀ ਘਾਟ ਹੈ, ਕਈ ਕੁਛ ਹੈਗਾ। ਅੱਜ ਦੀ ਇਹ ਰਿਪੋਰਟ ਹੈ ਜਿਹੜੀ ਅਮਰੀਕਾ ਤੋਂ ਆਈ, ਉੱਥੋਂ ਉਹਨਾਂ ਦੀਆਂ ਅਖਬਾਰਾਂ 'ਚੋਂ ਜਾਂ ਵੀਡੀਓ ਵੀ ਜਾਰੀ ਕੀਤੀ ਉਹਨਾਂ ਨੇ। ਪਰ ਇਹਦੇ ਵਿੱਚ ਚਾਈਨਾ ਜਿਹੜਾ ਉਹਨਾਂ ਦੀ ਸਰਕਾਰ ਆ ਜਿਹੜੀ, ਉਹਨਾਂ ਦੇ ਕੰਨ ਤੋਂ ਜੂ ਨਹੀਂ ਸਰਕੀ ਕਿ ਲੋਕ ਇਸ ਬੇਤਹਾਸ਼ਾ ਇਸ ਮਹਾਂਮਾਰੀ ਦੀ ਫਿਰ ਗੋਦ 'ਚ ਸੌਂ ਰਹੇ ਆ ਮੌਤ ਦੀ ਨੀਂਦ। ਔਰ ਇਹਦੇ ਵਿੱਚ ਖਾਸ ਤੌਰ 'ਤੇ ਉੱਥੋਂ ਦੇ ਜਿਹੜੇ ਨੌਜਵਾਨ ਆ ਉਹਨਾਂ ਨੇ ਮੁੱਦਾ ਚੁੱਕਿਆ ਕਿ ਸਰਕਾਰ ਦਾ ਜਿਹੜਾ ਅਸੀਂ ਡੈਮੋਸਟ੍ਰੇਸ਼ਨ ਅੱਗੇ ਕੀਤੀਆਂ, ਹੁਣ ਫਿਰ ਤੋੜ ਭੰਨ ਕਰਾਂਗੇ, ਬੜਾ ਕੁਝ ਕਰਾਂਗੇ, ਕਿਉਂਕਿ ਓਵਰ ਪਾਪੂਲੇਟਡ ਤਾਂ ਹੈ ਹੀ ਆ ਉੱਥੇ, ਪਾਪੂਲੇਸ਼ਨ ਜਨਸੰਖਿਆ ਪਹਿਲੋਂ ਨਾਲੋਂ ਜ਼ਿਆਦਾ ਹੈ ਔਰ ਹਰ ਦੇਸ਼ 'ਚ ਬੈਠੇ ਆ। ਇਸ ਕਰਕੇ ਜਦੋਂ ਬਾਹਰਲੇ ਦੇਸ਼ਾਂ 'ਚ ਜਾਂਦੇ ਆਪਣੇ ਦੇਸ਼ ਤੋਂ, ਉੱਥੇ ਸਾਰੇ ਵਾਇਰਸ ਆਪ ਨਾਲ ਲੈ ਕੇ ਜਾਂਦੇ, ਉਹ ਫਿਰ ਉਸੇ ਤਰ੍ਹਾਂ ਬਿਮਾਰ ਹੋ ਜਾਂਦੇ ਲੋਕ। ਹੁਣ ਵੀ ਆਪਾਂ ਜਾਣਾ ਚਾਹੀਏ ਕਿਸੇ ਦੇਸ਼ 'ਚ, ਤੇ ਏਅਰਪੋਰਟ 'ਤੇ ਤੁਸੀਂ ਜਾਓਗੇ ਪਹਿਲਾਂ ਤੁਹਾਡੇ ਕੋਲ ਪੁੱਛਿਆ ਜਾਂਦਾ ਕਿ ਤੁਸੀਂ ਇਹ ਇੰਜੈਕਸ਼ਨ ਲੱਗਿਆ ਤੁਹਾਡੇ ਤੇ ਉਹ ਦਿਖਾਓ ਕਿੱਥੇ ਹੈਗਾ, ਫਿਰ ਟੈਸਟ ਵੀ ਹੁੰਦੇ ਆ। ਇਸੇ ਕਰਕੇ ਕਿ ਇਸ ਦੇਸ਼ 'ਚੋਂ ਪਹਿਲੋਂ ਸਾਰਾ ਕੁਝ ਹੋਇਆ ਸੀ, ਹੁਣ ਦੁਬਾਰਾ ਫਿਰ ਨਵੇਂ ਸਿਰੋਂ ਹੋ ਰਿਹਾ। ਅਮਰੀਕਾ ਨੇ ਇਹਦੀ ਰਿਪੋਰਟ ਸਾਰੇ 'ਤੇ ਵਾਇਰਲ ਕਰ ਦਿੱਤੀ ਆ, ਖਾਸ ਤੌਰ 'ਤੇ ਫੇਸਬੁੱਕ 'ਤੇ, YouTube 'ਤੇ, ਜਿੱਥੋਂ ਵੀ ਵੇਖੀ ਜਾ ਸਕਦੀ।
ਬਿਲਕੁਲ ਠੀਕ ਹੈ, ਕਿਉਂਕਿ ਸਾਡੇ ਵੀ ਇੰਡੀਆ ਦੇ ਵਿੱਚ ਹੈਲਥ ਮਿਨਿਸਟਰੀ ਜਿਹੜੀ ਇਸ ਗੱਲ ਨੂੰ ਲੈ ਰਹੀ ਹੈ ਕਿ ਚੀਨ ਦੇ ਵਿੱਚ ਕੇਸਿਸ ਵੱਧ ਰਹੇ ਨੇ, ਬਾਕੀ ਥਾਂ ਦੇ ਉੱਤੇ ਵੀ ਕੇਸਿਸ ਵੱਧ ਰਹੇ ਨੇ, ਇਸ ਕਰਕੇ ਭਾਰਤ ਦੇ ਵਿੱਚ ਵੀ ਸਾਨੂੰ ਕਾਫੀ ਜ਼ਿਆਦਾ ਅਲਰਟ ਰਹਿਣਾ ਚਾਹੀਦਾ। ਤੇ ਨਾਲ ਉਹਨਾਂ ਨੇ ਰਾਹੁਲ ਗਾਂਧੀ ਨੂੰ ਵੀ ਕਿਹਾ ਕਿ ਜਿਹੜੀ ਤੁਸੀਂ ਭਾਰਤ ਜੋੜੋ ਯਾਤਰਾ ਚਲਾਉਂਦੇ ਪਏ ਹੋ, ਉਹ ਭਾਰਤ ਜੋੜੋ ਯਾਤਰਾ ਤੁਸੀਂ ਹਰੇ ਪੋਸਟਪੋਨ ਕਰੋ, ਕਿਉਂਕਿ ਕੇਸਿਸ ਵੱਧਦੇ ਪਏ ਨੇ। ਇਹ ਨਾ ਹੋਵੇ ਕਿ ਕਿਸੇ ਤਰ੍ਹਾਂ ਦੀ ਹੋਰ ਕੋਈ ਮੁਸ਼ਕਿਲ ਖੜੀ ਹੋ ਜਾਵੇ। ਇਹ ਵੀ ਹੈ, ਔਰ ਪੂਰੀ ਦੁਨੀਆ ਦੇ ਵਿੱਚ ਵੀ ਇੱਕ ਤਰ੍ਹਾਂ ਨਾਲ ਅਲਰਟ ਜਾਰੀ ਹੈ। ਹਜੇ ਇਹ ਵਾਇਰਸ ਕਿਤੇ ਗਿਆ ਨਹੀਂ ਨਾ, ਥੋੜਾ ਬਹੁਤ ਠੰਡਾ ਜ਼ਰੂਰ ਪੈ ਗਿਆ, ਪਰ ਇਹਦੇ ਵੇਰੀਏਸ਼ਨਸ ਬਹੁਤ ਆ ਗਏ ਨੇ, ਕਿੰਨੇ ਤਰ੍ਹਾਂ ਦੇ ਓਮਿਕਰੋਨ ਤੱਕ ਇਹਦੇ ਵੇਰੀਏਸ਼ਨਸ ਆ ਚੁੱਕੇ ਨੇ। ਹਮਲੇ ਤੱਕ ਹੋ ਚੁੱਕੇ ਆ, ਥੋੜਾ ਚੌਥਾ ਜਿਹੜਾ ਫਿਰ ਇੱਥੋਂ ਆ ਰਿਹਾ ਚਾਈਨਾ ਤੋਂ, ਉਹ ਓਵਰਆਲ ਖੰਨਾ ਜੀ ਸਾਰੇ ਪਾਸੇ ਇਸ ਕਰਕੇ ਆ ਰਿਹਾ ਕਿ ਚਾਈਨੀ ਹਰ ਜਗ੍ਹਾ ਫੈਲੇ ਆ, ਹਰ ਜਗ੍ਹਾ ਇਹਨਾਂ ਦੀ ਟਰਾਂਸਪੋਰਟ ਵੀ ਚੱਲ ਰਹੀ ਆ, ਦੁਕਾਨਾਂ ਵੀ ਚਲਾ ਰਹੇ ਆ, ਇਹਨਾਂ ਦਾ ਜਿਹੜਾ ਮਾਲ ਆ ਰਿਹਾ ਇਲੈਕਟ੍ਰੋਨਿਕਸ ਦਾ ਉਹ ਵੀ ਹਰ ਕੰਟਰੀ 'ਚ ਆ ਰਿਹਾ, ਉਹਦਾ ਫਿਰ ਇਹ ਮੈਨ ਟੂ ਮੈਨ ਜਾ ਰਿਹਾ ਵਾਇਰਸ। ਜਦੋਂ ਆਪਾਂ ਇੱਕ ਦੂਜੇ ਨੂੰ ਮਿਲਦੇ ਹਾਂ, ਹੱਥ ਮਿਲਾਉਂਦੇ ਹਾਂ, ਗੱਲਾਂ ਕਰਦੇ ਹਾਂ, ਸਾਰਾ ਕੁਝ ਉਸੇ ਤਰ੍ਹਾਂ ਹੋ ਰਿਹਾ। ਇਹ ਸਾਰੇ ਦੇਸ਼ਾਂ 'ਚ ਫੈਲਿਆ ਤੇ ਬਿਮਾਰੀ ਵੀ ਇਸੇ ਤਰ੍ਹਾਂ ਫੈਲ ਜਾਂਦੀ। ਐਕਚੁਅਲੀ ਜਦੋਂ 1990 ਤੋਂ ਬਾਅਦ ਭਾਰਤ ਨੇ ਲਿਬਰਲਾਈਜੇਸ਼ਨ ਦੀ ਪਾਲਿਸੀ ਅਪਣਾਈ ਹੈ ਨਾ, ਖੁੱਲੀ ਮੰਡੀ, ਫ੍ਰੀ ਮਾਰਕੀਟ ਇਕੋਨਮੀ, ਉਸ ਤੋਂ ਬਾਅਦ ਇੰਡੀਆ ਨੇ ਸਰਵਿਸ ਸੈਕਟਰ ਉੱਤੇ ਜ਼ਿਆਦਾ ਜ਼ੋਰ ਦਿੱਤਾ। ਇਸ ਕਰਕੇ ਸਾਡੇ ਮੁੰਡੇ, ਸਾਡੀਆਂ ਕੁੜੀਆਂ ਜਿਹੜੇ ਬਾਹਰ ਵੀ ਵਿਦੇਸ਼ਾਂ ਜਾਂਦੇ ਨੇ, IT ਸੈਕਟਰ ਨੂੰ ਜ਼ਿਆਦਾ ਪ੍ਰੈਫਰ ਕਰਦੇ ਨੇ, ਸਰਵਿਸ ਸੈਕਟਰ ਉੱਤੇ ਜ਼ੋਰ ਦਿੱਤਾ। ਪਰ ਚੀਨ ਨੇ ਬੜੀ ਚਲਾਕੀ ਨਾਲ ਜਿਹੜਾ ਪ੍ਰੋਡਕਟ ਮਾਰਕੀਟ ਹੈ ਉਹਨੂੰ ਸੰਭਾਲ ਲਿਆ। ਉਹ ਛੋਟੀਆਂ-ਛੋਟੀਆਂ ਚੀਜ਼ਾਂ ਬਣਾ ਕੇ ਉਹ ਵੇਚਣੀਆਂ ਸ਼ੁਰੂ ਕੀਤੀਆਂ, ਔਰ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੇ ਮਾਰਕੀਟ ਲੱਭ ਲਈ ਔਰ ਉਸ ਨੂੰ ਆਪਣੀ ਇਕੋਨਮੀ ਦਾ ਬੇਸ ਬਣਾ ਲਿਆ। ਹੁਣ ਜਦੋਂ ਹਰ ਥਾਂ ਦੇ ਉੱਤੇ ਉਹ ਪ੍ਰੋਡਕਟ ਸਪਲਾਈ ਕਰਦੇ ਨੇ, ਖਾਸ ਕਰਕੇ ਇਲੈਕਟ੍ਰੋਨਿਕ ਗੈਜਟਸ, ਸੋ ਤਾਈਵਾਨ ਉਹਨਾਂ ਕੋਲੋਂ ਜ਼ਿਆਦਾ ਤੇਜ਼ ਆ, ਜ਼ਿਆਦਾ ਅੱਗੇ ਹੈ, ਪਰ ਫਿਰ ਵੀ ਦੋਨਾਂ ਦਾ ਟਸਲ ਚੱਲਦੀ ਰਹਿੰਦੀ ਹੈ। ਪਰ ਜਦੋਂ ਚਾਈਨਾ ਨੇ ਪੂਰੀ ਦੁਨੀਆ ਦੇ ਵਿੱਚ ਮਾਰਕੀਟ ਲੱਭ ਲਈ ਆਪਣੀਆਂ ਪ੍ਰੋਡਕਟਸ ਵਾਸਤੇ, ਔਰ ਉੱਥੇ ਲੇਬਰ ਸਸਤੀ ਹੈ, ਤਾਂ ਸਸਤੀਆਂ ਪ੍ਰੋਡਕਟਸ ਬਣਾ ਕੇ ਹਰ ਥਾਂ ਦੇ ਉੱਤੇ ਵੇਚਣਾ, ਪ੍ਰੋਫਿਟ ਕਮਾਉਣਾ, ਤਾਂ ਸਾਰੀ ਦੁਨੀਆ ਵਿੱਚ ਉਹਨਾਂ ਨੇ ਮਾਰਕੀਟ ਲੱਭ ਲਈ। ਇਸ ਕਰਕੇ ਚਾਈਨੀਜ਼ ਹਰ ਥਾਂ 'ਤੇ ਨੇ, ਚਾਈਨੀਜ਼ ਦੀ ਪ੍ਰੋਡਕਟਸ ਹਰ ਥਾਂ 'ਤੇ ਮਿਲਦੀਆਂ ਨੇ, ਔਰ ਇਸ ਕਰਕੇ ਔਰ ਵਾਇਰਸ ਵੀ ਹਰ ਥਾਂ ਦੇ ਉੱਤੇ ਫੈਲਿਆ ਹੋਇਆ, ਜਿਹੜਾ ਚਾਈਨਾ ਤੋਂ ਸ਼ੁਰੂ ਹੋ ਰਿਹਾ, ਜੋ ਸਾਇੰਟਿਸਟ ਦੱਸਦੇ ਨੇ ਕਿ ਉੱਥੋਂ ਓਰੀਜਨ ਮੰਨਿਆ ਜਾਂਦਾ ਹੈ ਵੁਹਾਨ ਤੋਂ ਵਾਇਰਸ ਦਾ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਨਾ, ਇਸ ਵੇਲੇ ਜਿਹੜਾ ਡਿਵਾਈਸ ਆ, ਜਿਹੜਾ ਇਹਨਾਂ ਦਾ ਮੋਬਾਈਲ ਜਿਹੜਾ ਇਹਨਾਂ ਨੇ ਜਿੰਨੇ ਵੀ ਅੱਗੇ ਦਿੱਤੇ ਸੀ, ਸਾਰਾ ਇਹ ਚਾਈਨਾ ਦੀ ਖੋਜ ਸੀ ਕਿ ਚਾਈਨਾ ਨੇ ਅਸੈਂਬਲ ਕੀਤੇ ਆ। ਚਿਪ ਜਿਹੜੀਆਂ ਉਹਦੇ 'ਚ ਪੈ ਰਹੀਆਂ ਉਹ ਵੀ ਉੱਥੋਂ ਇਸ਼ੂ ਹੋ ਰਹੀਆਂ, ਖਾਸ ਤੌਰ 'ਤੇ ਅਮਰੀਕਾ ਤੱਕ ਜਾ ਰਿਹਾ ਇਹਨਾਂ ਦਾ। ਔਰ ਇਹਦੇ ਵਿੱਚੋਂ ਜਿੰਨੇ ਵੀ ਇਸ ਵੇਲੇ ਚੱਲ ਰਹੇ ਆ ਸਾਰੀਆਂ ਕੰਟਰੀਆਂ 'ਚ, ਇੱਥੋਂ ਇਹਨਾਂ ਨੇ ਬਣਾ ਕੇ ਭੇਜੇ ਆ। ਔਰ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਜਦੋਂ ਇਹ ਸਪਲਾਈ ਕਰਦੇ ਆਉਂਦੇ ਜਾਂਦੇ ਦਿੰਦੇ ਆ, ਤਾਂ ਸਾਰਾ ਕੁਝ ਇਸ ਵੇਲੇ ਹਰ ਬੰਦਾ ਮੋਬਾਈਲ ਤੋਂ ਸੱਖਣਾ ਨਹੀਂ, ਹਰ ਬੰਦੇ ਦੇ ਹੱਥ 'ਚ ਮੋਬਾਈਲ ਹੋਊਗਾ। ਪਰ ਕਿੱਥੋਂ ਦੀ ਮੈਨੂਫੈਕਚਰਿੰਗ ਹੈਗੀ ਆ? ਚਾਈਨਾ ਦੀ, ਜਾਪਾਨ ਦੀ ਨਹੀਂ ਹੈਗੀ, ਜਰਮਨ ਦੀ ਨਹੀਂ ਹੈਗੀ, ਇਟਲੀ ਦੀ ਨਹੀਂ ਹੈਗੀ। ਇਸ ਵੇਲੇ ਐਪਲ ਦਾ ਜਿਹੜਾ ਸੀਗਾ ਉਹ ਤਾਂ ਚਲੋ ਕੈਨੇਡਾ ਅਤੇ ਅਮਰੀਕਾ ਵਗੈਰਾ ਇਹਨਾਂ ਨੇ ਜੁਆਇੰਟਰੀ ਕੀਤਾ ਸਾਰਾ ਕੁਝ। ਆਈਫੋਨ ਵੀ ਇਹਨਾਂ ਕੋਲ ਬਣਦੇ ਆ, ਮੋਬਾਈਲ ਵੀ ਪਹਿਲਾਂ ਇਹਨਾਂ ਕੋਲ ਬਣ ਕੇ ਆਉਂਦੇ ਰਹੇ ਆ, ਔਰ ਉਹ ਸਾਡੀ ਬੇਸਿਕ ਨੈਸੈਸਿਟੀ ਬਣ ਗਈ ਸਾਰੇ ਲੋਕਾਂ ਦੀ, ਬੱਚਿਆਂ ਦੀ, ਬੁੜਿਆਂ ਦੀ, ਜਵਾਨਾਂ ਦੀ, ਸਾਰਿਆਂ ਦੀ ਉਹਦੇ ਵਿੱਚ ਹੈ। ਇਹਦੇ ਵਿੱਚ ਵੀ ਇਹ ਖਾਸ ਤੌਰ 'ਤੇ ਮਕਬੂਲੀਅਤ ਹਾਸਲ ਕਰ ਲਈ ਨੇ ਸਾਰੇ ਦੇਸ਼ਾਂ 'ਚ। ਇਹ ਵੀ ਬਿਮਾਰੀ ਫੈਲਾਉਣ 'ਚ ਬਹੁਤ ਵੱਡੀ ਗੱਲ ਹੈਗੀ ਹੈ। ਜਦੋਂ ਮੋਬਾਈਲ ਬਣਾਉਂਦੇ ਕਰਾਉਂਦੇ ਫੈਕਟਰੀਆਂ ਤੋਂ ਆਉਂਦੇ ਆ, ਹੱਥ ਲੱਗੇ ਕਈ ਕੁਛ ਹੈਗਾ ਉਹਦੇ 'ਚ ਵਾਇਰਸ ਇਸੇ ਤਰ੍ਹਾਂ ਡਿਵੈਲਪ ਹੁੰਦਾ। ਇਹ ਗੱਲਾਂ ਵੀ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਐਕਚੁਅਲੀ ਇੰਡੀਡ, ਬਿਕੋਜ਼ ਚਾਈਨਾ ਦੇ ਕਈ ਕੋਲੈਬੋਰੇਟਰਸ ਇੰਡੀਆ ਦੇ ਵਿੱਚ ਆਏ ਨੇ, ਜਿੱਥੇ ਇੱਥੇ ਬਿਜ਼ਨਸ ਪਾਰਟਨਰਸ ਲੱਭ ਕੇ ਇੱਥੇ ਵੀ ਪ੍ਰੋਡਕਸ਼ਨਸ ਉਹਨਾਂ ਨੇ ਸ਼ੁਰੂ ਕੀਤੀਆਂ ਨੇ। ਸੋ ਚਾਈਨੀਜ਼ ਫੈਕਟਰੀਜ਼, ਚਾਈਨੀਜ਼ ਪ੍ਰੋਡਕਟਸ ਹਰ ਥਾਂ ਦੇ ਨੇ, ਇਸ ਕਰਕੇ ਚਾਈਨੀਜ਼ EMPLOYEES ਵੀ ਹਰ ਥਾਂ ਤੇ ਪਹੁੰਚੇ ਹੋਏ ਨੇ, ਸਸਤੀਆਂ ਕਿਉਂਕਿ ਲੇਬਰ ਸਸਤੀ ਹੈ ਉੱਥੇ। ਸੋ ਹੁਣ ਚੀਨ ਤੋਂ ਹੀ ਆਪਾਂ ਇੰਡੀਆ ਦੇ ਆ ਜਾਂਦੇ ਹਾਂ, ਕਿਉਂਕਿ ਚੀਨ ਦੇ ਨਾਲ ਕਾਫੀ ਜ਼ਿਆਦਾ ਖਹਿਬਾਜ਼ੀ ਰਹੀ, ਗਲਵਾਨ ਘਾਟੀ ਦੇ ਵਿੱਚ ਵੀ ਰਹੀ, ਹੁਣ ਤਵਾਂਗ ਦੇ ਵਿੱਚ ਵੀ ਹੁਣ ਰਹੀ ਹੈ, ਉੱਥੇ ਵੀ ਹੁਣ ਜਿੱਥੇ ਹੱਥੋਂ ਪਾਈ ਹੋਇਆ, ਡਾਂਗੋ ਡਾਂਗੀ ਹੋਈ ਉਹਦੇ 'ਚ ਚਾਈਨੀ ਤਾਰ ਟੱਪ ਕੇ ਨਾ, ਐਲਿਸਟਾ ਜਿਹੜੀ ਤਾਰ ਆਪਣੀ ਕੰਟਰੋਲ ਨਿਰੰਤਰ ਰੇਖਾ ਨੂੰ ਟੱਪ ਕੇ ਅੰਦਰ ਆ ਗਏ। ਬਿਲਕੁਲ ਸਹੀ ਗੱਲ ਹੈ। ਤੇ ਹੁਣ ਗੱਲ ਇਹ ਹੈ ਕਿ ਵਾਕਆਊਟ ਕਰਦੀ ਹੈ ਕਈ ਵਾਰ ਓਪੋਜੀਸ਼ਨ ਸਾਡੀ ਪਾਰਲੀਮੈਂਟ ਦੇ ਵਿੱਚ, ਕਿਉਂਕਿ ਵਿੰਟਰ ਸੈਸ਼ਨ ਚੱਲਦਾ ਪਿਆ, ਇਸ ਕਰਕੇ ਹੋਰ ਇਹ ਵੀ ਹੋ ਸਕਦਾ ਕਿ ਹਫ਼ਤਾ ਪਹਿਲਾਂ ਹੀ ਖਤਮ ਹੋ ਜਾਏ। ਇਹ ਵੀ ਇੱਦਾਂ ਦੀਆਂ ਕਿਆਸ ਰਾਈਆਂ ਲੱਗਦੀਆਂ ਪਈਆਂ ਨੇ। ਕਹਿੰਦੇ ਕਿ 29 ਤੋਂ ਪਹਿਲਾਂ 29 ਤੱਕ ਹੋਣਾ ਸੀ, ਹੁਣ ਮੈਨੂੰ ਲੱਗਦਾ ਪਿਆ 23 ਤੱਕ ਹੀ ਖਤਮ ਹੋ ਸਕਦਾ ਹੈ, ਕਿਉਂਕਿ ਇਹ ਅੰਦਾਜ਼ਾ ਲੱਗਦਾ ਪਿਆ। ਔਰ ਵਾਕਆਊਟ ਕਰ ਚੁੱਕੀਆਂ ਨੇ ਇਸ ਮੁੱਦੇ ਦੇ ਉੱਤੇ ਕਿ ਚੀਨ ਦੇ ਉੱਤੇ ਤੁਸੀਂ ਕੋਈ ਡਿਸਕਸ਼ਨ ਨਹੀਂ ਕਰਦੇ ਪਏ, ਔਰ ਖਾਸ ਕਰਕੇ ਕੇਂਦਰ ਦੇ ਉੱਤੇ ਇਲਜ਼ਾਮ ਲੱਗਦਾ ਪਿਆ ਕਿ ਤੁਸੀਂ ਚੀਨ ਨੂੰ ਲੈ ਕੇ ਬੜੇ ਸੌਫਟ ਹੋ, ਤੁਸੀਂ ਉਹ ਸਟੈਪ ਨਹੀਂ ਲੈ ਰਹੇ ਜੋ ਹਾਰਡ ਸਟੈਪਸ ਨੇ, ਔਰ ਸਾਡੀ ਆਰਮੀ ਉਹਨਾਂ ਨਾਲ ਲੜਦੀ ਆ, ਆਰਮੀ ਉਹਨਾਂ ਨਾਲ ਡਾਂਗਾ ਸੋਟੀ ਹੁੰਦੀ ਹੈ, ਕਿਉਂਕਿ ਉਹ ਸਾਡੀ ਸਰਹੱਦ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰਦੇ ਨੇ। ਸੋ ਦੇਖਿਆ ਜਾਵੇ ਚੀਨ ਦਾ ਨਾ ਹਮੇਸ਼ਾ ਆਪਣੇ ਪੜੋਸੀ ਮੁਲਕਾਂ ਦੇ ਨਾਲ ਬਾਰਡਰ ਦਾ ਝਗੜਾ ਰਿਹਾ ਹੀ ਰਿਹਾ, ਸ਼ੁਰੂ ਤੋਂ ਹੀ ਰਿਹਾ, ਔਰ ਜਿਹੜੇ ਬਾਰਡਰਸ ਦੇ ਉੱਤੇ ਦੂਸਰੇ ਮੁਲਕ ਵੀ ਨੇ ਉਹਨਾਂ ਨਾਲ ਵੀ ਝਗੜਾ ਹੈ, ਚਾਹੇ ਉਹ ਲੈਂਡ ਦਾ ਹੋਵੇ, ਚਾਹੇ ਉਹ ਸਮੁੰਦਰ ਦਾ ਇਲਾਕਾ ਹੋਵੇ, ਚਾਹੇ ਉਹ ਹਵਾਈ ਇਲਾਕਾ ਹੋਵੇ, ਇਹਨਾਂ ਦਾ ਹਮੇਸ਼ਾ ਉਹਨਾਂ ਦੇ ਨਾਲ ਖਹਿਬਾਜ਼ੀ ਰਹਿੰਦੀ ਹੈ। ਸੋ ਇਸ ਮੁੱਦੇ ਦੇ ਉੱਤੇ ਕੀ ਨਵੀਆਂ ਡਿਵੈਲਪਮੈਂਟਸ ਨੇ? ਇਹਦੇ ਇੱਕ ਹੈਗਾ ਕਿ ਸੰਸਦ 'ਚ ਰੌਲਾ ਪਿਆ ਜ਼ਰੂਰ, ਕਿਉਂਕਿ ਕੇਂਦਰ ਨੂੰ ਉਹਨਾਂ ਕਿਹਾ ਕਿ ਤੁਸੀਂ ਬੜੀ ਲਾਪਰਵਾਹੀ ਨਾਲੇ ਸਾਰਾ ਜਵਾਬ ਦੇ ਰਹੇ ਜੀ, ਜਦੋਂ ਕਿ ਤੁਸੀਂ ਇਹ ਗੱਲ ਨਹੀਂ ਕਹੀ ਕਿ ਜਿਹੜੀ ਕੰਟਰੋਲ ਰੇਖਾ ਉਹ ਤੋਂ ਜਦੋਂ ਅੰਦਰ ਆ ਕੇ ਇਹਨਾਂ ਨੇ ਅੱਜ ਨਹੀਂ
ਤੁਸੀਂ ਗਲਵਾਨ ਵਾਲੀ ਗੱਲ ਕੀਤੀ, ਉਹਦੇ 'ਚ ਵੀ ਇਹਨਾਂ ਨੇ ਕਿਹਾ, ਤਾਂ ਉਦੋਂ ਪ੍ਰਧਾਨ ਮੰਤਰੀ ਦੀ ਸਟੇਟਮੈਂਟ ਸੀ ਕਿ ਅਸੀਂ ਜਿਹੜੀ ਇਸ ਵੇਲੇ ਪੂਰੇ ਅਲਰਟ ਹਾਂ, ਇਹਦੇ ਵਿੱਚ ਸਾਡੇ ਲਈ ਕੋਈ ਖਤਰਾ ਨਹੀਂ। ਜਦੋਂ ਕਿ 20 ਮੁੰਡੇ ਮਾਰ ਦਿੱਤੇ ਗਏ, ਉਹਦਾ ਕੋਈ ਜ਼ਿਕਰ ਨਹੀਂ ਹੋਇਆ ਕਿ ਕਿਉਂ ਮਾਰੇ ਗਏ। ਨੰਬਰ 2 ਤੇ ਹੁਣ ਜਿਹੜੀ ਤਵਾਂਗ 'ਚ ਹੋਈ ਆ, ਉਹ ਵੀ ਲਾਠੀ ਚਾਰਜ ਆਪੋ 'ਚ ਲੜੇ ਆ ਬੁਰੀ ਤਰ੍ਹਾਂ। ਪਰ ਸਾਡੇ ਜਿਹੜੇ ਸਿੱਖ ਰੈਜੀਮੈਂਟ ਸੀ ਇੰਡੀਆ ਦੀ, ਉਹਨਾਂ ਨੇ ਬੁਰੀ ਤਰ੍ਹਾਂ ਮਾਰਿਆ। ਵੀਡੀਓ ਸ਼ਾਇਦ ਤੁਸੀਂ ਵੇਖੀ ਹੋਗੀ, ਵਾਇਰਲ ਹੋਏ ਸਾਡੇ ਦਰਸ਼ਕ ਜੇ ਦੇਖਣ ਤੋਂ ਤੁਹਾਨੂੰ ਪਤਾ ਹੋਗਾ ਗਾਲੋਂ ਵਾਲੀ ਵੀ ਹੋਏ ਆ। ਅਸੀਂ ਤਾਂ ਸਮਝਦੇ ਹਾਂ ਉਹਨਾਂ ਦੀ ਭਾਸ਼ਾ ਪੰਜਾਬੀਆਂ ਦੀ, ਉਹਨਾਂ ਨੇ ਗਾਲਾਂ ਵੀ ਕੱਢੀਆਂ ਔਰ ਉਹਨਾਂ ਨੇ ਐਸਾ ਉਹਨਾਂ ਨੂੰ ਕੁੱਟਿਆ ਜਿੱਦਾਂ ਡੰਗਰਾਂ ਨੂੰ ਮਾਰੀ ਜਾਂਦਾ ਨੇ, ਇੱਦਾਂ ਮਾਰ ਕੇ ਭਜਾਏ ਆ। ਇਸੇ ਤਰ੍ਹਾਂ ਆਏ ਆ, ਨਹੀਂ ਤਾਂ ਉਹ ਹਾਵੀ ਹੋ ਗਏ ਸੀ। ਉਹ ਹਾਵੀ ਹੋ ਕੇ ਤਾਂ ਅੰਦਰ ਆ ਗਏ ਸੀ। ਅੰਦਰ ਆਉਣ ਨਾਲ ਉਹਨਾਂ ਨੇ ਜਿਹੜੀ ਧਰਤੀ ਦੇ ਜਿੰਨੇ ਤਾਂ ਆਉਂਦੇ ਉਹਨਾਂ ਨੂੰ ਆਕੂਪਾਈ ਕਰਨੀ, ਉਹਨਾਂ ਫਾਇਰਿੰਗ ਕਰਨੀ ਸੀ, ਸਾਰਾ ਕੁਝ ਸੀ। ਪਰ ਇਹਨਾਂ ਨੇ ਸੰਭਾਲ ਲਿਆ ਉਸ ਮੌਕੇ ਨੂੰ। ਪਰ ਇਹਦੇ ਵਿੱਚ ਖੜਕੇ ਜਿਹੜੇ ਪ੍ਰਧਾਨ ਨੇ ਕਾਂਗਰਸ ਦੇ, ਉਹਨਾਂ ਨੇ ਵੀ ਇਹਦੀ ਨੁਕਤਾਚੀਨੀ ਕੀਤੀ ਆ। ਕਾਂਗਰਸ ਪਾਰਟੀ ਦੇ ਸਾਰੇ ਜਿਹੜੇ ਸੰਸਦ ਮੈਂਬਰ ਨੇ ਉਹਨਾਂ ਨੇ ਵੀ ਕੀਤੀ ਆ। ਔਰ ਇਹਦੇ ਵਿੱਚ ਜਿੰਨੀਆਂ ਆਪੋਜੀਸ਼ਨ ਪਾਰਟੀਆਂ ਨੇ ਕਿਹਾ ਕਿ ਤੁਸੀਂ ਤਾਂ ਇਸ ਵੇਲੇ ਲੱਗਦੇ ਲੰਮੀ ਤਾਣ ਕੇ ਸੁੱਤੇ ਜੇ, ਔਰ ਉਧਰ ਚਾਈਨਾ ਰੋਜ਼ ਦਿਹਾੜੀ ਇੱਧਰ ਸਾਡੀ ਆਰਮੀ ਨੂੰ ਤੰਗ ਕਰ ਰਿਹਾ। ਪਰ ਉਹਦੇ ਵਿੱਚ ਜਦੋਂ ਜਿਹੜੀ ਕੰਟਰੋਲ ਰੇਖਾ ਉਹਨੂੰ ਪਾਰ ਕਰਕੇ ਆ ਗਿਆ, ਉਹਦੇ 'ਚ ਤੁਸੀਂ ਕਦੀ, ਸਾਡੇ ਵਿਦੇਸ਼ ਮੰਤਰੀ ਨੇ ਜੈ ਸ਼ੰਕਰ ਜੀ, ਉਹਨਾਂ ਨੇ ਕਦੀ ਕੋਈ ਗੱਲ ਨਹੀਂ ਕੀਤੀ। ਬਾਕੀ ਜਿਹੜੇ ਸੈਕਟਰੀ ਨੇ ਫੋਰਨ ਦੇ, ਉਹਨਾਂ ਕਦੀ ਇਹ ਜ਼ਿਕਰ ਨਹੀਂ ਕੀਤਾ। ਸੰਸਦ ਦਾ ਜਿਹੜਾ ਸਮਾਗਮ ਹੈ, ਇਹਨਾਂ ਗੱਲਾਂ ਲਈ ਹੁੰਦਾ, ਨਾ ਕਿ ਉੱਥੇ ਲੋਕਾਂ ਨੂੰ ਧੱਕਾ ਮੁੱਕੀ ਕਰਨ ਲਈ ਹੁੰਦਾ। ਦੇਸ਼ ਦੇ ਵਿੱਚ ਜਿਹੜੀ ਬਾਹਰਲੀ ਕੋਈ ਪਾਵਰ ਅੰਦਰ ਆ ਰਹੀ ਆ, ਉਹਦਾ ਜ਼ਿਕਰ ਹੁੰਦਾ। ਜਿਹੜੀ ਅੰਦਰੂਨੀ ਗੜਬੜ ਆ, ਉਹਨੂੰ ਕਿੱਦਾਂ ਕੰਟਰੋਲ ਕਰਨਾ, ਵਿਕਾਸ ਦੀਆਂ ਗੱਲਾਂ ਹੁੰਦੀਆਂ, ਉਹਦੇ ਵਿੱਚ ਕਈ ਯੋਜਨਾਵਾਂ ਦੀਆਂ ਗੱਲਾਂ ਹੁੰਦੀਆਂ। ਪਰ ਇਹਨਾਂ ਨੇ ਉਹ ਜ਼ਿਕਰ ਕੀਤਾ ਹੀ ਨਹੀਂ। ਜਦੋਂ ਕਿ ਉਹ ਮੁੰਡੇ ਮੌਤ ਦੇ ਮੂੰਹ 'ਚੋਂ ਨਿਕਲੀ ਆ ਆਰਮੀ ਸਾਡੀ, ਜਿਹੜੀ ਕੁਛ ਤਾਂ ਮੁੰਡੇ ਪੰਜਾਬੀ ਉਹਦੇ 'ਚ ਹੀ, ਬਾਕੀ ਵੀ ਸਾਰੇ ਹਿੰਦੁਸਤਾਨ ਦੇ ਜਿਹੜੇ ਸੁਰੱਖਿਆ ਕਰਮੀ ਨੇ ਉੱਤੇ, ਉਹਨਾਂ ਵਿਚਾਰਿਆਂ ਨੇ ਬੜਾ ਜ਼ਫਰ ਜਾਲਿਆ। ਪਰ ਮੇਰਾ ਖਿਆਲ ਹੈ ਇਹਦਾ ਜ਼ਿਆਦਾ ਰੌਲਾ ਪਿਆ ਪਾਰਲੀਮੈਂਟ 'ਚ। ਹੁਣ ਇਸੇ ਕਰਕੇ ਜਿੱਦਾਂ ਤੁਸੀਂ ਕਿਹਾ ਕਿ ਇਹਦਾ ਜਿਹੜਾ ਸਮਾਗਮ ਆ, ਮੈਨੂੰ ਲੱਗਦਾ ਥੋੜ੍ਹਾ ਜਿਹਾ ਪਹਿਲਾਂ ਇਹਨਾਂ ਨੇ ਸਮਾਗਮ ਨੂੰ ਖਤਮ ਕਰ ਦੇਣਾ, ਤਾਂ ਕਿ 23 ਜਾਂ 24 ਤੱਕ ਇਹ ਖਤਮ ਹੋ ਜੂ। ਹਾਲਾਂਕਿ ਸ਼ਡਿਊਲ ਡੇਟ ਜਿਹੜੀ ਹੈ 29 ਦਸੰਬਰ ਆ। ਔਰ ਉਹਦੇ ਵਿੱਚ ਇਹ ਵੀ ਗੱਲ ਹੈਗੀ ਆ, ਕ੍ਰਿਸਮਸ ਵੀ ਆ ਰਹੀ ਹੈ, ਉਹਦੇ 'ਚ ਵੀ ਛੁੱਟੀਆਂ ਹੋਣੀਆਂ ਜ਼ਰੂਰੀ ਆ। ਕਿਉਂਕਿ ਜਿਹੜੇ ਬਾਹਰਲੇ ਦੇਸ਼ਾਂ ਦੇ ਵੀ ਇੱਥੇ ਨੁਮਾਇੰਦੇ ਬੈਠੇ ਨੇ, ਜਾਂ ਜਿਹੜਾ ਸਿੱਖ ਸੰਮੇਲਨ ਸੀਗਾ, ਹੋਰ ਇਹਦੇ 'ਚ ਅੰਬੈਸੀਆਂ ਦੇ ਜਿਹੜੇ ਕਰਿੰਦੇ ਨੇ ਜਾਂ ਕੰਮ ਕਰਨ ਵਾਲੇ ਕਰਮਚਾਰੀ ਨੇ, ਉਹ ਕ੍ਰਿਸਮਸ ਤੋਂ ਪਹਿਲਾਂ ਹੀ ਜਾਂਦੇ ਆਪਣੇ ਘਰਾਂ ਨੂੰ। ਔਰ ਉਹਦੇ ਵਿੱਚ ਹੁਣ ਖਾਸ ਤੌਰ 'ਤੇ ਛੁੱਟੀਆਂ ਵੀ ਐਲਾਨ ਹੋ ਗਈਆਂ, ਪੰਜਾਬ 'ਚ ਵੀ ਹੋ ਗਈਆਂ, ਇੰਡੀਆ 'ਚ ਵੀ ਛੁੱਟੀਆਂ ਦਾ ਐਲਾਨ ਕਰ ਰਿਹਾ। ਇੱਕ ਸਰਦੀ ਵੀ ਜ਼ਿਆਦਾ ਹੋ ਗਈ ਆ, ਉਹਦਾ ਕਰਕੇ ਵੀ ਸਕੂਲਾਂ ਕਾਲਜਾਂ 'ਚ ਸਾਰੀਆਂ ਪਾਬੰਦੀਆਂ ਲਾਤੀਆਂ ਜਾਣ ਆਉਣ ਦੇ ਬੱਚਿਆਂ ਲਈ। ਔਰ ਪਾਰਲੀਮੈਂਟ ਦੇ ਸੈਸ਼ਨ 'ਚ ਜੋ ਕੁਛ ਹੋਇਆ ਚਾਈਨਾ ਬਾਰੇ, ਉਹ ਦੇਖੋ 1962 ਤੋਂ ਲੈ ਕੇ ਹੁਣ ਤੱਕ ਜਿੱਦਾਂ ਤੁਸੀਂ ਗੱਲ ਕੀਤੀ ਹੈ, ਖੱਖੜਕਈਆ ਪਿਆ ਹੀ ਰਿਹਾ, ਇਹਦਾ ਕਲੀਅਰਿਟੀ ਹੋਈ ਨਹੀਂ। ਉਦੋਂ ਜਵਾਹਰ ਲਾਲ ਨਹਿਰੂ ਜੀ ਸੀ ਪ੍ਰਧਾਨ ਮੰਤਰੀ ਦੇਸ਼ ਦੇ, ਜਦੋਂ ਚਾਈਨਾ ਨਾਲ ਆਪਣਾ ਯੁੱਧ ਹੋਇਆ। ਪਰ ਉਹਦੇ ਵਿੱਚ ਕਈ ਵਿਚਾਰੇ ਬਗੈਰ ਹਥਿਆਰਾਂ ਤੋਂ ਮਾਰੇ ਗਏ ਮੁੰਡੇ, ਉਹਨਾਂ ਨੂੰ ਵੈਪਨ ਸਪਲਾਈ ਨਹੀਂ ਕੀਤੇ। ਉਹ ਬੜੀ ਸੰਘਰਸ਼ਮਈ ਔਰ ਬੜੀ ਜਦੀ ਜਿਹੜੀ ਬੇਰਸੀ ਜਿਹੜੀ ਗੱਲ ਕੀਤੀ ਸੀ ਇਹਨਾਂ ਨੇ, ਕਿ ਉਹਨਾਂ ਨੂੰ ਹਥਿਆਰ ਹੀ ਨਹੀਂ ਪਹੁੰਚਾਏ। ਔਰ ਉਹਦੇ ਤੋਂ ਬਾਅਦ 1962 ਤੋਂ ਬਾਅਦ ਇਹ ਖੱਖੜ ਕੇ ਰਿਹਾ ਅਜੇ ਤੱਕ। ਜਿਹੜੀ ਕੰਟਰੋਲ ਰੇਖਾ ਦਾ ਪਤਾ ਨਹੀਂ ਕਿੱਥੋਂ ਤੱਕ ਹੈਗੀ ਆ, ਪਹਾੜੀ ਏਰੀਆ ਕੁਛ ਉਹਨਾਂ ਕੋਲ, ਆਪਣੇ ਕੋਲ। ਔਰ ਉਹਦੇ ਵਿੱਚ ਨਾ UN ਨੇ ਕੋਈ ਅਜੇ ਤੱਕ ਕੋਈ ਦਲੀਲ ਦਿੱਤੀ ਆ। ਇਸੇ ਕਰਕੇ ਜਦੋਂ ਜੀ ਕਰਦਾ ਕੰਧ ਉਹ ਆਪਣੇ ਆ ਜਾਂਦੇ ਅਗਲੇ ਪਾਸੇ। ਹਾਲਾਂਕਿ ਪਾਕਿਸਤਾਨ ਨਾਲ ਆਪਣੀ ਤਾਰਾਂ ਲੱਗੀਆਂ ਵਾ, ਇੱਧਰ ਤਾਂ ਤਾਰ ਵੀ ਕੋਈ ਨਹੀਂ। ਜਿੱਦਾਂ ਅਮਰੀਕਾ ਅਤੇ ਕੈਨੇਡਾ ਦਾ ਖੁੱਲ੍ਹਾ ਹੀ ਏਰੀਆ ਵਾ, ਜਿੱਧਰ ਮਰਜ਼ੀ ਆਓ, ਜਿੱਧਰ ਮਰਜ਼ੀ ਜਾਓ, ਉਹ ਗੱਲ ਆ। ਐਗਜ਼ੈਕਟਲੀ, ਕਿਉਂਕਿ ਜਿਹੜੇ ਇਹ ਸਾਰੇ ਪੈਸੇ ਖਰਚ ਹੁੰਦੇ ਨੇ ਲੜਾਈਆਂ 'ਤੇ, ਬੰਬਸ 'ਤੇ, ਐਮਿਨੂਸ਼ਨ 'ਤੇ, ਸਾਰੀ ਸਰਹੱਦ ਦੀ ਰਾਖੀ ਦੇ ਉੱਤੇ, ਸਿਆਚਿਨ ਦੇ ਵਿੱਚ ਦੇਖੋ ਮਾਈਨਸ ਦੇ ਉੱਤੇ ਟੈਂਪਰੇਚਰ ਹੁੰਦਾ, ਕਈ ਵਾਰ -23 ਤੱਕ, ਕਈ ਵਾਰ -50 ਤੱਕ ਹੁੰਦਾ। ਉੱਥੇ ਸਾਡੇ ਫੌਜੀ ਬੈਠੇ ਨੇ ਔਰ ਦੂਸਰੇ ਦੇਸ਼ਾਂ ਦੇ ਫੌਜੀ ਵੀ ਬੈਠੇ ਨੇ, ਕਿਉਂਕਿ ਚੀਨ ਦੀ ਸਰਹੱਦ, ਪਾਕਿਸਤਾਨ ਦੀ ਸਰਹੱਦ। ਸੋ ਉਹ ਵੀ ਇਨਸਾਨ ਨੇ, ਉਹਨਾਂ ਦਾ ਹਾਲ ਦੇਖੋ। ਜੇ ਸਾਰੀ ਦੁਨੀਆ 'ਚ ਸ਼ਾਂਤੀ ਹੋਵੇ ਤਾਂ ਇਹ ਸਾਰੇ ਪੈਸੇ, ਇਹ ਸਾਰੀ ਮੈਨ ਪਾਵਰ ਦੇਸ਼ ਦੀ, ਦੁਨੀਆ ਦੀ ਤਰੱਕੀ ਵਾਸਤੇ ਲੱਗੇ। ਇਹ ਸਾਰੀ ਤਬਾਹੀ ਵਾਸਤੇ ਅਸੀਂ ਦੇਖਦੇ ਪਏ ਹਾਂ। ਉੱਥੇ ਵੀ ਜਾਨਾਂ ਜਾਂਦੀਆਂ ਪਈਆਂ ਨੇ। ਪਤਾ ਨਹੀਂ ਇਨਸਾਨ ਕਦੋਂ ਸਮਝਦਾਰ ਹੋਏਗਾ, ਇਹ ਲੜਾਈਆਂ ਝਗੜਿਆਂ ਤੋਂ ਕਦੋਂ ਮੁਕਤੀ ਮਿਲੇਗੀ ਪੂਰੀ ਦੁਨੀਆ ਨੂੰ, ਪੂਰੇ ਸੰਸਾਰ ਨੂੰ। ਨਾ ਤਾਂ ਇਹਨਾਂ ਨੂੰ ਖੇਡਾਂ ਵਾਲੇ ਪਾਸੇ ਧਿਆਨ ਹੁੰਦਾ, ਨਾ ਕਿਸੇ ਲੋਕਾਂ ਦੇ ਭਲੇ ਲਈ ਹੁੰਦਾ। ਕਲਚਰ ਵਾਸਤੇ ਵੀ ਕੋਈ ਧਿਆਨ ਨਹੀਂ। ਮਾਰ ਦਿਓ, ਫੜ ਲਓ, ਕਰ ਲਓ। ਤੁਸੀਂ ਨਿਊਜ਼ੀਲੈਂਡ ਦੇਖੋ, ਨਿਊਜ਼ੀਲੈਂਡ ਜਾ ਕੇ ਦੇਖੋ, ਉਹਨਾਂ ਦੇ ਟੈਂਕ ਸੜਕਾਂ 'ਤੇ ਵੈਸੇ ਖੜੇ ਆ। ਆਰਮੀ ਦੀ ਜਿਹੜੀ ਯੂਨੀਫਾਰਮ ਆ, ਉਹ ਯੂਨੀਫਾਰਮ ਪਾਉਂਦੇ ਹੀ ਨਹੀਂ, ਕਿਉਂਕਿ ਇਸ ਕਰਕੇ ਆਈਲੈਂਡ ਇਸ ਤਰ੍ਹਾਂ ਦਾ ਸ਼ਾਂਤ ਬਿਲਕੁਲ, ਔਰ ਕਿਸੇ ਵੀ ਦੇਸ਼ ਨਾਲ ਉਹਨਾਂ ਦੀ ਲੜਾਈ ਨਹੀਂ ਹੋਈ। ਜੇ ਹੈ ਤਾਂ ਉਹਨਾਂ ਦਾ ਭਾਈਚਾਰਕ ਸਾਂਝ ਬਹੁਤ ਆਸਟ੍ਰੇਲੀਆ ਨਾਲ ਥੋੜ੍ਹਾ ਡਿਸਟੈਂਸ ਹੈ, ਪਰਥ ਵਾਲੇ ਪਾਸਿਓਂ ਦੀ ਐਂਟਰੀ ਉਹਨਾਂ ਦੀ, ਔਰ ਬਾਈ ਸ਼ਿਪ ਉਹ ਆਉਂਦੇ ਜਾਂਦੇ ਇਹਨਾਂ ਨਾਲ। ਜੋ ਕਾਨੂੰਨ ਨਿਊਜ਼ੀਲੈਂਡ ਦਾ ਉਹੀ ਆਸਟ੍ਰੇਲੀਆ ਦਾ, ਉੱਥੇ ਕੋਈ ਲੜਾਈ ਹੁੰਦੀ ਨਹੀਂ ਕਦੇ ਵੀ। ਔਰ ਇਸੇ ਤਰ੍ਹਾਂ ਕਈ ਦੇਸ਼ ਹੈਗੇ ਆ, ਉਹ ਨਹੀਂ ਲੜਦੇ, ਕੁਛ ਨਹੀਂ ਹੁੰਦਾ। ਸਾਡੇ ਨਾਲ ਪਾਕਿਸਤਾਨ ਦਾ ਵੀ ਮੱਥਾ ਲੱਗ ਜਾਂਦਾ, ਲੜਾਈ ਹੁੰਦੀ, ਚਾਈਨਾ ਨਾਲ ਵੀ ਲੜ ਜਾਂਦਾ ਹੈ ਨਾ, ਉਹਦੇ ਨਾਲ ਬੰਗਲਾਦੇਸ਼ ਬਹੁਤ ਦੂਰ ਨਹੀਂ, ਤਾਂ ਬੰਗਲਾਦੇਸ਼ ਨਾਲ ਇਹਨਾਂ ਦੇ 22 ਕਈ ਵਾਰੀ ਲੜਾਈਆਂ ਹੁੰਦੀਆਂ ਰਹੀਆਂ। 71 ਦੀ ਜੰਗ ਵਿੱਚ ਵੀ ਇਹੀ ਹਾਲ ਰਿਹਾ।
ਹੁਣ ਇਹ ਮੁੱਦਾ ਤਾਂ ਲੰਬਾ ਹੈ, ਕਰਨਾ ਜੀ ਫਿਰ ਕਿਤੇ ਗੱਲ ਕਰਾਂਗੇ। ਤੁਸੀਂ ਅਗਲਾ ਮਸਲਾ ਲਓ। ਕਿਉਂਕਿ 71 ਦੀ ਜੰਗ ਤਾਂ ਖੈਰ ਪਾਕਿਸਤਾਨ ਦਾ ਮਸਲਾ ਲਿਆ, ਉੱਥੋਂ ਬੰਗਲਾਦੇਸ਼ ਦਾ ਜਨਮ ਹੋਇਆ। ਉਹ ਪਾਕਿਸਤਾਨ ਸੈਕੰਡ ਪਾਕਿਸਤਾਨ ਸੀ, ਉਹ ਤਾਂ ਇੱਕ ਮਸਲਾ ਹੀ ਅਲੱਗ ਹੋ ਗਿਆ ਜਿਹਦੇ 'ਚ ਇੰਡੀਆ ਦੀ ਆਰਮੀ ਨੇ ਖਾਸ ਤੌਰ ਤੇ ਮਦਦ ਕੀਤੀ ਸੀ, ਬਹੁਤ ਮਦਦ ਕੀਤੀ ਸੀ। ਸੋ ਲੋਕ ਸਭਾ ਦੀ ਗੱਲ ਹੋ ਰਹੀ ਹੈ, ਆਪਾਂ ਲੋਕ ਸਭਾ ਦਾ ਸੈਸ਼ਨ ਵੀ ਕਹਿ ਰਹੇ ਹਾਂ ਜਲਦੀ ਖਤਮ ਹੋ ਜਾਏਗਾ ਸ਼ਾਇਦ, ਤੇ ਉਹਦੇ 'ਚ ਇੱਕ ਮੁੱਦਾ ਚੁੱਕਿਆ ਗਿਆ ਕਿ ਨਸ਼ਿਆਂ ਦੇ ਉੱਤੇ ਕੋਈ ਸਖਤ ਕਦਮ ਚੁੱਕਿਆ ਜਾਵੇ ਸਰਕਾਰਾਂ ਵੱਲੋਂ, ਤਾਂ ਕਿ ਲੋਕ ਸਭਾ ਦੇ ਵਿੱਚ ਮੁੱਦਾ ਚੁੱਕਿਆ ਗਿਆ ਤਾਂ ਕਿ ਨਸ਼ਿਆਂ ਤੋਂ ਨਿਜਾਤ ਮਿਲੇ ਪੂਰੇ ਸਮਾਜ ਨੂੰ। ਡਰੱਗਸ ਬਹੁਤ ਬੁਰੀ ਚੀਜ਼ ਹੈ, ਔਰ ਕਈ ਵਾਰ ਕਿਹਾ ਜਾਂਦਾ ਕਿ ਸਿੰਥੈਟਿਕ ਨਸ਼ਿਆਂ ਦੀ ਜਗ੍ਹਾ ਦੇ ਉੱਤੇ ਜਿਹੜਾ ਸਾਡੇ ਰਿਵਾਇਤੀ ਨਸ਼ੇ ਨੇ ਨਾ, ਅਫੀਮ, ਗਾਂਜਾ, ਉਹ ਹੋਣਾ ਚਾਹੀਦਾ। ਪਰ ਨਸ਼ਾ ਤੇ ਨਸ਼ਾ ਹੈ, ਖੈਰ ਚਲੋ ਉਹ ਨੈਚੁਰਲ ਨੇ, ਇਹ ਸਿੰਥੈਟਿਕ ਹੈ। ਹਾਂਜੀ ਜੀ, ਇਹ ਹੈ ਕਿ ਨਸ਼ਿਆਂ 'ਚ ਤਾਂ ਅੱਗੇ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਗ੍ਰਸਤ ਹੋ ਗਿਆ। ਇਹ 'ਚ ਨੌਜਵਾਨ ਜਿਹੜੇ ਆ ਵਿਚਾਰੇ ਇਸ ਦਲਦਲ 'ਚੋਂ ਫਸ ਗਏ ਆ, ਔਰ ਉਹਦੇ 'ਚ ਕਈ ਕਾਰਨ ਵੀ ਹੈਗੇ ਪਿੱਛੇ, ਕਾਰਨਾਂ ਬਾਰੇ ਆਪਾਂ ਬਾਅਦ 'ਚ ਗੱਲ ਕਰਦੇ ਹਾਂ। ਪਰ ਇਹ ਜਿਹੜੇ MP ਨੇ, ਜਿਹੜੇ ਸੰਸਦ ਮੈਂਬਰ ਨੇ, ਉਹਨਾਂ ਨੇ ਮੁੱਦਾ ਚੁੱਕਿਆ ਕਿ ਜਿਹੜਾ ਵੀ ਡਰੱਗਸ ਆ ਜਿਹਨੂੰ ਕੰਟਰੋਲ ਕਰ ਲਈ, ਜਾਂ ਜਿਹੜਾ ਵੇਚ ਰਹੇ ਉਹਨਾਂ ਨੂੰ ਜ਼ਿਆਦਾ ਨਸ਼ੇ 'ਚ ਲੋਕਾਂ ਨੂੰ ਗਲਤਾਨ ਕਰ ਰਹੇ ਆ, ਉਹਨਾਂ ਦੇ ਸਖਤ ਜਿਹੜੇ ਕਦਮ ਚੁੱਕਣੇ ਚਾਹੀਦੇ ਆ। ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕਰਨਾ ਚਾਹੀਦਾ ਜਿੰਨੇ ਵੀ ਪਿੰਡਾਂ 'ਚ ਵੇਚ ਰਹੇ ਆ। ਔਰ ਪੰਜਾਬ 'ਚ ਖਾਸ ਕਰਕੇ ਬਾਹਰਲੇ ਸੂਬਿਆਂ ਤੋਂ ਆ ਜਾਂਦਾ ਨਸ਼ਾ, ਅਫਗਾਨਿਸਤਾਨ ਤੋਂ ਪਾਕਿਸਤਾਨ, ਪਾਕਿਸਤਾਨ ਤੋਂ ਫਿਰ ਪੰਜਾਬ 'ਚ ਆ ਰਿਹਾ, ਰਾਜਸਥਾਨ 'ਚੋਂ ਆ ਰਿਹਾ, ਰਾਜਸਥਾਨ 'ਚੋਂ ਫੀਮ ਬਹੁਤ ਸਪਲਾਈ ਹੁੰਦੀ ਹੈ, ਹਾਲਾਂਕਿ ਉਹ ਲਾਇਸੈਂਸ ਨਾਲ ਵੇਚ ਰਹੇ ਆ, ਔਰ ਉਹਦੇ 'ਚ ਰਾਜਸਥਾਨ ਤੋਂ ਬਾਅਦ ਦੂਜੇ ਸੂਬਿਆਂ 'ਚ ਵੀ ਪੰਜਾਬ 'ਚ ਆ ਰਿਹਾ। ਅਤੇ ਇਹਦੇ ਕਰਕੇ ਪੰਜਾਬ ਦੇ ਜਿਹੜੇ ਸੰਸਦ ਨੇ ਕੁਝ, ਜਿੱਦਾਂ ਬੀਬੀ ਹਰਸਿਮਰਤ ਕੌਰ, ਇਹਨਾਂ ਨੇ ਮੁੱਦਾ ਬਹੁਤ ਚੁੱਕਿਆ ਉੱਥੇ, ਬਹੁਤ ਇਹਨਾਂ ਨੇ ਸ਼ੋਰ ਸ਼ਰਾਬੇ 'ਚ ਗੱਲ ਕੀਤੀ ਹੈ ਕਿ ਪੰਜਾਬ ਦਾ ਪਹਿਲੋਂ ਬਾਲੀ ਵਾਰਸ ਦੱਸੋ ਕੌਣ ਆ, ਜਿਹਦੇ 'ਚ ਮੁੰਡੇ ਜਿਹੜੇ ਆ ਬਾਹਰਲੇ ਦੇਸ਼ਾਂ 'ਚ ਆਪਣੀ ਜਾਨ ਬਚਾ ਕੇ ਜਾ ਰਹੇ ਆ ਕਿ ਨਸ਼ੇ ਤੋਂ ਬਚ ਜਾਈਏ, ਕਿਉਂਕਿ ਇੱਥੇ ਬਦੋ ਬਦੀ ਜ਼ਬਰਦਸਤੀ ਵੀ ਨਸ਼ਾ ਉਹਨਾਂ ਨੂੰ ਖਵਾਇਆ ਜਾਂਦਾ। ਦੂਜੀ ਗੱਲ, ਉਹਨਾਂ 'ਤੇ ਨਸ਼ੇ ਪਾਏ ਜਾਂਦੇ ਆ, ਕੇਸ ਪਾਏ ਜਾਂਦੇ ਆ, ਕਿਉਂਕਿ ਜਿਹੜੇ ਗੈਂਗਵਾਦ ਆ ਉਹਦੇ 'ਚ ਬੜਾ ਕੁਝ ਹੁੰਦਾ। ਉਹਨਾਂ ਗੱਲਾਂ ਤੋਂ ਬਚਣ ਲਈ ਮੁੰਡੇ ਬਾਹਰ ਜਾ ਰਹੇ ਆ, ਇਸ ਕਰਕੇ ਜਾ ਰਹੇ ਆ ਕਿ ਬਚ ਜਾਈਏ ਇਸ ਜਗ੍ਹਾ ਤੋਂ। ਔਰ ਉਹਦੇ ਮਾਂ ਪਿਓ ਵੀ ਇਹ ਕਹਿ ਰਹੇ ਵੀ ਇੱਥੇ ਪੜ੍ਹਨ ਦਾ ਕੋਈ ਮਤਲਬ ਨਹੀਂ, ਪੈਸਾ ਅਸੀਂ ਤੁਹਾਨੂੰ ਥੋੜ੍ਹਾ ਜਿਹਾ ਜ਼ਿਆਦਾ ਦੇ ਦਾਂਗੇ, ਤੁਸੀਂ ਕੈਨੇਡਾ, ਅਮਰੀਕਾ, ਇੰਗਲੈਂਡ, ਇਹਨਾਂ ਦੇਸ਼ਾਂ ਵਿੱਚ ਜਾਓ ਅਤੇ ਪੜ੍ਹੋ। ਔਰ ਇਸ ਮੁੱਦੇ ਨੂੰ ਬੜਾ ਸੰਗੀਨ ਮੁੱਦਾ ਸਮਝ ਕੇ ਸਾਡੇ ਜਿਹੜੇ MP ਨੇ, ਮੈਂਬਰ ਪਾਰਲੀਮੈਂਟ, ਉਹਨਾਂ ਨੇ ਇਹ ਉੱਥੇ ਜ਼ਿਕਰ ਕੀਤਾ ਪਾਰਲੀਮੈਂਟ 'ਚ। ਇੱਥੇ ਜ਼ਿਆਦਾ ਰੌਲਾ ਵੀ ਪਿਆ, ਔਰ ਰੌਲਾ ਪੈਣ ਨਾਲ ਖਾਸ ਤੌਰ 'ਤੇ ਜਿਹੜੇ ਪੰਜਾਬ ਦੇ MP ਆ, ਉਹਨਾਂ ਨੇ ਰਿਟਨ 'ਚ ਵੀ ਦਿੱਤਾ। ਆਪਣੇ ਜਿਹੜਾ ਓਮ ਬਿਰਲਾ ਜੀ ਨੇ ਸਪੀਕਰ, ਉਹਨਾਂ ਨੂੰ ਕਹਿਤਾ ਕਿ ਆਹ ਦੇਖੋ, ਆਹ ਰਿਟਨ ਸਾਡੇ ਕੋਲ ਹੈਗਾ, ਆਹ ਮੁੱਦੇ ਹੈਗੇ ਆ, ਔਰ ਜਿਸ 'ਚ ਸਾਡਾ ਤੁਸੀਂ ਜਿਹੜਾ ਕਰ ਰਹੇ ਜੇ ਕਿ ਇਹਨੂੰ ਆਹ ਸਜ਼ਾ ਹੋਣੀ ਚਾਹੀਦੀ ਹੈ, ਅਤੇ ਜੇ ਇੰਪਲੀਮੈਂਟ ਕਰਨਾ ਤਾਂ ਤੁਸੀਂ ਇਹਦੇ ਬਾਰੇ ਕੋਈ ਕਾਨੂੰਨ ਪਾਸ ਕਰੋ। ਇਹ ਗੱਲ ਹੋਈ ਹੈ ਕਿ ਕਾਨੂੰਨ ਪਾਸ ਕਰਕੇ ਉਹ 'ਚ ਬਹੁਮਤ ਕਿਹਦਾ ਹੈਗਾ, ਉਹਦੇ ਕੇਵਲ ਸਿਰਫ ਪੰਜਾਬ 'ਚ ਨਹੀਂ ਹੈਗਾ, ਬਾਹਰਲੇ ਸੂਬਿਆਂ 'ਚ ਵੀ ਬਹੁਤ ਮਾੜੀ ਹਾਲਤ ਹੈ। ਇਹਦੇ ਬਾਰੇ ਇਹਨਾਂ ਨੇ ਆਵਾਜ਼ ਬੁਲੰਦ ਕੀਤੀ ਹੈ, ਅੱਛੀ ਗੱਲ ਹੈ। ਜੇ ਪਾਰਲੀਮੈਂਟ 'ਚ ਇਹ ਗੂੰਜ ਜਾਏਗਾ ਮੁੱਦਾ, ਰੌਲਾ ਪਊਗਾ, ਅਤੇ ਥੋੜ੍ਹਾ ਬਹੁਤ ਕੰਟਰੋਲ ਹੋਊਗਾ ਪੰਜਾਬ 'ਚ ਵੀ। ਖਾਸ ਤੌਰ 'ਤੇ ਇੱਥੇ ਜਵਾਨੀਆਂ ਬਰਬਾਦ ਹੋ ਗਈਆਂ ਸਾਰੇ ਪਾਸੇ। ਜੀ, ਐਕਚੁਅਲੀ ਨਾ ਪੰਜਾਬ ਨੂੰ ਇੱਕ ਤਰ੍ਹਾਂ ਨਾਲ ਬਦਨਾਮ ਕੀਤਾ ਜਾ ਰਿਹਾ। ਕਦੀ ਫਿਲਮ ਆ ਜਾਂਦੀ ਹੈ ਉੜਦਾ ਪੰਜਾਬ, ਔਰ ਇੱਦਾਂ ਦੀਆਂ ਸਾਰੀਆਂ ਗੱਲਾਂ ਹੁੰਦੀਆਂ, ਜਦ ਕਿ ਬਾਕੀ ਸੂਬਿਆਂ ਦੇ ਵਿੱਚ ਕਈ ਵਾਰ ਦੇਖਿਆ ਜਾਂਦਾ ਕਿ ਪੰਜਾਬ ਤੋਂ ਜ਼ਿਆਦਾ ਨਸ਼ੇ। ਸਹੀ ਗੱਲ। ਔਰ ਬਾਕੀ ਰਹੀ ਗਵਰਨਮੈਂਟ ਦੀ ਪਾਲਿਸੀ, ਦੇਖੋ ਉਹ ਆਵਾਜ਼ ਉਠਾਉਂਦੇ ਨਾ, ਉਹ ਆਵਾਜ਼ ਉਠਾਉਂਦੇ ਨੇ, ਸਾਡੇ ਬੋਲਦੇ ਆ। ਸ਼ਰਾਬ ਦੀ ਵਿਕਰੀ ਵਧਾਉਣ ਵਾਸਤੇ ਹੋਰ ਠੇਕੇ ਖੋਲ੍ਹੋ, ਠੀਕ ਹੈ, ਔਰ ਹਰ ਥਾਂ ਦੇ ਉੱਤੇ ਇਹ ਵੀ, ਕਿਉਂਕਿ ਇਹਦੇ ਉੱਤੋਂ ਐਕਸਾਈਜ਼ ਡਿਊਟੀ ਜ਼ਿਆਦਾ ਮਿਲਦੀ ਹੈ, ਖਜ਼ਾਨੇ ਦੇ ਵਿੱਚ ਪੈਸਾ ਆਉਂਦਾ, ਇਸ ਕਰਕੇ ਲੋਕਾਂ ਨੂੰ ਸ਼ਰਾਬ ਪਿਲਾਓ। ਉਹਦੇ ਉੱਤੇ ਲਿਖ ਦਿਓ ਸ਼ਰਾਬ ਪੀਣਾ ਸਿਹਤ ਵਾਸਤੇ ਜਾਣਕਾਰੀ ਦੇ ਦਿਓ ਕਿ ਸਿਹਤ ਵਾਸਤੇ ਖਤਰਨਾਕ ਹੈ, ਹਾਨੀਕਾਰਕ ਹੈ। ਠੀਕ ਉਸੇ ਤਰ੍ਹਾਂ ਹੁਣ ਜੇ ਤੰਬਾਕੂ ਦੀ ਗੱਲ ਕਰੀਏ ਤਾਂ ਬੀੜੀ ਦਾ ਜਿਹੜਾ ਉਦਯੋਗ ਹੈ ਉਹਦੇ 'ਚ ਸਭ ਤੋਂ ਜ਼ਿਆਦਾ ਲੋਕ ਲੱਗੇ ਹੋਏ ਨੇ, ਬੱਚੇ ਵੀ ਉਸ ਉਦਯੋਗ ਦੇ ਵਿੱਚ ਕੰਮ ਕਰਦੇ ਨੇ, ਇਸਤਰੀਆਂ ਵੀ ਕਰਦੀਆਂ ਨੇ। ਜੇ ਬੀੜੀ ਦਾ ਉਦਯੋਗ ਬੰਦ ਕਰ ਦਿਓ ਤਾਂ ਇੰਪਲੋਇਮੈਂਟ ਖਤਮ ਹੋ ਜਾਏਗੀ, ਜਦਕਿ ਅੰਦਰ ਖਾਤੇ ਇਹ ਦੇਖਿਆ ਜਾਂਦਾ ਕਿ ਬੀੜੀ ਦੇ ਉਦਯੋਗ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਪ੍ਰੋਡਕਸ਼ਨ ਕਰਨ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਮਿਲੇ। ਔਰ ਦਿਖਾਉਣ ਵਾਸਤੇ ਕੀ ਕੀਤਾ ਜਾਂਦਾ ਕਿ ਜਿਹੜੀਆਂ ਮਹਿੰਗੀਆਂ ਸਿਗਰਟਾਂ ਨੇ ਉਹਨਾਂ ਦਾ ਰੇਟ ਵਧਾ ਦਿਓ ਕਿ ਲੋਕਾਂ ਨੂੰ ਲੱਗੇ ਕਿ ਦੇਖੋ ਤੰਬਾਕੂ ਨੂੰ ਕੰਟਰੋਲ ਕੀਤਾ ਜਾ ਰਿਹਾ। ਉਹਨਾਂ ਦਾ ਰੇਟ ਵਧਾਓਗੇ ਤਾਂ ਜਿਹੜੀ ਅਮੀਰ ਕਲਾਸ ਹੈ ਉਹ ਜੇ 15 ਰੁਪਏ ਦੀ ਸਿਗਰਟ ਉਹ 20 ਰੁਪਏ ਦੀ ਵੀ ਖਰੀਦ ਸਕਦੇ, ਉਹਨਾਂ ਕੋਲ ਪੈਸਾ ਆਮ ਹੈਗਾ। ਬਲੈਕ ਮਨੀ ਤਾਂ ਸਾਡੇ ਕੋਲ ਭਰੀ ਪਈ ਹੈ, ਬਲੈਕ ਮਨੀ ਦੇ ਆਧਾਰ ਦੇ ਤੁਸੀਂ ਖਰੀਦ ਸਕਦੇ ਹੋ। ਸਹੀ ਗੱਲ। ਸੋ ਲੋਕਾਂ ਨੂੰ ਦਿਖਾਉਣ ਵਾਸਤੇ ਜਿਹੜੀਆਂ ਮਹਿੰਗੀਆਂ ਸਿਗਰਟਾਂ ਨੇ ਉਹਨਾਂ ਦਾ ਰੇਟ ਵਧਾ ਦਿੰਦੇ ਨੇ ਤਾਂ ਕਿ ਲੋਕਾਂ ਨੂੰ ਲੱਗੇ ਗਵਰਨਮੈਂਟ ਨੇ ਬੜਾ ਸਖਤ ਕਦਮ ਚੁੱਕਿਆ। ਤੇ ਅਸਲ ਵਿੱਚ ਜਿੱਥੇ ਕਦਮ ਚੁੱਕਣਾ ਹੈ ਉੱਥੇ ਕਦਮ ਨਹੀਂ ਚੁੱਕਣਾ, ਕਿਉਂਕਿ ਉੱਥੇ ਇੰਪਲੋਇਮੈਂਟ ਆ। ਸੋ ਇਹ ਚੀਜ਼ਾਂ ਵੀ ਮਾਹਿਰ ਡਿਸਕਸ ਕਰਦੇ ਨੇ ਤਾਂ ਉਹ ਕਹਿੰਦੇ ਨੇ ਕਿ ਕਿਤੇ ਨਾ ਕਿਤੇ ਅਸੀਂ ਦੇਖਦੇ ਹਾਂ ਕਿ ਨਸ਼ਿਆਂ ਨੂੰ ਵਧਾਉਣ ਦੇ ਵਿੱਚ ਗਵਰਨਮੈਂਟ ਦੀਆਂ ਪਾਲਿਸੀਜ਼ ਜਿਹੜੀਆਂ ਨੇ ਉਹ ਵੀ ਸਹਾਇਕ ਸਿੱਧ ਹੋ ਰਹੀਆਂ ਨੇ ਬਜਾਏ ਨਸ਼ਿਆਂ ਨੂੰ ਰੋਕਣ ਦੇ। ਇਹ ਵੀ ਐਕਸਪਰਟਸ ਜਿਹੜੀ ਸਾਰੇ ਐਨਾਲਿਸਿਸ ਕਰਦੇ ਨੇ, ਜੋ ਮੈਂ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ ਐਨਾਲਿਸਿਸ, ਬੀੜੀਆਂ ਨੂੰ ਲੈ ਕੇ, ਵੱਡੀਆਂ ਸਿਗਰਟਾਂ ਨੂੰ ਲੈ ਕੇ ਔਰ ਸ਼ਰਾਬ ਨੂੰ ਲੈ ਕੇ, ਇਹ ਐਕਸਪਰਟਸ ਦਾ ਐਨਾਲਿਸਿਸ ਹੈ। ਜਿਸ ਤਰ੍ਹਾਂ ਤੁਸੀਂ ਦੱਸਿਆ, ਇਹਦੇ ਨਾਲ ਦੇਖੋ ਜੇ ਤੰਬਾਕੂ ਆ,
ਖੇਤਾਂ 'ਚ ਉੱਗ ਰਿਹਾ। ਯੂਪੀ ਬਿਹਾਰ 'ਚ ਤੁਸੀਂ ਦੇਖੋਗੇ ਦੂਰ ਤੱਕ ਨਜ਼ਰ ਆਉਂਦੇ ਆ ਤੰਬਾਕੂ ਦੇ ਖੇਤ। ਨੰਬਰ 2 ਤੇ ਸਾਡਾ ਗੁਆਂਢੀ ਪ੍ਰਦੇਸ਼ ਹੈ ਰਾਜਸਥਾਨ, ਇੱਥੇ ਅਫੀਮ ਦੀ ਖੇਤੀ ਹੁੰਦੀ ਹੈ ਹਾਂਜੀ। ਔਰ ਯੂਪੀ ਬਿਹਾਰ 'ਚ ਵੀ ਅਫੀਮ ਦੀ ਖੇਤੀ ਹੁੰਦੀ ਹੈ ਔਰ ਉਹ ਲਾਇਸੈਂਸ ਨਾਲ ਹੁੰਦੀ ਹੈ ਔਰ ਉਹ ਨਸ਼ਾ ਨਹੀਂ ਹੈਗਾ, ਭੰਗ ਨਸ਼ਾ ਨਹੀਂ ਹੈਗਾ। ਹਰ ਜਗ੍ਹਾ ਤੇ ਉਹ ਹੈਗਾ। ਜੇ ਸਰਕਾਰ MP ਬੋਲਦੇ ਆ ਪਹਿਲਾਂ ਖੇਤੀ ਜਿਹੜੀ ਹੋ ਰਹੀ ਆ ਉੱਤੇ ਤੇ ਕੰਟਰੋਲ ਇਹਨਾਂ ਨੂੰ ਕਰਨਾ ਚਾਹੀਦਾ ਨਾ। ਅਜੇ ਇਹ ਹੈਗਾ, ਰੱਬ ਦਾ ਸ਼ੁਕਰ ਹੈ ਕਿ ਪੰਜਾਬ 'ਚ ਜਿਹੜੇ ਆ ਨਸ਼ੇ ਉੱਗਦੇ ਨਹੀਂ ਗੇ, ਬਾਹਰੋਂ ਆ ਰਹੇ ਆ, ਜਿੱਦਾਂ ਸਿੰਥੈਟਿਕ ਨਸ਼ੇ ਆ ਰਹੇ ਜਾਂ ਦੂਜੇ ਆ ਰਹੇ ਆ। ਜੇ ਕਿਤੇ ਇੱਥੇ ਖੇਤੀ ਹੋਣ ਲੱਗ ਪਈ ਤਾਂ ਇਹ ਤਾਂ ਲੋਕ ਕਮਲੇ ਹੋ ਜਾਣਗੇ। ਜਿੱਦਾਂ ਹੁਣ ਜਿਹੜਾ ਗੁਰੂ ਕੀ ਲਾਡਲੀ ਫੌਜ ਹੈ, ਭੰਗ ਤਾਂ ਲੈਂਦੇ ਆ, ਭੰਗ ਜਿਹੜੀ ਆਮ ਉੱਗ ਆਉਂਦੀ ਆ ਜਾਂ ਖੇਤਾਂ 'ਚ ਉੱਗ ਆਉਂਦੀ ਆ, ਵੱਟਾਂ ਬੰਨਿਆਂ 'ਤੇ ਉੱਗ ਆਉਂਦੀ ਆ, ਉਹ ਇਹ ਖਾਂਦੇ ਆ, ਸਾਰਾ ਕੁਛ ਹੈਗਾ। ਚਲੋ ਉਹਦੇ ਨਾਲ ਇਹ ਹੈਗਾ ਕਿ ਵਰਜਿਸ਼ ਕਰਦੇ ਆ, ਘੋੜਿਆਂ ਦੀ ਸਵਾਰੀਆਂ ਕਰਦੇ ਆ, ਕਈ ਕੁਛ ਹੈਗੇ ਆ। ਉਹ ਤਾਂ ਗੁਰੂ ਕੀ ਲਾਡਲੀ ਫੌਜ। ਜਿਹੜੇ ਬੱਚੇ ਜਵਾਨ ਹੈਗੇ ਆ ਜਾਂ ਜਿਹੜੇ ਪੜ੍ਹ ਰਹੇ ਆ ਯੂਨੀਵਰਸਿਟੀਆਂ 'ਚ, ਉਹ ਹੁਣ ਜੇ ਬੀਬੀ ਹਰਸਿਮਰਤ ਨੇ ਕਿਹਾ ਕਿ ਉਹਨਾਂ ਦੀ ਇਹ ਸਟੇਟਮੈਂਟ ਹੈ ਕਿ ਸਕੂਲਾਂ ਤੇ ਕਾਲਜਾਂ 'ਚ ਵੀ ਨਸ਼ਾ ਆ ਗਿਆ ਜੀ, ਬੱਚੇ ਵੀ ਆ ਗਏ ਇਹਦੇ 'ਚ, ਇਸ ਇਨਵੋਲਵਮੈਂਟ ਉਹਨਾਂ ਦੀ ਵੀ ਹੋ ਗਈ ਆ। ਇਹਦੇ ਲਈ ਜਾਂਦੇ ਵੀ ਸਾਡੇ ਲਈ ਵਾਸਤਾ ਵਾ, ਤੁਹਾਡੇ ਅੱਗੇ ਬੇਨਤੀ ਆ ਕਿ ਇਹਨੂੰ ਕੰਟਰੋਲ ਕਰੋ। ਕੇਵਲ ਪੰਜਾਬ ਨੇ, ਜਿੱਦਾਂ ਤੁਸੀਂ ਗੱਲ ਕੀਤੀ ਹੈ ਵੀ ਪੰਜਾਬ ਦਾ ਰੌਲਾ ਐਵੇਂ ਪੈ ਜਾਂਦਾ, ਪਰ ਬਾਹਰਲੇ ਸੂਬਿਆਂ 'ਚ ਵੀ ਬਹੁਤ ਜ਼ਿਆਦਾ ਉਹ ਗੱਲ ਨੂੰ ਉਛਾਲਦੇ ਘੱਟ ਆ। ਅਸੀਂ ਰੌਲਾ ਪਹਿਲਾਂ ਪਾ ਦਿੰਦੇ ਹਾਂ, ਪਰ ਉਹ ਰੌਲਾ ਪਾਉਣ ਦੇ ਬਾਅਦ ਵੀ ਪੰਜਾਬ 'ਚ ਕੋਈ ਕੰਟਰੋਲ ਨਹੀਂ ਹੁੰਦਾ। ਤੁਸੀਂ ਦੇਖੋ ਚੰਡੀਗੜ੍ਹ ਦੇ ਵਿੱਚ ਉਹ ਬੱਚਿਆਂ ਦੇ ਪਾਰਲੀਮੈਂਟ ਨੇ ਇਹ ਮੁੱਦਾ ਚੁੱਕਿਆ ਕਿ ਸਕੂਲਾਂ ਦੇ ਬਾਹਰ, ਕਾਲਜਾਂ ਦੇ ਬਾਹਰ ਜਿਹੜਾ ਨਸ਼ਾ ਵਿਕਦਾ ਹੈ ਉਹਦੇ ਉੱਤੇ ਐਕਸ਼ਨ ਲਿਆ ਜਾਵੇ, ਔਰ ਐਕਸ਼ਨ ਲਿਆ ਗਿਆ। ਹੁਣ ਫਿਲਹਾਲ ਦੇਖੋ ਕਿੱਥੋਂ ਤੱਕ ਕਾਮਯਾਬ ਹੁੰਦੇ ਨੇ। ਔਰ ਦੂਸਰਾ ਜੋ ਇਹ ਜ਼ੀਰਾ ਫੈਕਟਰੀ ਜਿਹੜੀ ਸ਼ਰਾਬ ਫੈਕਟਰੀ ਹੈ ਉਹਦੇ ਬਾਹਰ ਬੈਠੇ ਹੋਏ ਨੇ, ਦੇਖੋ ਉਹਦਾ ਕਿੰਨਾ ਰੌਲਾ ਪੈ ਗਿਆ, ਧਰਨਾ ਲੱਗਾ ਹੋਇਆ, ਉਹ ਪਾਣੀ ਖਰਾਬ ਹੋ ਰਿਹਾ। ਔਰ ਵਿੱਚੋਂ ਇਹ ਵੀ ਗੱਲਾਂ ਕਈ ਕਰਦੇ ਨੇ ਥੋੜੀ ਆਵਾਜ਼, ਹਲਕੀ ਆਵਾਜ਼ ਦੇ ਵਿੱਚ, ਕਿ ਇੱਥੇ ਕਿਤੇ ਚਿੱਟਾ ਵੀ ਬਣਦਾ ਸੀ ਜਿਹੜਾ ਸਿੰਥੈਟਿਕ ਨਸ਼ਾ ਹੈ। ਚਿੱਟੇ ਦੇ ਤਾਂ ਐਰੋਮਾਰਕ ਵੀ ਦਿੱਤੇ ਰਹੇ ਆ। ਮਾਲਵੇ ਦੇ ਵਿੱਚ ਲਿਖਿਆ ਵੀ ਚਿੱਟਾ ਇੱਧਰ ਮਿਲਦਾ, ਐਰੋਮਾਰਕ ਦਿੱਤਾ, ਉਧਰ ਹੱਥ ਦਿੱਤਾ, ਉਹ ਪਤਾ ਹੀ ਨਹੀਂ ਲੋਕਾਂ ਨੂੰ। ਔਰ ਉਹਦੇ ਵਿੱਚ ਸਰਪੰਚਾਂ ਨੇ, ਪੰਚਾਂ ਨੇ ਕਈ ਵਾਰੀ ਕੀਤੀਆਂ ਸ਼ਿਕਾਇਤਾਂ, ਪਰ ਉਹ 'ਚ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ। ਜਿੱਦਾਂ ਤੁਸੀਂ ਕਹਿੰਦੇ ਇੰਪਲੀਮੈਂਟ ਨਹੀਂ ਹੁੰਦਾ, ਕਈ ਵਾਰੀ ਨਾਅਰੇ ਹੋ ਜਾਂਦੇ ਆ, ਪਾਰਲੀਮੈਂਟ 'ਚ ਸਾਰਾ ਕੁਝ ਹੋ ਜਾਂਦਾ, ਸਾਰਾ ਇਸ਼ੂ ਡਿਸਕਸ ਹੁੰਦਾ, ਕੋਰਟ ਦੇ ਵੱਲੋਂ ਵੀ ਆਰਡਰਸ ਹੋ ਜਾਂਦੇ ਨੇ, ਆਰਡਰ ਹੋ ਜਾਂਦੇ ਆ, ਪਰ ਇਹ ਇੰਪਲੀਮੈਂਟ ਨਹੀਂ ਹੁੰਦੇ। ਜਿਹੜਾ ਇੰਪਲੀਮੈਂਟ ਕਰਨਾ ਪੁਲਿਸ ਵਾਲੇ ਤਾਂ ਆਵੇ ਦੇ ਗ੍ਰਿਫਤ 'ਚ ਆ ਜਾਂਦੇ ਆ। ਤੁਹਾਨੂੰ ਪਤਾ ਫਲੋਰ ਏਜੰਸੀ ਜਿੱਥੇ ਟ੍ਰੇਨਿੰਗ ਸੈਂਟਰ ਪੁਲਿਸ ਦਾ, ਉੱਥੇ ਕਈ ਪੁਲਿਸੀਏ ਫੜੇ ਗਏ ਜਿਨ੍ਹਾਂ ਦੇ ਕੋਲੋਂ ਨਸ਼ਾ ਬਰਾਮਦ ਹੋ ਗਿਆ। ਜਿਹੜਾ ਹੁਣ ਨਾਲ ਇੱਕ ਗੰਨਾ ਪਿੰਡ ਹੈਗਾ, ਉੱਥੋਂ ਉਹ ਨਸ਼ਾ ਲਿਆ ਕੇ ਵੇਚਦੇ ਸੀਗੇ। ਖੁਦ ਆਪ ਜਿਹੜੇ ਇੰਸਪੈਕਟਰ, ਸਬ ਇੰਸਪੈਕਟਰ ਉਹ ਹੋ ਗਏ ਜਿਹੜੇ ਅੰਡਰ ਟ੍ਰੇਨਿੰਗ ਹੈ। ਅਤੇ ਤੁਸੀਂ ਕੀ ਕਰੋਗੇ, ਕਿਹਨੂੰ ਕਹੋਗੇ ਕਿ ਬਚਾਉਣਾ ਅਤੇ ਕਿਹਨੂੰ ਨਹੀਂ ਬਚਾਉਣਾ। ਇਹ ਕਈ ਵਾਰੀ ਇੱਦਾਂ ਦੀ ਹਫੜਾ ਦਫੜੀ ਪੈ ਜਾਂਦੀ ਹੈ। ਉਹ ਕਾਨੂੰਨ ਕੋਈ ਹੈ, ਜੁਡੀਸ਼ਰੀ ਤੁਸੀਂ ਗੱਲ ਕੀਤੀ ਹੈ, ਇੰਪਲੀਮੈਂਟੇਸ਼ਨ ਕਿਹਨੇ ਕਰਨੀ ਹੈਗੀ ਆ। ਜਿਹੜਾ ਕਰ ਰਿਹਾ, ਜਿਹੜਾ ਪਾਬੰਦ ਹੈਗਾ, ਉਹ ਹੋਰ ਬੰਦਾ ਹੈਗਾ, ਉਹ ਤਰੀਕੇ ਨਾਲ ਕਰੀ ਜਾਂਦਾ, ਵੇਚੀ ਜਾਂਦਾ। ਕਿਹੜਾ ਪਿੰਡ ਹੈ ਜਿੱਥੇ ਨਸ਼ਾ ਨਹੀਂ ਵਿਕਦਾ? ਇਹ ਪੁਲਿਸ ਨੂੰ ਨਹੀਂ ਪਤਾ ਕਿ ਕੀ ਹੋ ਰਿਹਾ। ਵਿੱਚ ਮਿਲੇ ਹੋਏ ਲੋਕ ਨੇ, ਕਾਲੀਆਂ ਭੇਡਾਂ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਇਹ ਸਭ ਮਿਲੇ ਹੋਏ ਨੇ ਔਰ ਪਬਲਿਕ ਨੂੰ ਦਿਖਾਉਣ ਵਾਸਤੇ ਕੋਈ ਗੱਲ ਕਰ ਦਿੰਦੇ ਨੇ ਕਿ ਪਬਲਿਕ ਖਿਲਾਫ ਨਾ ਹੋ ਜਾਏ, ਪਬਲਿਕ ਕਵੇ ਕਿ ਸਰਕਾਰ ਨੇ ਕਦਮ ਚੁੱਕੇ ਨੇ। ਜ਼ਿਆਦਾਤਰ ਲੋਕ ਜਿਹੜੇ ਨੇ ਉਹ ਮਿਲੇ ਹੋਏ ਨੇ, ਇਹ ਐਕਸਪਰਟਸ ਮੰਨਦੇ ਨੇ। ਇਸ ਕਰਕੇ ਜਿਨ੍ਹਾਂ ਦੇ ਹੱਥ 'ਚ ਗੇਮ ਹੈ ਉਹ ਆਪਣੀ ਤਰ੍ਹਾਂ ਨਾਲ ਖੇਡਦੇ ਨੇ, ਅਤੇ ਜਿਨ੍ਹਾਂ ਦਾ ਵੱਸ ਨਹੀਂ ਚੱਲਦਾ ਉਹ ਵਿਚਾਰੇ ਬੈਠੇ ਨੇ। ਉਹ ਭਾਵੇਂ ਕਿਤੇ ਵੱਡੇ ਅਹੁਦੇ 'ਤੇ ਬੈਠੇ ਨੇ, ਉਹਨਾਂ ਦਾ ਵੱਸ ਨਹੀਂ ਚੱਲਦਾ ਪਿਆ, ਇਸ ਕਰਕੇ ਉਹ ਕੁਝ ਨਹੀਂ ਕਰਦੇ ਪਏ, ਅੰਦਰੋਂ ਦੁਖੀ ਨੇ ਕਿ ਅਸੀਂ ਕੀ ਕਰੀਏ। ਇਹ ਐਕਸਪਰਟਸ ਦੀ ਰਾਏ ਹੈ, ਕਿਉਂਕਿ ਜੇ ਚਾਹੀਏ ਸਖਤ ਕਦਮ ਚੁੱਕਣਾ ਤਾਂ ਇਹ ਰਾਤੋਂ ਰਾਤ ਨਸ਼ੇ ਸਟਾਪ ਹੋ ਸਕਦੇ ਨੇ। ਕੋਈ ਐਡੀ ਵੱਡੀ ਗੱਲ ਨਹੀਂ ਹੈ, ਕਿਉਂਕਿ ਸ਼ੁਰੂ ਤੋਂ ਦੇਖੋ ਨਸ਼ਿਆਂ ਦਾ ਇਤਿਹਾਸ ਉਨਾ ਹੀ ਪੁਰਾਣਾ ਜਿੰਨਾ ਇਨਸਾਨ ਦਾ ਇਤਿਹਾਸ ਪੁਰਾਣਾ ਹੈ। ਅਤੇ ਤੁਸੀਂ ਦੇਖੋ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਚੁੱਕੀ। ਉਹਨਾਂ ਤੋਂ ਪਹਿਲਾਂ ਵੀ ਗੱਲਾਂ ਹੁੰਦੀਆਂ ਰਹੀਆਂ। ਉੱਥੇ ਹੀ ਨਸ਼ੇ ਨੇ, ਉਹੀ ਉਹ ਹਾਲਾਤ ਨੇ, ਬਦ ਤੋਂ ਬਦਤਰ ਹੁੰਦੇ ਜਾ ਰਹੇ ਨੇ। ਜੇਲ੍ਹਾਂ ਤੱਕ ਅੰਦਰ ਨਸ਼ੇ ਪਹੁੰਚੇ ਹੋਏ ਨੇ, ਜੇਲ੍ਹਾਂ ਦੇ ਵਿੱਚ ਨਸ਼ੇ ਮਿਲਦੇ ਪਏ ਨੇ। ਤੁਹਾਨੂੰ ਪਤਾ ਜੇਲ੍ਹਾਂ ਦੀ ਕੀਤੀ ਗੱਲ ਤੁਸੀਂ ਕਿ ਇੱਥੇ ਫਰੀਦਕੋਟ ਆ, ਲੁਧਿਆਣਾ ਵਾ, ਕਈ ਜਣਾ ਜਿੱਥੇ ਜੇਲ੍ਹ ਸੁਪਰਡੈਂਟ ਨੇ ਉਹ ਵੀ ਇਸ ਜਿਹੜੇ ਇਸ਼ੂ ਦੇ ਵਿੱਚ ਇਨਵੋਲਵ ਆ ਗਏ, ਜਿਸ 'ਚ ਮੋਬਾਈਲ ਵੀ ਅੰਦਰੋਂ ਫੜੇ ਜਾ ਰਹੇ ਆ, ਹੈ ਨਾ, ਨਸ਼ੇ ਫੜੇ ਜਾ ਰਹੇ ਆ। ਗੋਇੰਦਵਾਲ ਸਾਹਿਬ ਦਾ ਜਿਹੜਾ ਸੁਧਾਰ ਘਰ ਹੈ ਉਹਦੇ ਵਿੱਚੋਂ ਹੀ ਉਹ ਜਿਹੜੇ ਹੈਗੇ ਸੀ, ਕੋਈ ਬੀੜੀਆਂ ਫੜੀਆਂ ਗਈਆਂ ਉਹਨਾਂ ਕੋਲ ਜਿਹੜੀਆਂ ਅੰਦਰ ਪਹੁੰਚਾ ਰਹੇ ਸੀ, ਮੋਬਾਈਲ ਫੜੇ ਗਏ, ਉਹ 'ਚ ਨਸ਼ਾ ਲੈ ਕੇ ਅੰਦਰ ਜਾ ਰਹੇ ਸੀ, ਉਹ ਫੜੇ ਗਏ। ਔਰ ਦੇਖੋ ਕੀ ਹੋਊਗਾ ਜਿਨ੍ਹਾਂ ਦੇ ਚੋਰ ਅਤੇ ਕੁੱਤੀ ਆਪਸ ਵਿੱਚ ਮਿਲ ਜਾਂਦੇ ਆ, ਫਿਰ ਕੌਣ ਰਾਖਾ? ਫਿਰ ਰੱਬ ਨੇ ਬਚਾਉਣਾ। ਜਦੋਂ ਚੋਰ ਆ ਰਿਹਾ ਤਾਂ ਕੁੱਤਾ ਨਹੀਂ ਬੋਲੂਗਾ, ਅਤੇ ਫਿਰ ਚੋਰ ਦੀ ਤਾਂ ਸਾਰਾ ਪੌਂ-ਬਾਰਾਂ ਉਹ ਜਿੱਥੇ ਮਰਜ਼ੀ ਲੁੱਟੇ, ਜੋ ਮਰਜ਼ੀ ਕਰੇ, ਜਿਹੜੀ ਮਰਜ਼ੀ ਨੁੱਕਰ 'ਚ ਹੱਥ ਪਾ ਕੇ ਲੈ ਜੇ। ਕੁੱਤੇ ਨੇ ਤਾਂ ਰਾਖੀ ਕਰਨੀ ਆ, ਉਹ ਦਰਵੇਸ਼ ਆ, ਉਹਨੇ ਰਾਖੀ ਕਰਨੀ, ਉਹਨੇ ਬਚਾਉਣਾ ਸਾਰਿਆਂ ਨੂੰ। ਪਰ ਜੇ ਉਹ ਬੋਲੂਗਾ ਹੀ ਨਹੀਂਗਾ ਤਾਂ ਫਿਰ ਲੁੱਟਿਆ ਗਿਆ ਸਾਰਾ ਕੁਝ। ਇਹ ਹੁਣ ਹਾਲਤ ਪੰਜਾਬ ਦੀ ਇਹ ਹੋ ਗਈ ਆ। ਆਪਾਂ ਤਾਂ ਕਹਿ ਦਿੰਦੇ ਹਾਂ ਨਾ ਵੀ ਚਲੋ ਕੰਪੈਰੇਟਿਵਲੀ ਬਾਕੀ ਸੂਬਿਆਂ ਨਾਲੋਂ ਤਾਂ ਥੋੜ੍ਹਾ ਬਚਿਆ ਹੈਗਾ, ਪਰ ਫਿਰ ਵੀ ਜੇ ਥੋੜ੍ਹਾ ਬਹੁਤ ਜਿੰਨਾ ਕੁਛ ਹੈਗਾ ਇਹ ਗਾਂਹ ਵੱਧ ਰਿਹਾ ਵਾ, ਇਹਦੇ ਨਾਲ ਇਹਦਾ ਸਾਰਾ ਪ੍ਰਭਾਵ ਕਿਤੇ ਪਊਗਾ? ਸਾਡੀ ਜਨਰੇਸ਼ਨ 'ਤੇ, ਨਵੀਂ 'ਤੇ। ਉਹ ਵਿਚਾਰੇ ਇੱਥੋਂ ਕੂਚ ਕਰੀ ਜਾ ਰਹੇ ਮੁੰਡੇ। ਪਤਾ ਤੁਹਾਨੂੰ ਜਿਹੜੀ ਇੰਦਰਾ ਗਾਂਧੀ ਏਅਰਪੋਰਟ ਆ ਉੱਥੇ ਜਾ ਕੇ ਵੇਖੋ, ਕਿਤੇ
ਸਾਰਿਆਂ ਕੋ ਥੈਲੇ ਬੈਗ ਪਾਏ ਆ ਤੇ ਜਾ ਰਿਹਾ ਜਹਾਜ਼ਾਂ ਦੀ ਬਾਰੀ ਨਾਲ ਲੰਮਕ ਰਿਹਾ, ਬੈਠੇ ਜਾ ਰਹੇ, ਕੋਈ ਟੋਰਾਂਟੋ ਜਾ ਰਿਹਾ ਪੜ੍ਹਨ ਲਈ, ਕੋਈ ਕੈਲਗਰੀ ਜਾ ਰਿਹਾ, ਕੋਈ ਵੈਨਕੂਵਰ ਜਾ ਰਿਹਾ, ਕੋਈ ਓਟਵਾ ਜਾ ਰਿਹਾ। ਇਹ ਕੈਨੇਡਾ ਦੀ ਗੱਲ ਹੈ। ਇੱਕ ਇਕਨੋਮੀ ਸਾਡੀ ਇੱਥੋਂ ਟਰਾਂਸਫਰ ਹੋ ਗਈ, ਇੱਕ ਨੌਜਵਾਨ ਸਾਡੇ ਉੱਧਰ ਚਲੇ ਗਏ। ਕਿਸ ਗੱਲੋਂ ਡਰਦੇ? ਕਹਿੰਦੇ ਚੁੱਲ੍ਹੇ ਅੱਗੇ ਪ੍ਰਦੇਸ਼ ਹੁੰਦਾ ਸੀ, ਜਦੋਂ ਚੁੱਲ੍ਹੇ ਤੋਂ ਬਾਹਰ ਚਲੇ ਗਿਆ ਪ੍ਰਦੇਸ਼ ਆ, ਚਾਹੇ ਤੁਸੀਂ ਫਗਵਾੜੇ ਕਿਉਂ ਨਾ ਬਾਹਰ ਆਪਣੇ ਘਰ ਤੋਂ। ਉਹ ਪੁਰਾਣਿਆਂ ਬੰਦਿਆਂ ਦੀਆਂ ਗੱਲਾਂ। ਪਰ ਇਹ 'ਤੇ ਕਿਹਨੇ ਕੰਟਰੋਲ ਕਰਨਾ ਸੀਗਾ? ਸਰਕਾਰਾਂ ਨੇ, ਲੋਕਾਂ ਨੇ, ਏਜੰਸੀਆਂ ਨੇ, ਹੈ ਨਾ, ਬੁੱਧੀਜੀਵੀਆਂ ਨੇ। ਕਿਸੇ ਦੀ ਗੱਲ ਨਹੀਂ ਉੱਧਰ। ਜਿਹੜਾ ਕੋਈ ਬੰਦਾ ਤਕੜਾ ਵੱਡਾ ਵਾ ਉਹ ਜ਼ਮੀਨ ਵੇਚਦਾ ਤੇ ਚੱਲ ਮੁੰਡਿਆ ਪੜ੍ਹ ਬਾਹਰ। ਹੁਣ ਉਹਦੀ ਵੀ ਪ੍ਰੋਬਲਮ ਆ, ਉਹ ਵੀ ਸਮੱਸਿਆ। ਇਹਦੀ ਸਮੱਸਿਆ ਨੂੰ ਦੇਖਣਾ ਕਿਹਨੇ? ਦੂਜੀ ਖੰਨਾ ਜੀ ਬੇਰੁਜ਼ਗਾਰੀ ਰੱਜ ਕੇ ਇੱਥੇ ਹੈਗੀ ਆ। ਬੇਰੁਜ਼ਗਾਰੀ ਇਸ ਕਰਕੇ ਆ, ਜਦੋਂ ਅਸੀਂ ਬੀਐਡ ਦੀ ਇੰਨੀਆਂ ਕਲਾਸਾਂ ਲਾਤੀਆਂ ਜਿਹ 'ਚ ਐਜੂਕੇਸ਼ਨ ਦੇ ਨਾਲ ਪਲੱਸ ਜਿਹਦੇ 'ਚ ਅਸੀਂ ਟ੍ਰੇਨਿੰਗ ਸੈਂਟਰ ਦੇਤੇ ਆ, ਯੂਨੀਵਰਸਿਟੀਆਂ ਖੋਲ੍ਹਤੀਆਂ। ਕਿੰਨੀਆਂ ਯੂਨੀਵਰਸਿਟੀਆਂ ਇੱਥੇ? 4-5 ਤਾਂ ਦੂਜੀਆਂ ਪਹਿਲੀਆਂ ਯੂਨੀਵਰਸਿਟੀਆਂ, ਦੂਜੀਆਂ PTU ਯੂਨੀਵਰਸਿਟੀ, ਹੋਰ ਯੂਨੀਵਰਸਿਟੀਆਂ। ਇਹ ਜਦੋਂ ਪੜ੍ਹਦੇ ਮੁੰਡੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਦੋਂ ਡਿਗਰੀਆਂ ਲੈ ਲਈਆਂ ਤਾਂ ਇਹਨਾਂ ਨੂੰ ਨੌਕਰੀ ਕਿੱਥੇ ਸਾਡੇ ਕੋਲ? ਫਿਰ ਕਿੱਧਰ ਭੱਜਦੇ ਆ ਡਿਗਰੀਆਂ ਲੈ ਕੇ ਬਾਹਰ। ਸਾਡੀ ਐਜੂਕੇਸ਼ਨ ਦਾ ਬਾਹਰ ਮਾੜਾ ਹੀ ਹਾਲ ਹੈ ਫਿਰ। ਔਰ ਉੱਥੇ ਜਾ ਕੇ ਨਵੀਂ ਸਿਰੇ ਤੋਂ ਪੜ੍ਹਾਈ ਸ਼ੁਰੂ ਕਰੋ ਤਾਂ ਮਿਲੇਗਾ। ਕਈ ਵਾਰ ਨਾ ਉਹ ਇੱਕੋ ਫਿਲਮ ਹੈਗੀ ਹੈ ਖਲਨਾਇਕ, ਉਹਦੇ 'ਚ ਇੱਕ ਡਾਇਲੋਗ ਹੈ, ਖਲਨਾਇਕ, ਹਾਂ, ਉਹਦੇ 'ਚ ਇੱਕ ਡਾਇਲੋਗ ਹੈ। ਉਹ ਜਿਹੜਾ ਮਿਨਿਸਟਰ ਹੈ ਨਾ, ਉਹ ਉਹਨੂੰ ਵਰਗਲਾਉਂਦਾ, ਹੋਤਾ ਹੈ, ਚਲਤਾ ਹੈ, ਦੁਨੀਆ ਹੈ। ਮਤਲਬ ਇਹ ਹੈ ਕਿ ਸਭ ਕੁਝ ਜਾਇਜ਼ ਹੈ। ਅਮਰੀਸ਼ ਪੁਰੀ ਵੀ ਉਹਦੇ 'ਚ ਸੀ। ਜੀ ਜੀ ਜੀ। ਚਲੋ ਅੱਗੇ ਹੁਣ ਆਪਾਂ ਵਧੀਏ। ਜੀ ਜੀ। ਆਪ ਤੋਂ ਸਿਆਸੀ ਇਸ਼ਤਿਹਾਰਬਾਜ਼ੀ ਲਈ 97 ਕਰੋੜ ਵਸੂਲਣ ਦੇ ਹੁਕਮ ਕੀਤੇ ਨੇ ਉਪ ਰਾਜਪਾਲ ਦਿੱਲੀ ਨੇ। ਇਹ ਜ਼ਰਾ ਸਮਝਾਓ ਕੀ ਇਕੁਏਸ਼ਨ ਹੈ? ਤੇ ਇਹਨਾਂ ਨੇ ਕਿਹਾ ਕਿ ਜਦੋਂ ਆ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਲੈਕਸ਼ਨ ਹੋਈਆਂ, ਉਹਦੇ 'ਚ ਉਹਨਾਂ ਨੇ ਕਿਹਾ ਕਿ ਜੋ ਪੈਸਾ ਲਾਇਆ ਇਸ਼ਤਿਹਾਰਬਾਜ਼ੀ ਤੇ ਉਹ ਸਾਰਾ ਕੁਝ ਸਰਕਾਰੀ ਖਜ਼ਾਨੇ 'ਚੋਂ ਟਰਾਂਸਫਰ ਹੋਇਆ। ਇਹਨਾਂ ਨੇ ਸਕਸੈਨਾ ਜਿਹੜੇ ਉੱਥੇ ਉਪ ਰਾਜਪਾਲ ਨੇ ਉਹਨਾਂ ਨੇ ਕਿਹਾ, ਉਹ ਕਹਿੰਦੇ ਵੀ ਇਹ ਪੈਸਾ ਜਿਹੜਾ ਬਰਬਾਦੀ ਇਸ ਕਰਕੇ ਹੋ ਰਹੀ ਆ ਕਿ ਉਹ ਜਿਹੜਾ ਸਹੂਲਤਾਂ ਦੇਣੀ ਸੀ ਗੌਰਮੈਂਟ ਨੂੰ, ਉਹਦੀ ਬਜਾਏ ਇਹਨਾਂ ਨੇ ਆਪਣੀ ਐਡਵਰਟਾਈਜ਼ਮੈਂਟ ਲਾਤੀ ਹੈ। ਉਹ ਇਸ਼ਤਿਹਾਰ ਲਾਤੇ ਗਲੀਆਂ ਮੁਹੱਲਿਆਂ 'ਚ, ਟਰੱਕ ਡਰਾਈਵਰ ਅਤੇ ਗੱਡੀਆਂ ਚੱਲ ਰਹੀਆਂ, ਤੇਲ ਫੂਕਿਆ ਜਾ ਰਿਹਾ ਉਹਦੇ ਵਿੱਚ। ਉਹਨਾਂ ਨੂੰ ਪੈਸਾ ਵੀ ਦੇ ਰਹੇ ਆ, ਅੰਦਰ ਖਾਤੇ ਕਈ ਕੁਛ ਗਿਆ। 97 ਕਰੋੜ ਦਾ ਤਾਂ ਇਹਨਾਂ ਨੇ ਕਿਹਾ, ਪਰ ਇਹ ਕਹਿੰਦੇ 400 ਕਰੋੜ ਤੱਕ ਇੰਨਾ ਕੁ ਪੈਸਾ ਜੇ ਉਦੋਂ ਤੱਕ ਹੋਇਆ ਜਦੋਂ ਤੱਕ ਜਾਂਚ ਕਮੇਟੀ ਪਤਾ ਕਰੂਗੀ। ਔਰ ਉਹਦੇ 'ਚ ਇਹਨਾਂ ਨੇ ਇਹ ਬਲੇਮ ਲਾਇਆ ਕਿ ਸਰਕਾਰਾਂ ਐਵੇਂ ਨਹੀਂ ਬਣਦੀਆਂ, ਬਲਬੂਤੇ ਖਜ਼ਾਨਾ ਜਿਹੜਾ ਸਰਕਾਰੀ ਹੁੰਦਾ ਉਹਦੇ ਨਾਲ ਬਣਦਾ ਗਾ। ਹਰ ਇੱਕ ਸਰਕਾਰ 'ਤੇ ਉਂਗਲੀ ਉੱਠਦੀ ਰਹੀ ਆ। ਅਤੇ ਇਹ ਹੁਣ ਕੇਜਰੀਵਾਲ ਸਰਕਾਰ 'ਤੇ ਵੀ ਹੋਇਆ ਵੀ ਆਪ ਸਰਕਾਰ ਤਾਂ ਉਹਨਾਂ ਦੇ ਉੱਥੇ। ਉਹਨਾਂ ਕਿਹਾ ਹੈਗਾ ਕਿ ਜਦੋਂ ਐਜੂਕੇਸ਼ਨ ਦਾ ਇਹਨਾਂ ਬੜਾ ਵੱਡਾ ਮਾਡਲ ਬਣਾਤਾ, ਫਿਰ ਆਂਦੇ ਅਸੀਂ ਬਿਜਲੀ ਉੱਥੇ ਫ੍ਰੀ ਦੇ ਰਹੇ ਹਾਂ, ਪਾਣੀ ਦੀਆਂ ਟੂਟੀਆਂ ਚੱਲਣਗੀਆਂ, ਵਾਧੂ ਚੱਲਣਗੀਆਂ, ਸੜਕਾਂ ਮੁਰੰਮਤ ਹੋਣਗੀਆਂ, ਨਾਲੀਆਂ ਪੁਲੀਆਂ ਸਾਰੀਆਂ ਸਾਫ਼ ਸੁਥਰੀਆਂ ਬਣਨਗੀਆਂ, ਜਿਹੜੇ ਰੁੱਖ ਆ ਟਰੀ ਪਲਾਂਟੇਸ਼ਨ ਵਾਧੂ ਕਰ ਦਿੱਤੀ ਉੱਥੇ, ਹੈ ਨਾ, ਬੱਚਿਆਂ ਦੀ ਸਹੂਲਤਾਂ ਉਹਨਾਂ ਨੇ ਵਾਧੂ ਕਰਤੀਆਂ, ਸਾਰਾ ਕੁਛ ਇਹਨੇ ਕਿਹਾ। ਪਰ ਉਹਨਾਂ ਦਾ ਪੈਸਾ ਜਿਹੜਾ ਇਹ ਕਿੱਧਰੋਂ ਆਇਆ? ਪਰ ਜਦੋਂ ਆਪ ਨੇ ਇਹਦੇ ਵਿੱਚ ਇਹਨਾਂ ਜਵਾਬ ਦੇ ਦਿੱਤਾ, ਪਹਿਲੀ ਗੱਲ ਤਾਂ ਉਪ ਰਾਜਪਾਲ ਕੋਲ ਇਹ ਕਪੈਸਿਟੀ ਨਹੀਂ, ਉਹ ਨਹੀਂ ਕਹਿ ਸਕਦਾ, ਇਹਦੇ ਬਾਰੇ ਕਰ ਨਹੀਂ ਸਕਦਾ। ਉਪ ਰਾਜਪਾਲ ਹਾਲ ਨਾਲ ਨਹੀਂ ਹੈ, ਇਹਦੀਆਂ ਏਜੰਸੀਆਂ ਹੋਰ ਨੇ, ਇਹਦੇ 'ਚ ਕੇਂਦਰ ਪੁੱਛ ਸਕਦੀ ਹੈ ਜਦੋਂ ਫੰਡ ਆ ਰਿਹਾ ਹੈਗਾ। ਰਾਜਪਾਲ ਦਾ ਕੰਮ ਇਹ ਨਹੀਂ ਹੈਗਾ ਕਿ ਉਹ ਰਾਸ਼ਟਰਪਤੀ ਵਾਂਗੂ ਸਾਰਾ ਕੁਝ ਕਵੇ। ਇਹ ਉਹਨਾਂ ਦੇ ਬੁਲਾਰੇ ਨੇ ਕਿਹਾ, ਆਪ ਦੇ ਨੇ। ਉਹਨਾਂ ਨੇ ਕਿਹਾ ਵੀ ਇਹ ਸਾਰਾ ਝੂਠ ਹੈ, ਜੇ ਇਹਨੂੰ ਅਸੀਂ ਲੱਭਣਾ ਹੋਵੇ, ਇਹਨਾਂ ਨੂੰ ਕਰਨਾ ਤਾਂ ਸਾਨੂੰ ਪ੍ਰਤੱਖ ਸਬੂਤ ਦੇਵੇ। ਜਵਾਬ ਤਾਂ ਦੇਣਗੇ ਅਗਲੇ। ਉਹ ਕਹਿੰਦੇ ਵੀ ਜੋ ਹੈਗਾ ਵਾ ਅਸੀਂ, ਇਹ ਕਹਿੰਦੇ ਸਾਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਉਹਨਾਂ ਨੂੰ ਸਾਡੇ ਡਾਕੂਮੈਂਟਸ ਭੇਜੋ, ਉਹ ਵੈਰੀਫਾਈ ਕਰ ਲੈਣਗੇ। ਆਪ ਵਾਲਿਆਂ ਨੇ ਕਿਹਾ ਕਿ ਉਹ ਜਾਂਚ ਕਰਨਗੇ ਵੀ ਇਹ ਕਿੱਥੋਂ ਇਸ਼ੂ ਹੋਇਆ, ਪੈਸਾ ਕਿੱਥੋਂ ਆਇਆ, ਕਿਸ ਜ਼ਰੀਏ, ਕਿਸ ਬੈਂਕ ਤੋਂ ਪੈਸਾ ਆਇਆ। ਉਹਨਾਂ ਨੂੰ ਜਵਾਬ ਕਰਾਰਾ ਦਿੱਤਾ। ਵੈਸੇ ਹੁਣ ਰੌਲਾ ਇਹ ਹੈ ਜਿੱਦਾਂ ਸਾਡਾ ਇੱਥੇ ਭਗਵੰਤ ਮਾਨ ਅਤੇ ਆਪਣੇ ਗਵਰਨਰ ਦੀ ਬਹੁਤਾ ਆਪਸੀ ਨਹੀਂ ਬਣੀ, ਆਪਸੀ ਗੱਠਜੋੜ ਨਹੀਂ ਰਿਹਾ। ਉਹਦੇ 'ਚ ਉਹਨਾਂ ਦਾ ਮੂੰਹ ਤਾਂ ਕੇਂਦਰ ਵੱਲ ਸੀਗਾ, ਇਹਨਾਂ ਦਾ ਮੂੰਹ ਪੰਜਾਬੀਆਂ ਵੱਲ ਸੀਗਾ ਜਾਂ ਦੂਜੀਆਂ ਪਾਰਟੀਆਂ ਵੱਲ ਸੀਗਾ। ਇਹੀ ਹਾਲ ਹੁਣ ਦਿੱਲੀ 'ਚ ਬਣ ਗਿਆ। ਇਹ ਪਤਾ ਕਿ ਗੱਲ ਕੀ ਹੈਗਾ, ਇਹਦੇ 'ਚ ਫਿਰ ਖੌਫ, ਖਤਰਾ, ਨੁਕਸਾਨ ਪਬਲਿਕ ਨੂੰ ਹੁੰਦਾ, ਉਹ ਮਾਰੀ ਜਾਂਦੀ ਹੈ। ਇਹਨਾਂ ਦੀਆਂ ਕੁਰਸੀਆਂ ਤਾਂ ਬਚੀਆਂ ਰਹਿਣੀਆਂ। 5 ਸਾਲ ਹੀ ਗਵਰਨਰ ਬੈਠਾ ਉੱਥੇ, ਉਹਨੂੰ ਤਾਂ ਕੋਈ ਡਰ ਨਹੀਂ। ਨਾਲੇ ਗਵਰਨਰ ਇਲੈਕਸ਼ਨ ਨਾਲ ਤਾਂ ਆਉਂਦਾ ਨਹੀਂ, ਵੋਟਾਂ ਨਾਲ ਤਾਂ ਬਣਦਾ ਹੀ ਨਹੀਂ, ਉਹਨੂੰ ਕੋਈ ਡਰ ਵੀ ਨਹੀਂ ਹੁੰਦਾ। ਮੁੱਖ ਮੰਤਰੀ ਨੂੰ ਹੁੰਦਾ ਲੋਕਾਂ ਦਾ, ਉਹਨਾਂ ਲਈ ਜਵਾਬ ਦੇ ਇਹ ਗੱਲ। ਬਲਕਾਰ ਜੀ, ਸਭ ਨੂੰ ਪਤਾ ਹੈ ਕੀ ਹੋ ਰਿਹਾ ਹੈ ਮੁਲਕ ਦੇ ਵਿੱਚ, ਕਿੱਥੇ ਕੀ ਹੋ ਰਿਹਾ ਸਭ ਨੂੰ ਪਤਾ ਹੈ। ਲਾਲਚ ਦੇ ਮਾਰੇ ਹੋਏ ਸਭ ਲੋਕ ਆਪਣੇ ਲਾਲਚ ਦੀ ਪੂਰਤੀ ਲਈ ਕੀ ਕਰ ਰਹੇ ਨੇ, ਸਭ ਨੂੰ ਪਤਾ ਹੈ। ਤੈਨੂੰ ਕੌਣ ਛਡਾਵੇ ਵੀ ਲੋਕ ਆਪੇ ਫਸਦੇ ਆ ਜਦੋਂ ਆਪ ਸਰਕਾਰਾਂ ਚੁਣਦੇ, ਆਪ ਸਾਰਾ ਕੁਝ ਹੁਣ ਝੱਲੋ। ਜਿਹੜੀ ਸਰਕਾਰ ਨੂੰ ਤੁਸੀਂ ਅੱਗੇ ਲਾਇਆ ਵਾ, ਉਹਨਾਂ ਨੂੰ ਆਪਣੀ ਮਨਮਾਨੀ 5 ਸਾਲ ਕਰਨੀ, ਉਹਨਾਂ ਨੂੰ ਕੋਈ ਇੱਦਾਂ ਦਾ ਨਹੀਂ ਜੰਮਿਆ ਕਿ ਉਹਨੂੰ ਰੋਕ ਲੇ। ਇਹ ਹੈ ਜਿੱਦਾਂ ਹੁਣ ਟਰੰਪ ਦੀ ਤੁਸੀਂ ਗੱਲ ਕੀਤੀ ਆ, ਉਹ ਵੀ ਐਡੀ ਵੱਡੀ ਹਸਤੀ ਹੈ ਨਾ ਕੁਛ ਹੈ, ਤਾਂ ਉਹ ਵੀ ਉੱਥੇ ਕੀ ਕਰ ਰਿਹਾ? ਸਾਡੇ ਦੇਸ਼ ਤਾਂ ਬੈਕਵਰਡ ਹੈ, ਇਹਨਾਂ ਨੂੰ ਪੈਸੇ ਦੀ ਲੋੜ ਹੈ, ਉਹਨਾਂ ਨੂੰ ਤਾਂ ਪੈਸੇ ਦੀ ਲੋੜ ਨਹੀਂ, ਬੜਾ ਕੁਝ। ਸਾਰੇ ਹਿਊਮਨ ਨੇਚਰ ਇੱਕੋ ਜਿਹੀ, ਹਿਊਮਨ ਸਾਈਕੋਲੋਜੀ ਇੱਕੋ ਜਿਹੀ, ਲਾਲਚ।
ਬਸ ਉਹ ਟਰੱਕਾਂ ਦੇ ਪਿੱਛੇ ਲਿਖਿਆ ਹੋਇਆ ਸਭ ਫੜੇ ਜਾਣਗੇ, ਸਾਰੇ ਪਤਾ ਨਹੀਂ ਕੌਣ ਕਿਹਨੂੰ ਫੜਨਾ ਹੈ ਜੋ ਗਾਣਾ ਵੀ ਔਰ ਕੌਣ ਫੜਿਆ ਜਾਣਾ ਇਹ ਵੀ ਨਹੀਂ ਪਤਾ। ਹਾਂ, ਸੋ ਆਪਾਂ ਸ਼ਰਮਾ ਦਾ ਇੱਕ ਗਾਣਾ ਵੀ ਹੈਗਾ, ਸਾਰੇ ਫੜੇ ਜਾਣਗੇ, ਉਹ ਵੀ ਇਸ ਗੱਲ ਸਾਰੇ ਫੜੇ ਜਾਣਗੇ। ਸੋ ਚਲੋ ਆਪਾਂ ਅੱਗੇ ਚੱਲਦੇ ਹਾਂ। ਫੜੇ ਜਾਣ ਪ੍ਰਧਾਨ ਆਪਾਂ ਬਚ ਕੇ ਰਹੀਏ ਇਸ ਗੱਲ ਤੋਂ, ਸਾਰੇ ਬਚ ਕੇ ਰਹੋ, ਪਤਾ ਨਹੀਂ ਕਿਹਨੂੰ ਫੜ ਲੈਣਾ। ਬਚ ਕੇ ਮੋੜ ਤੋਂ, ਹੈ ਨਾ। ਯਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕੇਂਦਰ ਵੱਲੋਂ ਗ੍ਰਾਂਟਾਂ ਕੀਤੀਆਂ ਬੰਦ, ਪੰਜਾਬ ਸਰਕਾਰ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ। ਨਹੀਂ, ਇਹਦੇ ਨਾਲ ਇੱਕ ਹੈਗਾ ਨਾ, ਜਿਹੜੀਆਂ ਦੇ ਰਹੇ ਸੀ ਪ੍ਰਧਾਨ ਮੰਤਰੀ ਆਵਾਸ ਯੋਜਨਾ, ਪਹਿਲਾਂ ਇੰਦਰਾ ਗਾਂਧੀ ਆਵਾਸ ਯੋਜਨਾ ਸੀ, ਜਦੋਂ ਮੋਦੀ ਜੀ ਆਏ ਨਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਨਾਂ ਰੱਖ ਦਿੱਤਾ ਯੋਜਨਾ ਦਾ। ਉਹ ਦੱਸਦੇ ਆ ਉਹਦੇ 'ਚ ਜੇ ਕਿਸੇ ਨੂੰ ਮਿਲਿਆ 30,000 ਰੁਪਈਆ, ਉਹਨੇ ਕੰਧਾਂ ਦੀ ਉਸਾਰੀ ਕਰਤੀ, ਛੱਤ 'ਤੇ ਜਦੋਂ ਆਇਆ ਤਾਂ ਪੈਸਾ ਆਇਆ ਨਹੀਂ, ਨਾ ਕੇਂਦਰ ਵੱਲੋਂ ਆਇਆ ਨਾ ਪੰਜਾਬ ਵੱਲੋਂ ਆਇਆ। ਪੰਜਾਬ ਨੇ ਤਾਂ ਨਹੀਂ ਦੇਣਾ, ਦਿੰਦਾ ਤਾਂ ਕੇਂਦਰ ਹੀ ਹੈ, ਪਰ ਪੰਜਾਬ ਦੇ ਖਜ਼ਾਨੇ 'ਚ ਆਉਂਦਾ। ਉਹ ਹੁਣ ਅੱਜ ਦੀ ਅਖਬਾਰਾਂ 'ਚ ਬੜਾ ਕੁਝ ਲਿਖਿਆ, ਜਿਹੜੇ ਲੋਕ ਵਿਚਾਰੇ ਰੋ ਰਹੇ ਆ। ਉਹਨਾਂ ਨੇ ਕਿਹਾ ਫਰੀਦਕੋਟ ਦੇ ਕੁਝ ਲੋਕ ਹੈਗਾ ਔਰ ਬਠਿੰਡੇ ਦੇ ਆ, ਬੈਕਵਰਡ ਏਰੀਆ ਦੇ, ਜਿਨ੍ਹਾਂ ਦੇ ਕੱਚੇ ਕੋਠੇ ਸੀ, ਉਹ ਮੀਂਹਾਂ ਨਾਲ ਟੁੱਟ ਭੱਜ ਗਏ, ਟਹਿ ਗਏ। ਅਤੇ ਉਦੋਂ ਬਾਅਦ ਇਹਨਾਂ ਨੂੰ ਜਦੋਂ ਗਰਾਂਟਾਂ ਆਈਆਂ ਅਤੇ ਦੁਬਾਰਾ ਉਸਾਰੀਆਂ ਗਈਆਂ, ਮੁੜ ਕੇ ਕੁਝ ਨਹੀਂ ਮਿਲ ਲੱਭਾ। ਫਿਰ ਇਹਨਾਂ ਨੇ ਲੋਨ ਲਿਆ, ਜਿਨ੍ਹਾਂ ਕੋਲ ਥੋੜ੍ਹੀ ਬਹੁਤ ਕਪੈਸਿਟੀ, ਉਹਨਾਂ ਨੇ ਘਰ ਮਾੜਾ ਮੋਟਾ ਬਣਾਇਆ। 2-2 ਮਰਲਿਆਂ 'ਚ ਘਰ, 2.5 ਮਰਲਿਆਂ ਵਿਚਾਰਿਆਂ ਦੇ ਘਰ ਹੈ, ਛੱਤਾਂ ਨੇ ਨਸੀਬ ਹੋਈਆਂ। ਔਰ ਉਹਨਾਂ ਨੇ ਜਦੋਂ ਭਗਵੰਤ ਮਾਨ ਸਰਕਾਰ ਨੇ ਪੁੱਛਿਆ ਉਹਨਾਂ ਦੀ ਕੇਂਦਰ ਤੋਂ, ਉਹ ਆਂਦੇ ਅਜੇ ਨਹੀਂ ਫੰਡ ਹੈਗੇ, ਕਿਉਂਕਿ ਫੰਡ ਉਹਨਾਂ ਆਲਰੇਡੀ ਕਰ ਦਿੱਤੇ ਸੀ ਬੰਦ। 2880 ਕਰੋੜ ਦਾ ਜਿਹੜਾ ਫੰਡ ਮਿਲਣਾ ਸੀਗਾ, ਉਹਨਾਂ ਨੇ ਉਸੇ ਵੇਲੇ ਉੱਤੇ ਰੋਕ ਲਾ ਦਿੱਤੀ। ਉਹ ਤਾਂ ਆਇਆ ਨਹੀਂ। ਉਹ ਪਿੰਡਾਂ ਦੇ ਵਿਕਾਸ ਲਈ ਸੀਗਾ, ਰੂਰਲ ਡਿਵੈਲਪਮੈਂਟ ਜਿਹੜੀ ਯੋਜਨਾ ਸੀ ਉਹਦੇ ਲਈ ਸੀ। ਉਹਦੇ ਵਿੱਚ ਹੀ ਆਵਾਸ ਯੋਜਨਾ ਸੀ। ਆਵਾਸ ਯੋਜਨਾ ਦਾ ਇਹ ਹਾਲ ਇਹ ਹੋ ਗਿਆ ਕਿ ਉਹਦੇ 'ਚ 1 ਰੁਪਈਆ ਨਹੀਂ ਆਇਆ। ਲੋਕ ਵਿਚਾਰੇ ਸੱਖਣੇ ਇਸ ਤੋਂ ਬੈਠੇ ਆ, ਕਿਉਂਕਿ ਉਹ ਗਰੀਬ ਲੋਕ ਆ ਨਾ, ਉਹਨਾਂ ਕੋਲ ਇੰਨਾ ਪੈਸਾ ਨਹੀਂ ਹੈਗਾ ਕਿ ਕੋਠੇ ਆਪਣੇ ਬਣਾ ਲੈਣ, ਘਰ ਬਣਾ ਲੈਣ। ਉਹਨਾਂ ਦਾ ਹੈਗਾ ਕਿ ਇਸ ਆਵਾਸ ਯੋਜਨਾ ਨਾਲ ਸਾਡਾ ਸ਼ਾਇਦ ਪੂਰੀ ਪੈ ਜੇ, ਪਰ ਉਹਦੇ 'ਚ ਸਰਪੰਚ, BDO, ਇਹ ਜਿਹੜੇ ਡਿਵੈਲਪਮੈਂਟ ਨੂੰ ਵੇਖਦੇ ਆ, ਉਹ ਇਨਵੋਲਵ ਹੁੰਦੇ ਆ। ਉਹ ਉਹਨਾਂ ਕੋਲ ਜਾਂਦੇ ਆ, ਉਹ ਕਹਿੰਦੇ ਸਾਡੇ ਕੋਲ ਪੈਸਾ ਨਹੀਂ, ਤੁਹਾਨੂੰ ਕਿੱਥੋਂ ਦਈਏ। ਉਹ ਹਾਰ ਹੰਬ ਕੇ ਵਿਚਾਰਿਆਂ ਨੇ, ਕਈਆਂ ਦੇ ਕੰਧਾਂ ਡਿੱਗ ਪਈਆਂ, ਕਈਆਂ ਨੇ ਲੋਨ ਲੈ ਕੇ ਮਾੜਾ ਮੋਟਾ ਬਣਾ ਲਿਆ, ਕਈ ਸੜਕਾਂ 'ਤੇ ਬੈਠੇ ਆ, ਜਿੱਦਾਂ ਲਤੀਫਪੁਰਾ 'ਚ ਵੀ ਹੋਇਆ, ਜਲੰਧਰ ਦੇ, ਉਹ 'ਚ ਵੀ ਤੁਹਾਨੂੰ ਪਤਾ ਕਿ ਉਹਦੇ 'ਚ ਕਿੰਨਾ ਕੁਝ ਤੋੜ ਭੰਨ ਕੀਤੀ ਹੈ। ਔਰ ਮਾਡਲ ਟਾਊਨ ਦੇ ਨਾਲ ਹੈਗਾ, ਉਹਦੇ ਵਿੱਚ ਕਿਸਾਨ ਆਗੂ ਇਸ ਵੇਲੇ ਉੱਥੇ ਬੈਠੇ ਆ, ਜਿੰਨੇ ਕਾਂਗਰਸ ਦੇ ਨੁਮਾਇੰਦੇ ਹੈ, ਅਤੇ ਜਿੰਨੀਆਂ ਸੰਯੁਕਤ ਜਿਹੜੀਆਂ ਕਿਸਾਨਾਂ ਦੀਆਂ ਧਰਨਾ ਦੇਣ ਵਾਲੀਆਂ ਆਗੂ ਨੇ, ਉਹ ਇੱਥੇ ਆ ਕੇ ਬਹਿ ਗਏ। ਔਰ ਉਹਦੇ ਵਿੱਚ ਉਹ ਇੰਪਰੂਵਮੈਂਟ ਟਰਸਟ ਦੀ ਕੋਈ ਜਗ੍ਹਾ ਸੀ, ਉਹਨਾਂ ਨੇ ਕਿਹਾ ਕੋਰਟ ਕੇਸ ਸੀਗਾ, ਉਹਦੇ ਵਿੱਚ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਕਿਹਾ ਤੁਸੀਂ ਉੱਠ ਜਾਓ ਇੱਥੋਂ। ਉਹ ਵਿਚਾਰੇ ਨਹੀਂ ਉੱਠੇ, ਉਹਨਾਂ ਕੋਲ ਜਗ੍ਹਾ ਹੈ ਨਹੀਂ। ਉਹਨਾਂ ਨੇ ਕਿਹਾ ਉਹਨਾਂ ਕੋਲ ਕਾਗਜ਼ ਹੈ ਨਹੀਂ, ਇਸ ਚੀਜ਼ਾਂ ਦੇ ਨੰਬਰ ਹੈ ਨਹੀਂ। ਉਹ ਉਹਨਾਂ ਨੇ ਤੋੜ ਭੰਨ ਲਾਤੀ, ਸਾਰੇ ਬਲਡੋਜ਼ਰ ਘੁਮਾਤੇ ਉਹਦੇ 'ਤੇ, ਸਾਰਾ ਸਮਾਨ ਉਹਨਾਂ ਦਾ ਖਰਾਬ ਹੋ ਗਿਆ। ਇਸ ਵੇਲੇ ਉਹ ਸੜਕਾਂ 'ਤੇ ਬੈਠੇ ਆ। ਅਸੀਂ ਬਾਹਰਲੇ ਸੂਬਿਆਂ ਦੀ ਤਾਂ ਬਾਹਰ ਦੀ ਗੱਲ ਕਰਦੇ ਹਾਂ, ਸਾਡੇ ਆਪਣੇ ਪੰਜਾਬ 'ਚ ਹੀ ਇੰਨਾ ਕੁਛ ਹੋਇਆ। ਇਹ ਹੁਣ ਇਹ ਜਿਹੜਾ ਇਸ਼ੂ ਬਣਿਆ ਹੈ ਲਤੀਫਪੁਰੇ ਦਾ, ਇਹ ਪੂਰਾ ਇਸ ਵੇਲੇ ਵਰਲਡ ਦੇ ਪੂਰੀ ਦੁਨੀਆ 'ਚ ਛਾ ਗਿਆ ਕਿ ਲੋਕ ਵਿਚਾਰੇ ਘਰੋਂ ਘਰ ਬਹਿ ਗਏ ਆ, ਜਿਨ੍ਹਾਂ ਦੇ ਬੱਚੇ ਨਿੱਕੇ ਨਿੱਕੇ ਆ, ਜਨਾਨੀਆਂ ਵਿਚਾਰੀਆਂ ਬਿਮਾਰ ਬੈਠੀਆਂ। ਜਦੋਂ ਤੁਸੀਂ ਕਿਸੇ ਦਾ ਘਰ ਤੋੜ ਦਿਓਗੇ, ਉਹ ਕਿੱਥੇ ਬਹੂਗਾ? ਔਰ ਉਹ ਲੱਗਦਾ ਉਹ ਦੇਸ਼ ਦਾ ਵਸਨੀਕ ਨਹੀਂਗਾ, ਉਹਦਾ ਧਰਤੀ 'ਚ ਕੋਈ ਹਿੱਸਾ ਹੀ ਨਹੀਂ ਪੰਜਾਬ ਦੇ 'ਚ ਜਾਂ ਹਿੰਦੁਸਤਾਨ ਦੇ 'ਚ। ਉਹਨੂੰ ਕਿਤੇ 2 ਮਰਲੇ ਜ਼ਮੀਨ ਨਹੀਂ ਮਿਲ ਸਕਦੀ ਕਿ ਮਰੇ ਤੋਂ ਬਾਅਦ ਵੀ ਉਹਨੂੰ ਜਿਹੜਾ 2.5 ਫੁੱਟ ਦੀ ਜਗ੍ਹਾ ਜਿੱਥੇ ਉਹਨੂੰ ਪਾ ਕੇ ਸਾੜਨਾ, ਉਹ ਵੀ ਨਹੀਂ ਨਸੀਬ 'ਚ ਹੁੰਦੀ। ਇੱਦਾਂ ਦੀ ਕਈਆਂ ਦੀ ਨੌਬਤ ਹੈ। ਇਹ ਉਹ ਯੋਜਨਾਵਾਂ ਜਿਹਨੇ ਲੋਕਾਂ ਨੂੰ ਘਰੋਂ ਬੇਕਾਰ ਕਰ ਦਿੱਤਾ, ਰੋਟੀ ਤੋਂ ਬੇਕਾਰ ਕਰ ਦਿੱਤਾ, ਔਰ ਸੌਣ ਤੋਂ ਥੱਲੇ ਕੋਈ ਛੱਤ ਨਹੀਂ ਗਈ, ਫਿਰ ਫੁੱਟਪਾਥ 'ਤੇ ਵਿਚਾਰੇ ਦਰੀਆਂ ਵਿਛਾ ਕੇ ਸੌਂਦੇ ਨੇ। ਇਹ ਹਾਲਤ ਹੈ। ਬਿਲਕੁਲ ਠੀਕ ਹੈ। ਸੜਕਾਂ ਉੱਤੇ ਰਾਤਾਂ ਕੱਟਦੇ ਨੇ, ਸਰਦੀਆਂ ਦੇ ਵਿੱਚ ਕਿਸੇ ਗੱਡੀ ਦੇ ਥੱਲੇ ਸੁੱਤੇ ਆ ਜਾਂਦੇ ਨੇ, ਕੋਈ ਟਰੱਕ ਚੜ੍ਹ ਜਾਂਦਾ ਹੈ, ਕੋਈ ਵੱਡੇ ਸੈਲੀਬ੍ਰਿਟੀਜ਼ ਅਸੀਂ ਦੇਖਦੇ ਹਾਂ, ਕੇਸ ਚੱਲਦੇ ਪਏ ਨੇ, ਉਹਨਾਂ ਦੀਆਂ ਗੱਡੀਆਂ ਦੇ ਥੱਲੇ ਮਰ ਗਏ ਮਜ਼ਦੂਰ ਜਿਹੜੇ ਸੁੱਤੇ ਪਏ ਸੀ ਸੜਕਾਂ ਦੇ ਉੱਤੇ। ਸੋ ਇਹ ਸਭ ਗੱਲਾਂ ਨੇ, ਮੈਨੂੰ ਨਹੀਂ ਪਤਾ ਲੱਗਦਾ ਕਿ ਜਿਹੜੀਆਂ ਅਸੀਂ ਵੱਡੀਆਂ ਗੱਲਾਂ ਕਰਦੇ ਹਾਂ, ਭਾਰਤ ਦੀ ਇਕੋਨਮੀ ਇੱਦਾਂ 5 ਟ੍ਰਿਲੀਅਨ, ਠੀਕ ਹੈ, ਇੱਕ ਆਪਣੇ ਹਿਸਾਬ ਨਾਲ ਤੁਸੀਂ ਠੀਕ ਗੱਲ ਕਹਿੰਦੇ ਪਏ ਹੋ, ਬਟ ਇਹਨਾਂ ਵੱਡੀਆਂ ਗੱਲਾਂ ਦਾ ਮਤਲਬ ਕੀ? ਲੋਕ ਸੜਕਾਂ 'ਤੇ ਰੁਲਣ ਲੱਗੇ ਹੋਏ ਨੇ, ਲੋਕਾਂ ਨੂੰ ਰੋਟੀ ਨਹੀਂ ਮਿਲਦੀ ਪਈ ਰੱਜ ਕੇ। ਮੈਂ ਦੁਨੀਆ ਦਾ, ਅਡਾਨੀ ਸਾਹਿਬ ਕਹਿੰਦੇ ਨੇ ਦੂਜਾ ਅਮੀਰ ਆਦਮੀ ਬਣ ਗਿਆ, ਉਹਦੇ 'ਚ ਕੀ ਅਚੀਵਮੈਂਟ ਹੋ ਗਈ? ਠੀਕ ਹੈ, ਆਪਣੇ ਤਰੀਕੇ ਨਾਲ ਦੇਖੋ ਤਾਂ ਐਲਨ ਮਸਕ ਦੇ ਬਾਅਦ ਅਸੀਂ ਆ ਗਏ, ਦੈਨ ਵਾਟ? ਉਹ ਜੋ ਤੁਹਾਡਾ ਫਾਇਦਾ ਹੋਣਾ ਚਾਹੀਦਾ ਸਭ ਨੂੰ, ਉਹ ਫਾਇਦਾ ਨਹੀਂ ਹੋ ਰਿਹਾ। ਤੁਸੀਂ ਕਹਿੰਦੇ ਹੋ ਕਿ ਇੰਨੇ ਲੱਖਾਂ ਰੁਪਏ ਅਸੀਂ ਦਾਨ ਦਿੰਦੇ ਹਾਂ, ਉਹ ਦਾਨੀਆਂ ਦੀਆਂ ਸੂਚੀਆਂ ਦੇ ਵਿੱਚ ਵੀ ਤੁਹਾਡੇ ਨਾਂ ਆਉਂਦੇ ਨੇ। ਉਹ ਦਾਨ ਕਿੱਥੇ ਦਿੰਦੇ ਪਏ ਹੋ? ਕਿੰਨਾਂ ਨੂੰ ਦਿੰਦੇ ਪਏ ਹੋ? ਜਿਹੜੇ ਪਹਿਲਾਂ ਹੀ ਰੱਜੇ ਹੋਏ ਨੇ ਉਹਨਾਂ ਨੂੰ ਹੋਰ ਰਜਾਉਂਦੇ ਪਏ ਹੋ, ਜਾਂ ਇਹ ਜਿਹੜੇ ਸੜਕਾਂ 'ਤੇ ਬੈਠੇ ਨੇ ਇਹਨਾਂ ਨੂੰ ਕੰਬਲ ਹੀ ਦੇ ਦਿਓ? ਇਹਨਾਂ ਨੂੰ ਜੇ ਛੱਤ ਨਹੀਂ ਦੇ ਸਕਦੇ, ਕਿਤੇ ਕੋਈ ਆਸਰਾ ਹੀ ਦੇ ਦਿਓ। ਮਤਲਬ ਜਿੰਨੇ ਜੋਗਾ ਕੋਈ ਹੈਗਾ ਉਹਨੇ ਜੋਗਾ ਤਾਂ ਕਰੇ। ਜੇ ਤੁਸੀਂ ਦੁਨੀਆ ਦੇ ਅਮੀਰ ਆਦਮੀ ਹੋ ਤਾਂ ਉਹਨੇ ਜੋਗਾ ਤਾਂ ਕਰੋ ਜਿੰਨੇ ਜੋਗੇ ਹੈਗੇ ਹੋ। ਤੁਸੀਂ ਦੇਖੋ ਤਾਂ ਸਹੀ ਇਹ ਹਾਲਾਤ ਕੀ ਬਣੇ ਹੋਏ ਨੇ। ਔਰ ਦੂਸਰਾ, ਦੇਸ਼ ਦਾ ਇੰਨਾ ਪੈਸਾ
ਬਹੁਤ ਪੈਸਾ ਹੈ ਮੁਲਕ ਦੇ ਕੋਲ, ਆਹ। ਇਹ ਪੈਸਾ ਜਾਂਦਾ ਕਿੱਥੇ ਪਿਆ? ਕੌਣ ਨੇ ਉਹ ਲੋਕ ਜਿਹੜੇ ਲੁੱਟਦੇ ਨੇ ਇਹ ਪੈਸਾ ਤੇ ਆਪਣੀ ਤਿਜੋਰੀ ਭਰਦੇ ਨੇ, ਆਪਣੀਆਂ ਜੇਬਾਂ ਭਰਦੇ ਨੇ, ਪਤਾ ਸਾਡੇ ਔਰ ਆਮ ਲੋਕਾਂ ਕੋਲ ਨਹੀਂ ਜਾਂਦਾ ਉਹ ਪੈਸਾ, ਵੰਡ ਨਹੀਂ ਠੀਕ ਤਰ੍ਹਾਂ ਹੁੰਦੀ ਪੈਸੇ ਦੀ, ਜੇਬਾਂ ਭਰੀਆਂ ਜਾ ਰਹੀਆਂ ਉਹੀ ਲੋਕ ਹੈਗੇ ਆ। ਹਰ ਬੰਦੇ ਦੀ ਜੇਬ 'ਚ ਨਹੀਂ ਆ ਰਿਹਾ। ਨਹੀਂ ਆ ਰਿਹਾ। ਹਾਂ, ਉਹ ਜਿੱਦਾਂ ਦਾ ਉਹ ਕਹਿੰਦੇ ਨਾ, ਜਿਹਦਾ ਜਿੰਨੀ ਨੇੜਤਾ, ਜਿੰਨਾ ਨੇੜੇ ਹੈਗਾ, ਜਿਹਦਾ ਹੱਥ ਲੰਬਾ ਹੈਗਾ, ਉਹੀ ਮਿੱਠੇ ਚੌਲਾਂ 'ਤੇ ਹੱਥ ਉਹਨਾਂ ਦਾ ਉੱਥੋਂ ਫੜ ਕੇ ਆ ਲੈ ਰਹੇ ਆ। ਮਿੱਠੇ ਚੌਲਾਂ ਦਾ ਮਤਲਬ ਹੈਗਾ ਕਿ ਖਜ਼ਾਨੇ 'ਚ ਉਹ ਉਹਨਾਂ ਕੋਲ ਹੀ ਹੈਗਾ। ਜਿਹੜਾ ਵਿਚਾਰਾ ਗਰੀਬ ਆ ਉਹ ਤਾਂ ਪਿੰਡ ਦੀ ਵਿਚਾਰੀ ਜੂਹ ਤੱਕ ਕੋਈ ਅੱਗੇ ਨਹੀਂ ਨਿਕਲ ਸਕਦਾ, ਉਹਨੂੰ ਪਤਾ ਨਹੀਂ ਕਿ ਸਾਡੇ ਅਗਲਾ ਪਿੰਡ ਕਿਹੜਾ ਹੈਗਾ। ਉਹ ਤੁਰ ਹੀ ਨਹੀਂ ਸਕਦਾ, ਜਾ ਹੀ ਨਹੀਂ ਸਕਦਾ, ਉਹਦੇ ਕੋਲ ਸੋਰਸ ਹੀ ਹੈ ਨਹੀਂ ਜਾਣ ਦੇ, ਸਾਧਨ ਹੀ ਹੈ ਨਹੀਂ, ਹੈ ਨਾ। ਉਹਦੇ ਕੋਲ ਰੋਟੀ ਦਾ ਸਾਧਨ ਮਾੜਾ ਮੋਟਾ ਹੈਗਾ। ਜਿਹੜੇ ਟੱਪਰੀਆਂ 'ਚ ਰਹਿ ਰਹੇ ਆ, ਜਿਹੜੇ ਵੰਡਰਿੰਗ ਟਰਾਈਬ ਪੰਜਾਬ 'ਚ ਘੁੰਮ ਰਹੇ ਆ, ਉਹਨਾਂ ਨੂੰ ਅਜੇ ਤੱਕ ਕਿਸੇ ਵੀ ਸਰਕਾਰ ਨੇ, ਚਾਹੇ ਸਾਡੀ ਪੰਜਾਬ ਸਰਕਾਰ ਹੋਵੇ ਜਾਂ ਬਾਹਰਲੇ ਲੋਕ, ਤੁਸੀਂ ਘੁੰਮਦੇ ਦੇਖੋ ਉਹਨਾਂ ਨੂੰ, ਉਹ ਵਿਚਾਰੇ ਟੱਪਰੀਆਂ 'ਚ ਹੀ ਆ, ਮੰਗਦੇ ਖਾਂਦੇ ਤੁਰੇ ਜਾਂਦੇ ਆ, ਨਾ ਘਰ ਆ ਨਾ ਘਾਟ ਆ, ਬੱਚੇ ਪੜ੍ਹਦੇ ਨਹੀਂ, ਨੰਗੇ ਪੈਰ ਉਹਨਾਂ ਦੇ। ਇਹ ਵੀ ਇੱਦਾਂ ਦੀ ਹਾਲਤ ਭਰੀ ਜਿਹੜੀ ਅਸੀਂ ਸਥਿਤੀ ਤੋਂ ਗੁਜ਼ਰ ਕੇ ਵੇਖਦੇ ਹਾਂ। ਫਿਰ ਅਸੀਂ ਲਿਖਦੇ ਹਾਂ, ਸਾਡੇ ਸਾਹਿਤਕਾਰ ਲਿਖਦੇ ਬੜੇ ਵੱਡੀਆਂ ਕਵਿਤਾਵਾਂ ਔਰ ਬੜੇ ਵੱਡੇ ਸਫ਼ਰਨਾਮੇ ਲਿਖਦੇ ਹਾਂ ਅਸੀਂ, ਬੜੀਆਂ ਉਹਦੇ ਨਾਲ ਸਾਡੇ ਕੋਲ ਨਾਵਲ ਬੜੇ ਰਚੇ ਜਾਂਦੇ ਆ। ਪਰ ਉਹਨਾਂ ਵੱਲ ਵੀ ਵੇਖੋ ਜਿਹੜੇ ਰੋਟੀ ਤੋਂ ਹੀਣੇ ਨੇ, ਜਿਹੜੇ ਦੁਨੀਆ ਤੋਂ ਦੂਰ ਨੇ, ਜਿਨ੍ਹਾਂ ਕੋਲ ਪਾਉਣ ਲਈ ਕੋਈ ਕੱਪੜਾ ਨਹੀਂ, ਪੈਰਾਂ 'ਚ ਚੱਪਲ ਨਹੀਂ, ਜਿਨ੍ਹਾਂ ਦੇ ਬੱਚੇ ਵਿਆਕਲਦੇ ਆ, ਵਿਰੁੰਦਰੇ ਆ ਦਰਦਾਂ ਨਾਲ, ਉਹਨਾਂ ਬਾਰੇ ਤਾਂ ਸਾਡਾ ਕੋਈ ਕੰਮ ਨਹੀਂ। ਤੁਸੀਂ ਜਿਹੜੀ ਗੱਲ ਕਰ ਰਹੇ ਹੋ ਨਾ, ਉਹਦੇ ਉੱਤੇ ਕਿਸੇ ਨੇ ਗੱਲ ਕਹੀ ਸੀ, ਕੋਈ ਗਿਆ ਸੀ ਘੁੰਮਣ ਫਿਰਨ, ਕਹਿੰਦੇ ਕਸ਼ਮੀਰ ਦੇਖਿਆ, ਹਿਮਾਚਲ ਦੇਖਿਆ, ਦੁਨੀਆ ਦੀ ਹੋਰ ਥਾਵਾਂ ਦੇਖੀਆਂ, ਕਿਆ ਖੂਬਸੂਰਤ ਫੁੱਲ ਨੇ, ਕਿਆ ਸੀਨਰੀਆਂ, ਕਿਆ ਪਹਾੜ, ਕਿਆ ਆਬੋ ਹਵਾ, ਕਿਆ ਖੁਸ਼ਬੂਆਂ। ਕਹਿੰਦੇ ਵੈਰੀ ਗੁੱਡ। ਉਹ ਰੂੜੀਆਂ ਦੇ ਢੇਰ ਦੇਖੇ, ਉਹ ਗੰਦ ਦੇ ਢੇਰ ਦੇਖੇ, ਉਹਨਾਂ ਢੇਰਾਂ ਉਤੋਂ ਉਹ ਗੱਤਾ ਚੁੱਕਦੇ, ਪਲਾਸਟਿਕ ਚੁੱਕਦੇ, ਬੱਚੇ ਦੇਖੇ ਨੰਗੇ ਪੈਰੀ ਜਿਹੜੇ ਕੱਚ ਦੇ ਟੁਕੜੇ ਚੁੱਕਦੇ ਨੇ, ਉਹ ਦੇਖੇ, ਉਹ ਬਦਬੂ ਦੇਖੀ ਨਹੀਂ, ਉਹ ਵੀ ਤਾਂ ਦੇਖੋ ਨਾ, ਉਹ ਵੀ ਜ਼ਿੰਦਗੀ ਹੈ। ਲੋਕ ਉੱਦਾਂ ਵੀ ਤੁਰਦੇ ਪਏ ਨੇ। ਮੈਂ ਇੱਕ ਚੀਜ਼ ਸੋਚਦਾ ਹੁੰਦਾ ਬਲਕਾਰ ਜੀ, ਉਸੇ ਉਮਰ ਦਾ ਬੱਚਾ ਸਵੇਰ ਵੇਲੇ ਸਕੂਲ ਜਾ ਰਿਹਾ ਬੈਗ ਲੈ ਕੇ, ਉਸੇ ਉਮਰ ਦਾ ਬੱਚਾ ਸਵੇਰ ਵੇਲੇ ਉਸੇ ਵੇਲੇ ਬੋਰੀ ਚੁੱਕ ਕੇ ਕਾਗਜ਼ ਚੁਣਦਾ ਪਿਆ, ਕਾਗਜ਼ ਚੁਣ ਰਿਹਾ। ਉਮਰ ਇੱਕੋ ਹੀ ਆ, ਅਲੜ ਉਮਰ ਆ, ਬਚਪਨ ਆ, ਉਹਦੇ 'ਚ ਹੀ ਆ। ਇੱਕ ਇਸ ਤਰ੍ਹਾਂ ਦੀ ਵੀਡੀਓ ਹੈ, ਉਹਦੇ 'ਚ ਬੰਦਾ ਨਾ, ਇੱਕ ਸਰਦਾਰ ਪਗੜੀ ਬੰਨੀ ਆ, ਸੂਟਡ ਬੂਟਡ ਆ, ਉਹ ਆ ਰਿਹਾ, ਉਹਨੇ ਬੋਤਲ ਲਈ ਆ, ਬੋਤਲ 'ਚ 500 ਰੁਪਇਆ ਪਾ ਕੇ ਉੱਤੇ ਢੱਕਣ ਦੇਤਾ, ਵਗਾ ਕੇ ਮਾਰਦਾ। ਉਹ ਨਾਲੇ ਦੋ ਬੰਦੇ ਵੇਖ ਰਹੇ ਆਂਦੇ ਕੀ ਕਰ ਰਿਹਾ ਸਰਦਾਰ। ਦੂਜੇ ਦਿਨ ਫਿਰ ਆਉਂਦਾ ਤੇ ਫਿਰ ਉਹਨੇ ਬੋਤਲ ਸੁੱਟੀ ਆ ਕੂੜੇ ਤੇ, ਫਿਰ ਪੈਸੇ ਪਾਤੇ ਉੱਤੇ, ਸਾਰਾ ਕੁਛ ਆ। ਉਹ ਕਹਿੰਦਾ ਸਰਦਾਰ ਜੀ ਤੁਸੀਂ ਕਮਲੇ ਜੀ, ਪੈਸੇ ਸੁੱਟੀ ਜਾਂਦੇ ਜੀ, ਕੀ ਕਰੀ ਜਾਂਦੇ ਜੀ? ਕਹਿੰਦਾ ਨਹੀਂ 2 ਮਿੰਟ ਰੁਕ ਜਾਓ, ਮੈਂ ਹੁਣੇ ਕਰਦਾ। ਉਹਨੇ ਪੈਸੇ ਪਾਏ, ਸੁੱਟੇ ਦੂਰ ਜਾ ਕੇ। ਉੱਥੇ ਆਇਆ ਬੱਚਾ, ਉਹਨੇ ਖੋਲ੍ਹਿਆ, ਉਹਨੂੰ ਖੋਲ੍ਹ ਕੇ ਉਹਦੇ ਵਿੱਚੋਂ ਪੈਸੇ ਕੱਢ ਕੇ ਵਾਹਿਗੁਰੂ ਦਾ ਸ਼ੁਕਰ ਕੀਤਾ ਵੀ ਪੈਸੇ ਮਿਲ ਗਏ ਮੈਨੂੰ। ਫਿਰ ਉਹਨਾਂ ਪੁੱਛਿਆ ਬੱਚੇ ਨੂੰ ਕਿ ਕੀ ਆਂਦਾ ਜੀ, ਅਸੀਂ ਇੱਕ ਨਹੀਂ, ਮੈਂ ਬਹੁਤ ਜਾਣੇ ਹੈਗੇ ਆ, ਅਸੀਂ ਇਹ ਸਰਦਾਰ ਜਦੋਂ ਪੈਸੇ ਸੁੱਟਦਾ ਅਸੀਂ ਲੈ ਜਾਂਦੇ, ਫਿਰ ਰੋਟੀ ਖਾਂਦੇ ਹਾਂ, ਔਰ ਬਾਕੀ ਜਿਹੜਾ ਕੂੜਾ ਕਰਕਟ ਆ ਅਸੀਂ ਚੁੱਕਦੇ ਹਾਂ, ਸਾਰਾ ਕੁਝ ਸਫਾਈ ਕਰ ਦਿੰਦੇ ਹਾਂ। ਉਹ ਸਰਦਾਰ ਨੂੰ ਪੁੱਛਿਆ ਵੀ ਤੂੰ ਕਿਉਂ ਸੁੱਟਦਾ? ਆਂਦਾ ਮੈਂ ਇਸ ਕਰਕੇ ਸੁੱਟਦਾ ਕਿ ਬੱਚੇ ਆ ਨਾ, ਇਹ ਆਉਂਦੇ ਰੋਜ਼, ਉਦੋਂ ਬਾਅਦ ਉਹ ਪੈਸੇ ਚੁੱਕਦੇ ਆ, ਬਾਕੀ ਸਫਾਇਆ ਨਾਲ ਕੰਮ ਵੀ ਕਰ ਰਹੇ ਆ, ਉਹਦਾ ਫਿਰ ਕਚਰੇ ਦਾ ਪੈਸਾ ਫਿਰ ਮਿਲ ਜਾਂਦਾ, ਉਹਦਾ ਫਿਰ ਕੁਛ ਨਾ ਕੁਛ ਬਣਾਉਂਦੇ ਆ। ਘੱਟੋ ਘੱਟ ਬੈਠੇ ਤਾਂ ਨਹੀਂ ਹੈਗੇ ਜਾਂ ਹੱਥ ਤਾਂ ਨਹੀਂ ਅੜਦੇ ਕਿ ਕੋਈ ਪੈਸਾ ਮੰਗਣ ਲਈ। ਉਹਨਾਂ ਨੂੰ ਆਂਦਾ ਇਹ ਆਦਤ ਹੈ ਕਿ ਅੱਗੇ ਆਂਦਾ ਮੈਂ ਉਹਨਾਂ ਨੂੰ ਇਹ ਤਾਂ ਨਹੀਂ ਬੰਦ ਕਰਾ ਸਕਦਾ ਕਿ ਤੁਸੀਂ ਕਚਰੇ ਨਾ ਚੁੱਕੋ ਜਾਂ ਇੱਧਰ ਨਾ ਕਰੋ, ਕੋਈ ਕੰਮ ਕਰੋ। ਆਂਦਾ ਮੈਂ ਇਹ ਕਿਹਾ ਉਹਨਾਂ ਨੂੰ ਆਦਤ ਲਈ ਕਿ ਪੈਸਾ ਆ ਵੀ ਆ ਰਿਹਾ ਤੇ ਸਫਾਈ ਵੀ ਕਰੋ, ਇਹ ਨਾਲ ਇਹ ਗੱਲ ਹੈ। ਕੋਈ ਆਂਦਾ ਬਚਪਨ ਆ, ਕੋਈ ਲੇਬਰ ਤਾਂ ਨਹੀਂ ਕਰ ਰਹੇ, ਹੈ ਨਾ। ਬਚਪਨ ਦੀ ਲੇਬਰ ਨੂੰ ਤਾਂ ਦਾ ਲਾ ਹੈਗਾ ਤਾਂ ਉਹਦੇ ਅੰਦਰ ਕਰਦਾ ਜਿਹੜਾ ਅੰਦਰ ਹੋ ਸਕਦਾ। ਪਰ ਆਂਦਾ ਦੇਖੋ ਸਫਾਈ ਹੈ, ਜਿੱਥੇ ਸਫਾਈ ਉੱਥੇ ਖੁਦਾਈ ਹੈ, ਇਹ ਗੱਲ ਸਹੀ ਗੱਲ ਹੈ। ਦੇਖੋ ਮੈਂ ਆਪ ਬਲਕਾਰ ਜੀ ਦੇਖਿਆ ਹੋਇਆ ਹੈ, ਜਿਵੇਂ ਕਿਸੇ ਦੇ ਘਰ ਕੋਈ ਤਿਉਹਾਰ ਦੇ ਉੱਤੇ ਮਠਿਆਈ ਆਈ, ਬਰਫੀ ਆਈ, ਬਰਫੀ ਦਾ ਡੱਬਾ ਉਹਦਾ ਖਰਾਬ ਹੋ ਗਿਆ ਹੋਣਾ, ਉਹਨੇ ਬਾਹਰ ਸੁੱਟਤਾ ਤੇ ਜਿਹੜੇ ਆ ਕੂੜਾ ਚੁੱਕਣ ਵਾਲੇ ਨੇ ਉਹ ਬੱਚਿਆਂ ਨੇ ਚੁੱਕ ਕੇ ਉਹ ਬਰਫੀ ਖਾ ਲਈ। ਇਦਾਂ ਹੀ ਇਹ ਗੱਲ ਹੈ, ਇਹ ਮੈਂ ਆਪ ਦੇਖਿਆ, ਸੱਚ ਹੈ, ਪੂਰਾ ਸੱਚ। ਤੁਸੀਂ ਇਹ ਦੇਖਿਆ, ਜੇ ਤੁਸੀਂ ਖਬਰ ਪੜ੍ਹੋ ਤਾਂ ਉੜੀਸਾ ਦੇ ਕੁਛ ਇੱਦਾਂ ਦੇ ਪਿੰਡ ਸ਼ਹਿਰ ਹੈਗੇ ਜਿੱਥੇ ਰੋਟੀ ਨੂੰ ਤਰਸਦੇ ਲੋਕ ਹੈ। ਵੀਡੀਓ ਵੇਖੋ, ਖੁਦ ਮੈਂ ਇੱਥੇ ਗਿਆ ਵੀ ਆ, ਉੱਥੇ ਧੌਣ ਸੁੱਟਦੇ ਆ ਨਾ, ਧੌਣ ਛੱਤ ਦੇ ਉੱਤੋਂ ਦੀ, ਉੱਥੇ ਲੋਕ ਬੱਚੇ, ਉੱਥੇ ਜਨਾਨੀਆਂ ਗਰੀਬ ਬੈਠੇ ਜੂਠ ਉਠਾਉਂਦੇ, ਉਹ ਜੂਠ ਖਾਂਦੇ ਆ। ਇੱਕ ਇੱਥੇ ਗੰਦਾ ਨਾਲਾ ਆਪਣਾ ਲੁਧਿਆਣੇ ਦਾ, ਮੈਂ ਤੇ ਥੋੜ੍ਹਾ ਜਿਹਾ ਵੀਡੀਓ ਕਲਿੱਪ ਵੀ ਰਿਕਾਰਡ ਕੀਤਾ ਸੀਗਾ। ਉਹ ਉੱਥੇ ਆਟਾ ਗੁੰਨਦੇ ਆ, ਉਹਨਾਂ ਕੋਲ ਬਾਲਣ ਨਹੀਂ ਗਾ, ਆਟਾ ਗੁੰਨਣ ਤੋਂ ਬਾਅਦ ਉਹਨਾਂ ਕੋਲ ਬਾਲਣ ਨਹੀਂ, ਕੁਛ ਸਬਜ਼ੀ ਨਹੀਂ, ਕੁਛ ਨਹੀਂ ਗਾ, ਆਟਾ ਗੁੰਨਦੇ ਆ, ਕੱਚਾ ਆਟਾ ਖਾਂਦੇ। ਖੁਦ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ, ਮੇਰੇ ਨਾਲ ਮੇਰੇ ਹੋਰ ਕੁਲੀਗ ਸੀਗੇ, ਅਸੀਂ ਇੱਦਾਂ ਦੇ ਮਰਹਲੇ ਤੋਂ ਗੁਜ਼ਰ ਕੇ ਦੇਖਿਆ। ਔਰ ਗੱਲਾਂ ਅਸੀਂ ਇੰਨੇ ਵੱਡੇ ਛੱਡਦੀਆਂ ਗੱਲਾਂ, ਔਰ ਉਹਦੇ 'ਚ ਅਸੀਂ ਕਹਿੰਦੇ ਅਸੀਂ ਜੋ ਕੁਝ ਕਰਦੇ ਬੜਾ ਕੁਝ। ਅਸੀਂ ਚਾਹੁੰਦੇ ਹਾਂ ਇੱਥੇ ਨੇੜੇ ਇੱਕ 에ਅਰਪੋਰਟ ਬਣਨਾ ਚਾਹੀਦਾ, ਉੱਥੇ ਅੰਤਰਰਾਸ਼ਟਰੀ ਉਡਾਨਾਂ ਜਾਣ। ਉਹ 에ਅਰਪੋਰਟ ਤੇ ਜਾ ਕੇ ਉਹਨਾਂ ਉਡਾਨਾਂ ਦੇ ਵਿੱਚ ਬਹਿਣਾ ਕਿਨੇ ਆ? ਬਹਿਣਾ ਕਿਨੇ? ਤੁਸੀਂ ਲੋਕਾਂ ਨੇ। ਬਿਲਕੁਲ ਬਿਲਕੁਲ
ਤੁਸੀਂ ਆਪਣੇ ਵਾਸਤੇ ਹੀ ਸਾਰਾ ਸਟਰਕਚਰ ਬਣਾਉਣਾ ਹੈ ਕਿ ਸਾਨੂੰ ਕਿੱਥੇ ਸਹੂਲੀਅਤ ਚਾਹੀਦੀ ਹੈ। ਪੈਣਾ ਨਾ ਜਹਾਜ਼ਾਂ ਤੇ ਪੈਣਾ, ਤੁਸੀਂ ਆਪ ਹੀ ਜਹਾਜ਼ਾਂ ਤੇ ਚੜ੍ਹਨਾ, ਆਮ ਲੋਕਾਂ ਨੇ ਤਾਂ ਚੜ੍ਹਨਾ ਹੀ ਨਹੀਂ। ਮੈਂ ਤਾਂ ਤੁਹਾਨੂੰ ਸਾਫ਼ ਕਹਿਣਾ, ਆਮ ਲੋਕਾਂ ਨੇ ਤਾਂ ਕਦੀ 에ਅਰਪੋਰਟ ਨਹੀਂ ਦੇਖਿਆ ਹੋਣਾ। ਜੇ ਹੁਣ ਪਹਿਲੀ ਪਾਤਸ਼ਾਹੀ ਦਾ ਜ਼ਿਕਰ ਹੈ ਜਾਂ ਅਸੀਂ ਉਹਨਾਂ ਦੇ ਉਪਦੇਸ਼ ਤੇ ਚੱਲੀਏ ਤੇ ਜੋ ਲੰਗਰ ਦੀ ਪ੍ਰਥਾ ਉਹਨਾਂ ਨੇ ਸ਼ੁਰੂ ਕਰ ਦਿੱਤੀ, ਸੰਗਤ ਪੰਗਤ ਦੀ ਪ੍ਰਥਾ ਕਰ ਦਿੱਤੀ ਸ਼ੁਰੂ, ਉਹ ਗੱਲ ਅਸਲ 'ਚ ਉਹ ਆ ਗਰੀਬ ਗੁਰਬਾ ਹੈ ਨਾ, ਜਿਹਦੇ 'ਚ ਕੋਈ ਵਿਚਾਰੇ ਕੋਈ ਸਮਰੱਥਾ ਨਹੀਂ ਰੋਟੀ ਦੀ, ਉਹ ਆ ਕੇ ਉਸ ਪੰਗਤ 'ਚ ਬਹਿ ਸਕਦਾ, ਉਹਨੂੰ ਕੋਈ ਨਹੀਂ ਰੋਕ ਸਕਦਾ, ਸਿਰ ਕੱਜ ਕੇ ਸਤਿਕਾਰ ਨਾਲ ਰੋਟੀ ਖਾ ਸਕਦਾ। ਉਹ ਉਹਦੇ ਲਈ ਬਹੁਤ ਵੱਡੀ ਨਿਹਮਤ ਆ, ਜਿਹੜਾ ਗਰੀਬ ਰੋਟੀ ਤੋਂ ਆਤਰ ਆ, ਜਿਹਦੇ ਕੋਲ ਕੁਝ ਨਹੀਂ ਹੈਗਾ। ਬਾਕੀਆਂ ਲਈ ਤਾਂ ਉਹ ਕੋਈ ਵੱਡੀ ਗੱਲ ਨਹੀਂ, ਉਹਨਾਂ ਲਈ ਛੋਟੇ ਲੋਕਾਂ ਲਈ ਹੈਗੀ ਆ, ਜਾਂ ਜਿਹੜੇ ਦਰਵੇਸ਼ ਆ, ਕੁੱਤੇ ਆਉਂਦੇ ਵਿਚਾਰੇ ਖਾਂਦੇ, ਉਹ ਆਧਾ ਘਟਾ ਉਹਨਾਂ ਨੂੰ ਮਿਲ ਜਾਂਦਾ। ਇਹ ਚੀਜ਼ਾਂ ਵੇਖਣ ਵਾਲੀਆਂ ਇਹ ਗੁਰੂ ਸਾਹਿਬਾਨ ਦੇ ਸਮੇਂ ਤੋਂ, ਫਿਰ ਜਿਹੜੇ ਦੂਜੇ ਗੁਰੂ ਸੀ ਗੁਰੂ ਅੰਗਦ ਦੇਵ ਜੀ, ਉਹਨਾਂ ਨੇ ਉਸ ਪ੍ਰਥਾ ਨੂੰ ਅੱਗੇ ਚਲਾਇਆ, ਗੁਰੂ ਅਮਰਦਾਸ ਜੀ ਨੇ ਅੱਗੇ ਚਲਾਇਆ, ਅੱਜ ਤੱਕ ਵੀ ਹਰ ਜਗ੍ਹਾ ਤੇ ਚੱਲ ਰਹੀਆਂ। ਮੱਸਿਆ ਪੁੰਨਿਆ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਗੁਰਪੁਰਬ ਆਉਂਦੇ ਆ, ਤੁਸੀਂ ਉਦੋਂ ਦੇਖੋ ਕੈਸਾ ਅਟੁੱਟ ਲੰਗਰ ਵਰਤਦਾ, ਪੰਜਾਬ 'ਚ ਨਹੀਂ ਸਾਰੇ ਮੁਲਕ ਵਿੱਚ ਇਹ ਗੱਲਾਂ ਹੈਗੀਆਂ। ਸੋ ਆਪਾਂ ਇਸ ਗੱਲ ਨੂੰ ਅੱਗੇ ਤੋਰੀਏ ਜ਼ਰੂਰ ਕਿ ਧਾਰਮਿਕ ਬੇਅਦਬੀਆਂ ਰੋਕਣ ਲਈ ਇਹ ਇੱਕ ਨਵਾਂ ਕਾਨੂੰਨ ਬਣਾਇਆ ਜਾਵੇ। ਇਹ ਵੀ ਸੰਸਦ ਦੇ ਵਿੱਚ ਆਵਾਜ਼ ਚੁੱਕੀ ਗਈ ਹੈ। ਸੋ ਕਾਨੂੰਨ ਠੀਕ ਹੈ, ਬਣਨਾ ਚਾਹੀਦਾ, ਜ਼ਰੂਰ ਸਖਤ ਕਾਨੂੰਨ ਬਣਨਾ ਚਾਹੀਦਾ ਹੈ। ਇੰਪੋਰਟੈਂਟ ਗੱਲ ਇਹ ਹੈ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਉਹ ਇੱਜ਼ਤ ਹੋਣੀ ਚਾਹੀਦੀ ਹੈ ਧਰਮ ਦੀ। ਠੀਕ ਉਹ ਇਦਾਂ ਦੀ ਗੱਲ ਹੀ ਨਾ ਕਰਨ। ਕਾਨੂੰਨ ਤਾਂ ਆਪਣਾ ਕੰਮ ਬਾਅਦ ਚ ਕਰੂਗਾ, ਪਹਿਲਾਂ ਤਾਂ ਬੇਅਦਬੀ ਕਰਨ ਵਾਲੇ ਨੇ ਬੇਅਦਬੀ ਕਰ ਦਿੱਤੀ ਨਾ, ਉਹਨੇ ਬੇਅਦਬੀ ਕਿਉਂ ਕੀਤੀ, ਉਹਦੇ ਸੰਸਕਾਰ ਕਿੱਥੇ ਗਏ? ਸਾਡਾ ਦੇਸ਼ ਤੇ ਸਦੀਆਂ ਸਦੀਆਂ ਤੋਂ ਸੰਸਕਾਰਾਂ ਦੇ ਉੱਤੇ ਚੱਲਦਾ ਧਾਰਮਿਕ ਦੇਸ਼ ਹੈ। ਇਸ ਦੇਸ਼ ਦੇ ਅੰਦਰ ਧਾਰਮਿਕ ਬੇਅਦਬੀ ਹੋਵੇ, ਇਹ ਸਾਡੇ ਸੰਸਕਾਰਾਂ ਦਾ, ਸਾਡੀਆਂ ਸਿੱਖਿਆਵਾਂ ਦਾ, ਸਾਡੇ ਮਾਂ-ਬਾਪ ਦਾ ਕਸੂਰ ਹੈ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਉਹ ਸਿੱਖਿਆ, ਉਹ ਸੰਸਕਾਰ ਨਹੀਂ ਦਿੱਤੇ, ਗੁਰੂ ਸਾਹਿਬਾਨ ਦੀਆਂ ਸਾਖੀਆਂ ਨਹੀਂ ਸੁਣਾਈਆਂ, ਬਾਣੀ ਨਾਲ ਨਹੀਂ ਜੋੜਿਆ, ਤਾਂ ਉਹਨਾਂ ਨੇ ਬੇਅਦਬੀਆਂ ਵਾਲੇ ਕਦਮ ਚੁੱਕੇ। ਇਹ ਉਹਨਾਂ ਦੇ ਅੰਦਰ ਕਿੱਥੋਂ ਆ ਗਈ ਇਹ ਸੋਚ ਕਿ ਅਸੀਂ ਧਾਰਮਿਕ ਬੇਅਦਬੀ ਕਰੀਏ? ਇਹ ਗੱਲ ਵੈਸੇ ਜਿਹੜੀ ਹੈ ਨਾ ਉੱਥੇ ਪਹਿਲਾਂ ਵੀ ਹੋਈ ਹੈ। ਪਹਿਲਾਂ ਇੱਕ ਗੱਲ ਚੱਲੀ ਸੀ ਇਹ ਇਸ਼ੂ ਕਿ ਇਹਦੇ ਵਿੱਚ ਕਹਿੰਦੇ ਸੀ ਜਿਹੜਾ ਧਰਮ ਪਰਿਵਰਤਨ ਉਹਦੇ 'ਚ ਵੀ ਕਾਨੂੰਨ ਬਣਨਾ ਚਾਹੀਦਾ। ਜਦੋਂ ਕੁਝ ਕ੍ਰਿਸਚਨ ਜਿਹੜੀਆਂ ਸੰਸਥਾਵਾਂ ਨੇ ਧਾਰਮਿਕ, ਉਹਨਾਂ ਦੇ ਵਿੱਚ ਬਹੁਤ ਲੋਕ ਸ਼ਾਮਲ ਹੋ ਗਏ, ਉਹਦੇ ਵਿੱਚ ਬੜੇ ਪਿੰਡਾਂ 'ਚ ਵੀ ਬਹੁਤ ਉਹਨਾਂ ਨੂੰ ਸਹੂਲਤਾਂ ਵੀ ਮਿਲੀਆਂ, ਤਾਂ ਉਹਨਾਂ ਨੇ ਉਹ ਧਰਮ ਅਖਤਿਆਰ ਵੀ ਕਰ ਲਿਆ। ਇਸੇ ਤਰ੍ਹਾਂ ਇਹ ਮੁੱਦਾ ਵੀ ਰਿਹਾ ਪਹਿਲਾਂ। ਹੁਣ ਧਾਰਮਿਕ ਸੰਸਥਾਵਾਂ ਅਤੇ ਧਾਰਮਿਕ ਗ੍ਰੰਥਾਂ ਅਤੇ ਉਹਨਾਂ ਦੀ ਬੇਅਦਬੀ ਦਾ ਵੀ ਇਹਨਾਂ ਨੇ ਕਿਹਾ ਕਾਨੂੰਨ ਹੋਣਾ ਚਾਹੀਦਾ। ਤੁਹਾਡੀ ਗੱਲ ਵੈਸੇ ਅੱਛੀ ਹੈ ਕਿ ਜੇ ਅੰਦਰੋਂ ਸਤਿਕਾਰ ਨਹੀਂ, ਜੇ ਅੰਦਰ ਕਿਸੇ ਦੇ ਕੋਈ ਇਸ ਤਰ੍ਹਾਂ ਦਾ ਉਪਦੇਸ਼ ਨੂੰ ਸਮਝਣ ਦੀ ਸਮਰੱਥਾ ਨਹੀਂ, ਤਾਂ ਉਹ ਕਿਉਂ ਉਹ ਦੂਜੇ ਪਾਸੇ ਜਾ ਕੇ ਇਹ ਗੱਲਾਂ ਲੋਕਾਂ ਕੋ ਕਰਕੇ ਨੁਕਸਾਨ ਆਪਣਾ ਵੀ ਕਰਦਾ ਅਤੇ ਨਾਲ ਸਮਾਜ ਦਾ ਵੀ ਨੁਕਸਾਨ ਕਰਦਾ। ਉਹ ਜਦੋਂ ਕਿ ਲੋਕ ਪੜ੍ਹ ਲਿਖ ਗਏ ਆ, ਸਾਰੇ ਲੋਕਾਂ ਨੂੰ ਪਤਾ ਵੀ ਆ ਕਿ ਅਸੀਂ ਕਿਸ ਜਗ੍ਹਾ 'ਤੇ ਘੁੰਮ ਰਹੇ ਹਾਂ ਅਤੇ ਕੀ ਕੰਮ ਕਰ ਰਹੇ ਹਾਂ। ਬਾਬੇ ਫਰੀਦ ਜੀ ਦਾ ਸ਼ਲੋਕ ਵੀ ਹੈ ਨਾ ਕਿ ਉਹਨਾਂ ਨੇ ਕਿਹਾ ਕਿ ਜੇ ਤੂੰ ਅਕਲ ਲਤੀਫ ਹੈ ਮਾੜੇ ਲਿਖਣਾ ਲੇਖ, ਆਪਣੇ ਹੀ ਗਰੇਮਾਨ ਮੇਂ ਸਿਰ ਨੀਵਾਂ ਕਰ ਦੇ। ਸੈਲਫ ਐਨਾਲਿਸਿਸ, ਅੰਦਰੂਨੀ ਝਾਤ ਮਾਰਨੀ ਚਾਹੀਦੀ ਕਿ ਮੈਂ ਕੀ ਕਰ ਰਿਹਾ। ਮੈਂ ਜੇ ਇਹਨਾਂ ਧਾਰਮਿਕ ਸਥਾਨਾਂ 'ਤੇ ਜਾ ਰਿਹਾ ਅਤੇ ਮੈਂ ਆਪਣੇ ਪਾਪ ਬਖਸ਼ਾਉਣ ਲਈ ਜਾ ਰਿਹਾ, ਮੇਰੇ ਅੰਦਰ ਜਿਹੜੀ ਨੈਗੇਟਿਵਿਟੀ ਆ ਉਹ ਪੋਜ਼ੀਟਿਵਿਟੀ 'ਚ ਬਦਲ ਜੇ ਤਾਂ ਮੈਂ ਬੰਦਾ ਬਣ ਜਾਊਗਾ। ਬਿਲਕੁਲ। ਦੇਖੋ ਨਾ, ਸਾਨੂੰ ਗੁਰੂ ਸਾਹਿਬ ਬਾਬਾ ਜੀ ਇਹ ਸਮਝਾਉਂਦੇ ਨੇ ਕਿ ਪੁੱਤਰ ਸੈਲਫ ਡਿਸਿਪਲਿਨ, ਆਪਣੇ ਉੱਤੇ ਅਨੁਸ਼ਾਸਨ ਆਪ ਰੱਖਣਾ ਜੀ, ਆਪਣੇ ਆਪ ਨੂੰ ਆਪ ਕੰਟਰੋਲ 'ਚ ਰੱਖਣਾ। ਕਾਨੂੰਨ ਤਾਂ ਕੰਮ ਬਾਅਦ 'ਚ ਕਰਦੇ ਨੇ, ਪਹਿਲਾਂ ਤਾਂ ਅਸੀਂ ਆਪਣੇ ਆਪ ਨੂੰ ਆਪ ਕੰਟਰੋਲ 'ਚ ਰੱਖੀਏ। ਸਵਾਏ ਅਨੁਸ਼ਾਸਨ, ਜਿਵੇਂ ਕੁਦਰਤ ਹੈ ਹਮੇਸ਼ਾ ਅਨੁਸ਼ਾਸਨ ਦੇ ਵਿੱਚ ਹੈ। ਕੁਦਰਤ ਦਾ ਮਤਲਬ ਅਨੁਸ਼ਾਸਨ, ਸੰਸਕ੍ਰਿਤੀ ਅਨੁਸ਼ਾਸਨ, ਸਭਿਅਤਾ ਅਨੁਸ਼ਾਸਨ, ਸੰਸਕਾਰ ਅਨੁਸ਼ਾਸਨ। ਬਾਣੀ ਸਾਨੂੰ ਅਨੁਸ਼ਾਸਨ ਨਾਲ ਜੋੜਦੀ ਹੈ ਕਿ ਤੁਸੀਂ ਆਪਣੇ ਆਪ ਨੂੰ, ਆਪਣੇ ਜੀਵਨ ਨੂੰ ਅਨੁਸ਼ਾਸਨ ਵਿੱਚ ਰੱਖੋ। ਅੰਮ੍ਰਿਤ ਵੇਲੇ ਉੱਠਣਾ ਹੈ ਨਾ, ਨਾਮ ਜਪਣਾ, ਇਹ ਸਾਰਾ ਅਨੁਸ਼ਾਸਨ ਹੈ। ਤੇ ਜਦੋਂ ਤੱਕ ਤੁਸੀਂ ਆਪ ਅਨੁਸ਼ਾਸਨ 'ਚ ਨਹੀਂ ਹੈਗੇ ਹੋ, ਤੁਹਾਡੇ ਅੰਦਰ ਸਤਿਕਾਰ ਦੀ ਭਾਵਨਾ ਆ ਹੀ ਨਹੀਂ ਸਕਦੀ। ਅਨੁਸ਼ਾਸਨ 'ਚ ਰਹੋਗੇ, ਸਤਿਕਾਰ ਕਰੋਗੇ, ਤਾਂ ਫਿਰ ਇਦਾਂ ਦੇ ਮਾਮਲੇ, ਇਦਾਂ ਦੀਆਂ ਘਟਨਾਵਾਂ ਹੋਣਗੀਆਂ ਹੀ ਨਹੀਂ। ਨਾਲੇ ਕਾਨੂੰਨ ਤਾਂ ਜਿਹੜਾ ਹੈ ਨਾ, ਇਹ ਬਣਦਾ ਮਾੜੇ ਲੋਕਾਂ ਲਈ, ਜਿਹੜੇ ਬੇਬਸ ਆ ਉਹਨਾਂ ਲਈ ਹੈ। ਇੰਪਲੀਮੈਂਟ ਉਹਨਾਂ 'ਤੇ ਹੁੰਦਾ, ਦੂਜਿਆਂ ਨੂੰ ਤਾਂ ਕੋਈ ਨਹੀਂ ਹੈਗਾ। ਉਹਨਾਂ ਨੂੰ ਤਾਂ ਕਿਹਨੇ ਪੁੱਛਣਾ, ਤੇ ਜੋ ਕਰਦੇ ਕਰ ਰਹੇ ਆ। ਜਿਸ ਕੀ ਲਾਠੀ ਉਸ ਕੀ ਬੈਂਸ, ਉਹਨੇ ਤਾਂ ਆਪਣੇ ਤਰੀਕੇ ਨਾਲ ਸਾਰਾ ਕੁਝ ਕਰਨਾ। ਮੇਰਾ ਖਿਆਲ ਹੁਣ ਖੰਨਾ ਜੀ ਸਮਾਂ ਹੋ ਗਿਆ, ਤਕਰੀਬਨ ਸਮਾਂ ਹੋ ਗਿਆ। ਇੱਕ ਨਾ ਮੈਨੂੰ ਪ੍ਰੋਫੈਸਰ ਮੋਹਨ ਸਿੰਘ ਜੀ ਦੀ ਲਾਈਨ ਯਾਦ ਆਉਂਦੀ ਹੈ, ਉਹ ਮੈਂ ਜ਼ਰੂਰ ਐਡ ਅਪ ਕਰਾਂਗਾ। ਆ ਜਿਹੜੀ ਆਪਾਂ ਗੱਲ ਕੀਤੀ ਹੈ ਕਿ ਆਪਣੇ ਅੰਦਰੋਂ ਇਹ ਆਵਾਜ਼ ਆਉਣੀ ਚਾਹੀਦੀ ਹੈ ਕਿ ਮੈਂ ਇਹ ਕੰਮ ਨਾ ਕਰਾਂ ਤੇ ਮੈਂ ਇਹ ਕੰਮ ਕਰਾਂ। ਪ੍ਰੋਫੈਸਰ ਮੋਹਨ ਸਿੰਘ ਜੀ ਦੀਆਂ ਇਹ ਲਾਈਨਾਂ ਬੜੀਆਂ ਖੂਬਸੂਰਤ ਲੱਗਦੀਆਂ ਨੇ ਮੈਨੂੰ। ਪੜ੍ਹ ਪੜ੍ਹ ਕਿਤਾਬਾਂ ਢੇਰ ਕੁੜੇ, ਮੇਰਾ ਵੱਧਦਾ ਜਾਵੇ ਹਨੇਰ ਕੁੜੇ, ਕੁਝ ਅਜਬ ਇਲਮ ਦੀਆਂ ਜ਼ਿੱਦਾਂ ਨੇ, ਮੈਨੂੰ ਮਾਰਿਆ ਕਿਉਂ ਕੀ ਕਿੱਦਾਂ ਨੇ, ਮੈਂ ਨਿਸ਼ਚੇ ਬਾਝੋਂ ਭਟਕ ਰਿਹਾ, ਜੰਨਤ ਦੋਜ਼ਖ ਵਿੱਚ ਲਟਕ ਰਿਹਾ, ਗੱਲ ਸੁਣ ਜਾ ਪਟਕੇ ਰਾਹੀ ਦੀ, ਇੱਕ ਚਿਣਗ ਮੈਨੂੰ ਵੀ ਚਾਹੀਦੀ। ਉਹ ਚਿਣਗ ਉਹੀ ਹੈ ਜਿਹੜੀ ਸਾਨੂੰ ਅੰਦਰ ਝਾਤੀ ਮਾਰਨਾ, ਸਾਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਜੋੜਨਾ। ਉਹ ਚਿਣਗ ਹੀ ਸਾਨੂੰ
ਭਟਕਣ ਤੋਂ ਬਚਾ ਸਕਦੀ ਹੈ, ਉਹਦੇ ਉੱਤੇ ਨਿਸ਼ਚਾ ਹੀ ਸਾਨੂੰ ਇਹ ਬੇਅਦਬੀਆਂ ਦੇ ਮਾਮਲਿਆਂ ਤੋਂ ਬਚਾ ਸਕਦਾ ਹੈ। ਬਾਬਾ ਬੁੱਲੇ ਸ਼ਾਹ ਦੀਆਂ 2 ਲਾਈਨਾਂ ਦੇ ਨਾਲ ਆਪਾਂ ਦਰਸ਼ਕਾਂ ਨੂੰ ਅਲਵਿਦਾ ਕਹਿੰਦੇ ਆ। ਜੀ ਜ਼ਰੂਰ। ਉਹਨਾਂ ਨੇ ਕਿਹਾ ਕਿ ਇਲਮੋਂ ਬਸ ਕਰ ਜਾ ਮੇਰੇ ਯਾਰ, ਇਲਮੋਂ ਬਸ ਕਰ ਜਾ ਮੇਰੇ ਯਾਰ, ਇੱਕੋ ਹਰਫ ਤੇਰੇ ਦਰਕਾਰ। ਇੱਕ ਸ਼ਬਦ ਨਾਲ ਹੀ ਸਾਰਾ ਕੁਝ ਹੋ ਜਾਂਦਾ। ਜੇ ਤੂੰ ਆਪਣੇ ਆਪ ਨੂੰ ਪਾਉਣਾ, ਉਹਦੇ ਵਿੱਚ ਹੀ ਇੱਕ ਸ਼ਬਦ ਨਾਲ ਹੀ ਬੜਾ ਕੁਝ ਹੋ ਜਾਂਦਾ। ਬਿਲਕੁਲ ਜੀ। ਇਹ ਜ਼ਰੂਰੀ ਨਹੀਂ ਵੀ ਬਹੁਤ ਵੱਡੇ ਵੱਡੇ ਟੋਕਰੇ ਕਿਤਾਬਾਂ ਦੇ ਪੜ੍ਹ ਕੇ ਬਹੁਤ ਕੁਝ ਹੋਊਗਾ। ਇਹ ਇੱਕ ਹਰਫ ਨਾਲ ਹੀ ਬੜਾ ਕੁਝ ਹੁੰਦਾ। ਉੱਠ ਜਾ ਘਰਾੜੇ ਮਾਰਨਾ ਹੀ, ਇਹ ਜਿਉਣਾ, ਇਹ ਸੌਣਾ ਤੇਰੇ ਦਰਕਾਰ ਨਹੀਂ। ਇਹ ਆ ਇੱਕ ਨੁਕਤੇ ਤੇ ਗੱਲ ਮੁੱਕਦੀ ਹੈ, ਉਹੀ ਬਾਬਾ ਜੀ ਨੇ ਕਹਿਤਾ, ਇੱਕ ਓਮਕਾਰ। ਬਿਲਕੁਲ ਸਹੀ ਗੱਲ। ਸੋ ਜੀ ਚੱਲਿਆ ਜਾਵੇ ਤੇ ਆਪਣੇ ਸਾਨੂੰ ਵਿਚਾਰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਸਤਿ ਸ੍ਰੀ ਅਕਾਲ ਜੀ।